ਜੇ ਤਾਂ ਕੋਈ ਗੋਰਿਆਂ ਦੀ ਕੁੜੀ ਆ ਉਹਨੂੰ 1000 ਪਾਉਂਡ ਮਿਲਦਾ ਸੀਗਾ ਤੇ ਓ ਮਾਈ ਗॉड ਇਦਾਂ ਫਿਗਰ ਸੀ ਤੇ ਜਿੱਥੇ ਆਪਣੀਆਂ ਹਿੰਦੂਆਂ ਦੀਆਂ ਤੇ ਸਿੱਖਾਂ ਦੀਆਂ ਕੁੜੀਆਂ ਦੀ ਉੱਥੇ 10000 ਪਾਉਂਡ ਦਾ ਫਿਗਰ ਸੀ ਜੀ ਜਿੱਥੇ ਆਪਣੀ ਇੱਕ ਸਿੱਖਾਂ ਦੀ ਬੱਚੀ ਸੀ ਤੇ 10 ਬੰਦੇ ਉਹਨੂੰ ਵੇਚਦੇ ਸੀਗੇ ਤੇ ਉਹਨੂੰ 4-5 ਬੰਦਿਆਂ ਦੇ ਨਾਲ ਸੌਣਾ ਪੈਂਦਾ ਸੀ ਦਿਹਾੜੀ ਦਾ ਸਕੂਲੋਂ ਆਣ ਕੇ। K2K ਜਦੋਂ ਪ੍ਰੋਗਰਾਮ ਦਾ ਨਾਂ ਹੀ K2K ਰੱਖਿਆ ਸੀ ਤੇ ਮੈਂ ਵੀ ਜਦੋਂ ਬੜਿਆ ਅੰਦਰ ਮੈਂ ਵੀ ਆਪਣਾ ਸਿਰ ਖੁਰਕਦਾ ਸੀ। ਮੈਂ ਸੋਚਦਾ ਸੀਗਾ ਕਿ ਇਹ ਪ੍ਰੋਗਰਾਮ ਇਹਦਾ ਮਤਲਬ ਕੀ ਆ। ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਤੁਹਾਨੂੰ ਚੰਗਾ ਨਹੀਂ ਲੱਗਣਾ ਪਰ ਮੈਂ ਤੁਹਾਨੂੰ ਦੱਸ ਦਿੰਦੇ ਮੈਂ ਕਿਹਾ ਦੱਸੋ ਤਾਂ ਸਹੀ। ਉਹ ਕਹਿੰਦੇ ਵੀ ਜਿਹੜੇ ਆ ਕੋਰਸ ਆ ਜਿੰਨੀਆਂ ਹੈਗੀਆਂ ਦੱਸਦੀਆਂ ਕੋਰੇ ਇਹ ਖਾਨ ਬਣੀਆਂ। ਪ੍ਰੋਗਰਾਮ ਹੀ ਉਹਨਾਂ ਨੇ ਇਦਾਂ ਦਾ ਟਾਈਟਲ ਦਿੱਤਾ ਹੋਇਆ ਸੀਗਾ। ਉਸ ਨਿੱਕੇ ਜਿਹੇ ਸ਼ਹਿਰ ਦੇ ਵਿੱਚ 1400 ਬੱਚੀ ਦਾ ਬਲਾਤਕਾਰ ਹੋਇਆ ਤੇ ਕੁੜੀ ਕਿਉਂਕਿ ਯੰਗ ਸੀਗੀ ਤੇ ਸੋਹਣੀ ਸੁਨੱਖੀ ਸੀਗੀ, ਉਹ ਮੈਨੂੰ ਆਪ ਦੱਸਦੀ ਹੈ ਜਦੋਂ ਅਸੀਂ ਉਹਨੂੰ ਗੰਦ ਦੇ ਚੋਂ ਕੱਢਿਆ ਕਿ ਘੱਟ ਤੋਂ ਘੱਟ 3 ਜਾਂ 4000 ਪਾਉਂਡ ਹਫ਼ਤੇ ਦਾ ਕਮਾ ਕੇ ਦਿੰਦੀ ਸੀਗੀ। ਅਸੀਂ ਗੁਰਬਾਣੀ ਮੁੱਖ ਰੱਖ ਕੇ ਕੰਮ ਕਰੀਦਾ ਕਰਕੇ ਗੁਰੂ ਦਾ ਆਸਰਾ ਲੈ ਕੇ ਕਰੀਦਾ ਆ ਜੀ। ਤੇ ਗੁਰੂ ਮਹਾਰਾਜ ਵੀ 9ਵੀਂ ਪਾਤਸ਼ਾਹ ਦੀ ਬਾਣੀ ਆਉਂਦੀ, ਜਾਗ ਲਹੋ ਰੇ ਮਨਾ ਜਾਗ ਲਹੋ ਕਹਾਂ ਗਾਫਿਲ ਸੋਇਆ ਕਿਉਂ। ਗੁਰਬਾਣੀ ਸਾਨੂੰ ਕਹਿੰਦੀ ਕਿਆ ਤੂੰ ਸੋਇਆ ਜਾਗ ਇਆਨਾ ਦਾ ਮਤਲਬ ਕਮਲੇ ਲੋਕੋ। ਹੁਣ ਬਾਹਰਲੇ ਮੁਲਕਾਂ ਵਿੱਚ ਆਪਾਂ ਜੰਗ ਨਹੀਂ ਲੜਦੇ ਪਰ ਕਿਸੇ ਦੇ ਤੁਸੀਂ ਮਨ ਦੇ ਚ ਤੇ ਦਿਲ ਦੇ ਚ ਬਹਿ ਗਏ ਉਹ ਤੁਹਾਡੀ ਗੱਲ ਉਹਨੇ ਮੰਨਣ ਲੱਗ ਪੈਣੀ। ਸੋ ਜੇ ਆਪਾਂ ਪਿਆਰ ਪਾ ਕੇ ਕਿਸੇ ਦੇ ਨਾਲ ਆਪਣੀ ਗੱਲ ਕਰਾਉਂਦੇ ਆ ਤੇ ਫਿਰ ਉੱਥੇ ਲਵ ਆ ਗਿਆ ਤੇ ਜਿਹਾਦ ਆ ਗਿਆ। ਸ਼ਬਦ ਸਹੀ ਆ। ਦੀ ਡਾਇਲੌਗ ਟਾਈਮ ਤੇ ਸਾਰੇ ਵਿਊਅਰਸ ਦਾ ਸਵਾਗਤ ਹੈ। ਵਿਊਅਰਸ, ਅੱਜ ਅਸੀਂ ਇੱਕ ਐਸੀ ਸਮੱਸਿਆ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਜਿਸ ਸਮੱਸਿਆ ਤੋਂ UK ਇੰਗਲੈਂਡ ਦੇ ਸਿੱਖ ਬਹੁਤ ਲੰਬੇ ਅਰਸੇ ਤੋਂ ਪ੍ਰਭਾਵਿਤ ਨੇ। ਇਹ ਇੱਕ ਮਸਲਾ ਹੈ ਜੋ ਕਿ ਸਾਡੇ ਉੱਥੋਂ ਦੀ ਟੀਨੇਜਰ ਗਰਲਸ ਜਾਂ ਵੈਸੇ ਜਿਹੜੀਆਂ ਗਰਲਸ ਦੇ ਨਾਲ ਆਉਂਦਾ ਹੈ। ਉਹ ਇਹ ਹੈ ਕਿ ਉੱਥੇ ਗਰਲਸ ਗਰੂਮਿੰਗ ਗੈਂਗਸ ਬਣੇ ਹੋਏ ਨੇਗੇ ਤੇ ਉਹ ਗਰੂਮਿੰਗ ਗੈਂਗਸ ਜ਼ਿਆਦਾਤਰ ਇੱਕ ਖਾਸ ਤਬਕੇ ਤੋਂ ਆਉਂਦੇ ਨੇ ਤੇ ਉਸ ਸਾਰੇ ਮਸਲੇ ਦੇ ਵਿੱਚ ਜਿਹੜੇ ਸਾਡੇ UK ਦੇ ਸਿੱਖ ਕਾਫੀ ਅਰਸੇ ਤੋਂ ਉਲਝੇ ਹੋਏ ਨੇ। ਉਸ ਦੇ ਨਾਲ ਸੰਬੰਧਿਤ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਇਹ ਜਿਹੜੇ ਗਰੂਮਿੰਗ ਗੈਂਗਸ ਆ ਇਹ ਕਿਵੇਂ ਬਣੇ ਨੇ ਤੇ ਇਹਨਾਂ ਦਾ ਕੀ ਮਨੋਰਥ ਹੈ ਪਿੱਛੇ ਤੇ ਇਹ ਕਿਵੇਂ ਗਰਲਸ ਨੂੰ ਗਰੂਮ ਕਰਦੇ ਨੇ ਤਾਂ ਕਿ ਅਸੀਂ ਵੀ ਜਿਹੜੇ ਸਾਡੇ ਟੀਨੇਜਰ ਗਰਲਸ ਆ ਉਹ 'ਚ ਅਵੇਅਰਨੈਸ ਫੈਲੇ। ਤੇ ਇਸੇ ਹੀ ਲਈ ਅੱਜ ਅਸੀਂ ਇੰਗਲੈਂਡ ਤੋਂ ਭਾਈ ਮੋਹਨ ਸਿੰਘ ਹੁਣਾਂ ਨੂੰ ਇਨਵਾਈਟ ਕੀਤਾ ਹੈ। ਭਾਈ ਮੋਹਨ ਸਿੰਘ ਜੀ, ਤੁਹਾਡਾ ਦੀ ਡਾਇਲੌਗ ਟਾਈਮ ਤੇ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਭਾਈ ਮੋਹਨ ਸਿੰਘ ਜੀ ਬਾਰੇ ਜੇ ਆਪਾਂ ਦੱਸਣਾ ਹੋਵੇ ਕਿ ਇਹਨਾਂ ਦੀ ਇੱਕ ਸੰਸਥਾ ਹੈ ਸਿੱਖ ਅਵੇਅਰਨੈਸ ਸੁਸਾਇਟੀ ਤੇ ਇਹ ਬਹੁਤ ਲੰਬੇ ਅਰਸੇ ਤੋਂ, ਜੇ ਮੈਂ ਗਲਤ ਨਹੀਂ ਤਾਂ 1999 ਤੋਂ ਇਸ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ। ਵੱਖ-ਵੱਖ ਗੁਰਦੁਆਰਿਆਂ ਵਿੱਚ ਜਾਂਦੇ ਨੇ ਇੰਗਲੈਂਡ ਦੇ ਵਿੱਚ ਤਾਂ ਖਾਸ ਤੌਰ ਤੇ, ਫਿਰ ਇਸ ਤੋਂ ਇਲਾਵਾ ਵੀ ਹੋਰ ਕੰਟਰੀਜ਼ ਦੇ ਵਿੱਚ ਵੀ ਇਹ ਆਪਣੀ ਜਿਹੜੀ ਇਹ ਮੁਹਿੰਮ ਹੈ ਉਸ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਉਸ ਦੇ ਸੰਬੰਧ ਵਿੱਚ ਲੋਕਾਂ ਨੂੰ ਮਿਲਦੇ ਰਹਿੰਦੇ ਨੇਗੇ। ਤੇ ਭਾਈ ਸਾਹਿਬ, ਤੁਸੀਂ ਦੱਸੋਗੇ ਕਿ ਪਹਿਲਾ ਕੁਐਸਚਨ ਇਹ ਹੈ ਕਿ ਐਡੇ ਕਿਹੜੇ ਕਾਰਨ ਬਣੇ ਕਿ ਜਿਹਦੇ ਕਰਕੇ ਤੁਹਾਨੂੰ ਆਪਣੀ ਇੱਕ ਸੰਸਥਾ ਦਾ ਗਠਨ ਕਰਨਾ ਪਿਆ ਤੇ ਉਹ ਸੰਸਥਾ ਦੇ ਗਠਨ ਦੀ ਜਿਹੜੀ ਸ਼ੁਰੂਆਤ ਆ ਉਹ ਕਿਵੇਂ ਹੋਈ ਤੇ ਤੁਹਾਨੂੰ ਕਿਹੜੀ ਚੀਜ਼ ਨੇ ਪਹਿਲਾਂ ਤੁਹਾਨੂੰ ਟ੍ਰਿਗਰ ਕੀਤਾ ਕਿ ਸਾਨੂੰ ਸੰਸਥਾ ਬਣਾਉਣੀ ਚਾਹੀਦੀ ਆ? ਇਹ ਜੀ 1980 ਵਿੱਚ ਤੇ ਗੱਲਾਂ ਚੱਲਦੀਆਂ ਸੀਗੀਆਂ। ਇੱਥੇ ਆਰਗੇਨਾਈਜੇਸ਼ਨ ਸੀਗੀ ਸ਼ੇਰੇ ਪੰਜਾਬ ਜੀ। ਇੱਥੇ ਬਰਮਿੰਘਮ ਸ਼ਹਿਰ ਹੈ UK ਦੇ ਵਿੱਚ, ਉੱਥੋਂ ਸ਼ੁਰੂ ਹੋ ਕੇ ਤੇ ਉਹਨਾਂ ਨੇ ਕਾਫੀ ਕਹਿ ਲਓ ਕਿ ਵੱਖ-ਵੱਖ ਸ਼ਹਿਰਾਂ ਵਿੱਚ ਉਹਨਾਂ ਨੇ ਬਣਾਈਆਂ ਹੋਈਆਂ ਸੀਗੀਆਂ ਜੀ। ਤੇ ਅਸੀਂ ਉਸ ਚੀਜ਼ ਦੇ ਅਵੇਅਰ ਸੀ ਪਰ ਅਸੀਂ ਆਪ ਇੱਥੇ, ਮੇਰੀ ਉਮਰ ਹੁਣ 59 ਦੀ ਆ ਤੇ ਮੈਂ 2 ਸਾਲਾਂ ਦਾ ਸੀ ਜਦੋਂ ਇੱਥੇ ਇੰਗਲੈਂਡ ਆਏ ਹਾਂ ਜੀ। ਸੋ ਅਸੀਂ ਇਹਨਾਂ ਚੀਜ਼ਾਂ ਦਾ ਅਵੇਅਰ ਸੀ ਪਰ ਅਸੀਂ ਏਦਾਂ ਨਹੀਂ ਸੀ, ਅਸੀਂ ਸਮਝਿਆ ਸੀਗਾ ਕਿ 1-2 ਕੇਸ ਹੁੰਦੇ ਆ ਨੈਚੁਰਲੀ, the problem is not that big। ਤੇ 97 ਦੇ ਵਿੱਚ ਜੀ ਆਪਣਾ ਇਹ 97 ਦੇ ਵਿੱਚ ਹੋਂਦ ਦੇ ਵਿੱਚ ਆਈ ਸੀਗੀ ਤੇ ਸਾਨੂੰ 97 ਦੇ ਵਿੱਚ ਇੱਕ ਨੌਜਵਾਨ ਲੜਕਾ, ਉਹ ਇੱਥੋਂ ਮੈਨਚੈਸਟਰ ਆ ਸ਼ਹਿਰ, ਸਾਡੇ ਤੋਂ ਕਰੀਬਨ
2 ਘੰਟੇ ਦਾ ਰਾਹ ਬਰਮਿੰਘਮ ਤੋਂ ਨਾਰਥ ਦੇ ਵਿੱਚ ਜੀ। ਉਹਦਾ ਸਾਨੂੰ ਫੋਨ ਆਇਆ ਸੀਗਾ ਤੇ ਉਹਨੇ ਸਾਨੂੰ ਟੈਲੀਵਿਜ਼ਨ ਦੇ ਤੇ ਰੇਡੀਓ ਤੇ ਦੇਖਿਆ ਸੀਗਾ ਕਿ ਉਸ ਟਾਈਮ ਤੇ ਅਸੀਂ 99 ਦੀ ਵਿਸਾਖੀ ਦੀ ਧੂਮ-ਧਾਮ ਦੇ ਨਾਲ ਸੈਲੀਬ੍ਰੇਸ਼ਨ ਮਨਾਉਣੀ ਸੀਗੀ ਤੇ ਸਾਨੂੰ ਗਵਰਨਮੈਂਟ ਵੱਲੋਂ ਕਾਫੀ ਖਰਚਾ ਮਿਲਿਆ ਸੀਗਾ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਪ੍ਰਮੋਟ ਕਰੋ ਜੀ। ਉਹਨੇ ਸਾਨੂੰ ਰੇਡੀਓ ਟੀਵੀਆਂ ਤੇ ਦੇਖਿਆ ਸੀਗਾ ਤੇ ਉਹਨੇ ਫਿਰ ਸਾਡਾ ਫੋਨ ਲੱਭ ਕੇ ਤੇ ਸਾਨੂੰ ਫੋਨ ਕੀਤਾ, ਕਹਿੰਦਾ ਵੀ ਮੇਰੀ ਮਦਦ ਕਰੋ। ਮੈਂ ਕਿਹਾ ਕੀ ਹੋਇਆ ਵੀਰਾ? ਕਹਿੰਦਾ ਮੇਰੀ ਭੈਣ 18 ਸਾਲ ਦੀ ਤੇ ਮੇਰੀ ਜਿਹੜੀ ਵਾਈਫ ਆ 20 ਸਾਲਾਂ ਦੀ, ਉਹ ਘਰੋਂ ਚਲ ਗਏ ਆ ਜੀ ਤੇ ਉਹਨਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ। ਤੇ ਮੈਂ ਉਹਨਾਂ ਨੂੰ ਸਲਾਹ ਦਿੱਤੀ, ਮੈਂ ਕਿਹਾ 5 ਗੁਰਦੁਆਰੇ ਆ ਮੈਨਚੈਸਟਰ ਸ਼ਹਿਰ ਦੇ ਵਿੱਚ, ਤੁਸੀਂ ਉਹਨਾਂ ਦੇ ਨਾਲ ਸਲਾਹ ਕਰੋ। ਤੇ ਉਹ ਕਹਿੰਦਾ ਮੈਂ ਜਾਇਆ, ਮੈਂ ਸਾਰੇ ਪਾਸੇ ਜਾਇਆ, ਮੇਰੀ ਬਾਂਹ ਨਹੀਂ ਕੋਈ ਪਕੜਦਾ। ਉਹ ਫਿਰ 15-20 ਮਿੰਟ ਚੰਗਾ ਧਾਹਾ ਮਾਰ ਕੇ ਰੋਇਆ ਤੇ ਫਿਰ ਅਸੀਂ ਕਿਹਾ ਚਲੋ ਅਸੀਂ ਤੈਨੂੰ ਮਿਲਣ ਆਉਂਦੇ ਆ। ਤੇ ਮੈਂ ਤੇ ਇਹ ਸਮਝਿਆ ਸੀ ਵੀ ਅਸੀਂ 2 ਬੱਚਿਆਂ ਦੇ ਨਾਲ ਗੱਲ ਕਰਨੀ ਆ। ਮੈਂ ਇਹਨੂੰ ਰਾਹ ਦੇ ਵਿੱਚ ਪੁੱਛਿਆ ਵੀ, ਮੈਂ ਕਿਹਾ ਵੀ ਤੈਨੂੰ ਜੇ ਘਰੋਂ ਹੀ ਚਲ ਗਈਆਂ ਤੇ ਤੈਨੂੰ ਕਿੱਦਾਂ ਪਤਾ ਕਿੱਥੇ ਆ? ਕਹਿੰਦਾ ਮੈਂ ਪ੍ਰਾਈਵੇਟ ਇਨਵੈਸਟੀਗੇਸ਼ਨ ਦੇ ਥਰੂ ਮੈਨੂੰ ਪਤਾ ਅੱਜ ਵੀ ਉਹ ਕਿੱਥੇ ਹੋਣੀਆਂ ਆ। ਤੇ ਭਾਈ ਸਾਹਿਬ ਤੁਸੀਂ ਜ਼ਰੂਰ ਗੱਲ ਕਰੋ, ਤੁਹਾਡੀ ਇੰਗਲਿਸ਼ ਤੇ ਪੰਜਾਬੀ ਤੁਹਾਡੀ ਟੌਪ ਆ ਤੇ ਇਹ ਤੁਹਾਡੀ ਸ਼ਾਇਦ ਗੱਲ ਸਮਝਣ ਧਰਮ ਦੇ ਪੱਖੋਂ ਜੀ। ਅਸੀਂ ਉੱਥੇ ਗਏ ਤੇ ਫਿਰ ਗਾਂਹ ਮੈਨੂੰ ਇੱਕ ਹੋਰ ਸ਼ਹਿਰ ਲੈ ਗਿਆ ਜਿੱਥੇ ਉਹ ਬੱਚੀਆਂ ਸੀਗੀਆਂ। ਉਸ ਸ਼ਹਿਰ ਦੇ ਵਿੱਚ ਜਦੋਂ ਅਸੀਂ ਗਏ ਆ ਤੇ ਅਸੀਂ ਉਹ ਨਾਰਥ ਦੇ ਵਿੱਚ ਸੀਗਾ, ਲੀਡਸ ਦੇ ਲਾਗੇ ਡਿਊਜ਼ਬਰੀ ਸ਼ਹਿਰ ਸੀਗਾ। ਉੱਥੇ ਜਦੋਂ ਅੰਦਰ ਬੜੇ ਆ ਤੇ ਉੱਥੇ 2 ਕੁੜੀਆਂ ਨਹੀਂ ਸੀਗੀਆਂ, 2 ਜਾਂ 3 ਕੁੜੀਆਂ ਨਹੀਂ ਸੀ, ਉੱਥੇ ਤੇ 200-300 ਬੱਚੀਆਂ ਸੀਗੀਆਂ ਆਪਣੀਆਂ ਜੀ। ਤੇ ਉਹ ਪ੍ਰੋਗਰਾਮ ਉੱਥੇ ਏਦਾਂ ਦਾ ਸੀ ਜਿੱਦਾਂ ਆਪਾਂ ਜਦੋਂ ਆਪਣੇ ਪੰਥ ਦੇ ਵਿੱਚ ਕੋਈ ਰਲਦਾ ਜਾਂ ਅੰਮ੍ਰਿਤ ਸੰਚਾਰ ਹੁੰਦਾ, ਆਪਾਂ ਸਾਰਿਆਂ ਨੂੰ ਐਤਵਾਰ ਨੂੰ ਸਰੋਪੇ ਦਿੰਦੇ ਆ ਜੀ। ਤੇ ਏਦਾਂ ਹੀ ਉਹਨਾਂ ਨੇ ਪ੍ਰੋਗਰਾਮ ਨਿਯਤ ਕੀਤਾ ਸੀ। ਤੇ ਉਹ ਜਿੱਦਾਂ ਕੋਈ 10 ਲੰਡਨ ਤੋਂ, 10 ਗਲਾਸਗੋ ਤੋਂ, 15 ਐਡਿਨਬਰਾ ਤੋਂ, ਬਰਮਿੰਘਮ ਤੋਂ 10-12, ਮੈਨਚੈਸਟਰ ਤੋਂ 2-3, ਜਿੰਨੀਆਂ ਜਿੱਦਾਂ ਇਕੱਠੇ ਕਰਕੇ ਪ੍ਰੋਗਰਾਮ ਉੱਥੇ ਸੀ ਉਹਨਾਂ ਦਾ। ਤੇ ਉੱਥੇ ਵੀ ਅਸੀਂ ਬੰਦਾ ਹੱਕਾ ਬੱਕਾ ਰਹਿ ਜਾਂਦਾ ਵੀ ਇਹ ਹੈ ਕੀ ਚੀਜ਼ ਆ। ਮੈਂ ਤੇ 2 ਬੰਦਿਆਂ ਦੇ ਨਾਲ ਗੱਲ ਕਰਨਾ ਸੀ ਤੇ ਇਹ ਤਾਂ ਸਾਡੇ ਵੀ ਸਿਰ ਤੋਂ ਉੱਪਰ ਵਾਲੀ ਗੱਲ ਆ। ਇਹ ਤਾਂ ਕਦੀ ਸੋਚਿਆ ਹੀ ਨਹੀਂ ਸੀ ਤੇ ਪਤਾ ਨਾ ਲੱਗੇ ਕੀ ਕਰਨਾ ਕੀ ਨਹੀਂ ਕਰਨਾ। ਤੇ ਉੱਥੇ ਫਿਰ ਸਾਨੂੰ ਕਹਿ ਲਓ 20-21 ਬੱਚੀਆਂ ਦੇ ਨਾਲ ਉਹ ਕਹਿੰਦੇ ਤੁਸੀਂ ਗੱਲ ਕਰ ਲਓ। ਤੇ ਅਸੀਂ ਉਹਨਾਂ ਦੇ ਨਾਲ ਫਿਰ ਗੱਲ ਕੀਤੀ। ਇਹ 1 ਘੰਟਾ ਅਸੀਂ ਗੱਲ ਕੀਤੀ, ਪਰ ਸਾਡੇ ਕਿਸੇ ਪਾਸੇ ਕਹਿ ਲਓ ਕਿ ਕੋਈ ਵੀ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਪੈ ਸਕੇ ਜੀ। ਤੇ ਫੇਰ ਸਾਨੂੰ ਉਹ ਜਿਹੜਾ ਉੱਥੇ ਦਾ ਮੌਲਵੀ ਸੀ ਉਹ ਕਹਿੰਦਾ ਤੁਸੀਂ ਜਾਓ ਹੁਣ। ਤੇ ਫੇਰ ਮੈਂ ਉਹਨੂੰ ਕਿਹਾ ਸੀਗਾ, ਮੈਂ ਕਿਹਾ ਵੀ ਮੈਨੂੰ ਹੱਲੇ ਤਾਂ ਇਹ ਵੀ ਸਮਝ ਨਹੀਂ ਆਉਂਦੀ ਇਹਨਾਂ ਨੇ ਧਰਮ ਕਿਉਂ ਚੇਂਜ ਕੀਤਾ। ਤੇ ਇਸੇ ਸਾਡੇ ਵਿਚਾਰ ਚੱਲ ਪਏ। ਤੇ ਉਹ ਕਹਿੰਦਾ ਮੈਂ ਤੁਹਾਨੂੰ ਦੱਸਦਾ। ਫਿਰ ਉਹਨੇ ਆਪਣੇ ਕੁਰਾਨ ਦੇ ਵਿੱਚੋਂ 2-3 ਆਇਤਾਂ ਸੁਣਾਈਆਂ ਤੇ ਮੈਂ ਕੁਰਾਨ ਦੇ ਨਾਲ ਉਹਦੇ ਨਾਲ ਡਿਬੇਟ ਕਰਨ ਲੱਗ ਪਿਆ, ਕਿਉਂਕਿ ਸਾਡੀ ਵੀ ਹੁਣ ਸਟੱਡੀ ਇੱਥੇ ਸਾਰੇ ਧਰਮਾਂ ਤੇ ਸਟੱਡੀ ਕੀਤੀ ਹੋਈ ਸੀ। ਉਹਦੇ ਕਈ ਚੀਜ਼ਾਂ ਮੈਂ ਕਿਹਾ ਜਿਹੜਾ ਉਹਨਾਂ ਨੂੰ ਗੁੱਸਾ ਲੱਗਾ ਬਹੁਤ ਜ਼ਿਆਦਾ। ਤੇ ਉਹਦੇ ਨਾਲ ਉਹ ਕੁੜੀਆਂ ਥੋੜੀਆਂ ਪ੍ਰਭਾਵਿਤ ਹੋ ਗਈਆਂ ਵੀ ਅਸੀਂ ਘੰਟਾ ਭਰ ਸਿੱਖੀ ਨੂੰ ਨਿੰਦਿਆ ਆ ਤੇ ਇਹ ਗੁੱਸੇ ਨਹੀਂ ਹੋਏ। ਤੇ ਇਹਨਾਂ ਨੇ 1-2 ਗੱਲਾਂ ਕੀਤੀਆਂ ਤੇ ਸਾਡਾ ਮੌਲਵੀ ਗੁੱਸੇ ਹੋ ਗਿਆ। ਉਹਨਾਂ ਨੇ ਫਿਰ ਸਾਨੂੰ ਇੱਕ ਪੇਪਰ ਤੇ ਲਿਖ ਕੇ ਟੈਲੀਫੋਨ ਫੜਾਇਆ ਸਾਨੂੰ, ਕੁੜੀ ਨੇ ਇੱਕ ਨੇ। ਤੇ ਬਾਕੀ ਜਦੋਂ ਅਸੀਂ ਨਿਕਲੇ ਆ ਸਾਡੀ ਗੱਡੀ ਵੀ ਭੰਨ ਦਿੱਤੀ, ਸਾਡੇ ਉੱਤੇ ਹਮਲਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਜਿਹੜੀ ਆਪਾਂ ਵਿਚਾਰ ਵਟਾਂਦਰਾ ਸੀ ਉਹ ਹਰ ਗਏ ਸੀਗੇ, ਉਹ ਹਰਦੇ ਸੀਗੇ। ਉਹਨਾਂ ਨੂੰ ਇੰਨਾ ਗੁੱਸਾ ਸੀ ਕਿ ਹੱਥੋਂ ਭਾਈ ਮੇਰੇ ਨਾਲ ਤੇ ਨਹੀਂ ਹੋਈ। ਜਦੋਂ ਮੈਂ ਗੱਡੀ 'ਚ ਬੈਠਾ ਉਦੋਂ ਮੇਰੀ ਗੱਡੀ ਵਿੱਚ ਚੰਗੇ ਚਿੱਬੜ ਚੁੱਪ ਪਾ ਤੇ ਉਹਨਾਂ ਨੇ ਬੋਡੀ ਭੰਨ ਦਿੱਤੀ। ਤੇ ਉਹ ਜਿਹੜਾ ਮੁੰਡਾ ਜਿਹਦੀ ਹੈਲਪ ਅਸੀਂ ਨਾਲ ਕਰਨ ਗਿਆ ਸੀ ਉਹ ਪਹਿਲੋਂ ਹੀ ਭੱਜ ਗਿਆ, ਉਹ ਖੜਾ ਹੀ ਨਹੀਂ ਰਿਹਾ ਉੱਥੇ। ਤੇ ਮੈਨੂੰ ਬੜਾ ਗੁੱਸਾ। ਤੇ ਫਿਰ ਮੈਂ ਆਣ ਕੇ ਮੋਟਰਵੇ ਤੋਂ ਆਪਣੇ ਹਾਈਵੇ ਤੋਂ ਫੋਨ ਕੀਤਾ ਆਪਣੇ ਦੋਸਤ ਨੂੰ। ਤੁਸੀਂ ਨਾ ਆਈ ਥਿੰਕ ਸੋ ਕਿ ਉੱਥੇ ਉਹ ਪ੍ਰੋਗਰਾਮ ਜਿਹੜਾ ਸੀ ਉਹਦਾ ਇੱਕ ਤੁਸੀਂ ਨਾਮ ਦਾ ਜ਼ਿਕਰ ਕੀਤਾ ਸੀਗਾ, ਉਹਦਾ ਜ਼ਿਕਰ ਕਰ ਦੋਗੇ? ਉਹ K2K ਸੀਗਾ ਜੀ। K2K ਜਦੋਂ ਪ੍ਰੋਗਰਾਮ ਦਾ ਨਾਂ ਹੀ K2K ਰੱਖਿਆ ਸੀ ਤੇ ਮੈਂ ਵੀ ਜਦੋਂ ਬੜਿਆ ਅੰਦਰ ਮੈਂ ਵੀ ਆਪਣਾ ਸਿਰ ਖੁਰਕਦਾ ਸੀ। ਮੈਂ ਸੋਚਦਾ ਸੀਗਾ ਕਿ ਇਹ ਪ੍ਰੋਗਰਾਮ
ਇਹਦਾ ਮਤਲਬ ਕੀ ਆ। ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਤੁਹਾਨੂੰ ਚੰਗਾ ਨਹੀਂ ਲੱਗਣਾ ਪਰ ਮੈਂ ਤੁਹਾਨੂੰ ਦੱਸ ਦਿੰਦੇ ਹਾਂ, ਅਸੀਂ ਦੱਸ ਦਿੰਦੇ ਹਾਂ। ਮੈਂ ਕਿਹਾ ਦੱਸੋ ਤਾਂ ਸਹੀ। ਉਹ ਕਹਿੰਦੇ ਵੀ ਜਿਹੜੇ ਆ ਕੋਰਸ ਆ ਜਿੰਨੀਆਂ ਹੈਗੀਆਂ ਦੱਸਦੀਆਂ ਕੋਰ ਇਹ ਖਾਨ ਬਣੀਆਂ। ਪ੍ਰੋਗਰਾਮ ਹੀ ਉਹਨਾਂ ਨੇ ਇਦਾਂ ਦਾ ਟਾਈਟਲ ਦਿੱਤਾ ਹੋਇਆ ਸੀਗਾ ਜੀ। ਉਹ ਵੀ ਅਸੀਂ ਜਦੋਂ ਮੁੜ ਕੇ ਉਹ ਦੋਸਤ ਮੇਰੇ ਮਿੱਤਰ ਨੇ ਉਹ ਕਹਿੰਦਾ ਤੁਸੀਂ ਭਾਈ ਸਾਹਿਬ ਆ ਜਾਓ, ਗੱਡੀ ਦਾ ਤੁਸੀਂ ਵਰੀ ਨਾ ਕਰੋ, ਆਪਾਂ ਰਿਪੇਅਰ ਕਰ ਲਵਾਂਗੇ, ਤੁਸੀਂ ਫਿਕਰ ਨਾ ਕਰੋ। ਉਦੋਂ ਫਿਰ ਅਸੀਂ ਇਹ 4-5 ਸਿੰਘ ਜਿਹੜੇ ਪੜ੍ਹੇ ਲਿਖੇ ਸੀਗੇ ਸਿੰਘ, ਹੁਣ ਤਾਂ ਮੇਰਾ ਖਿਆਲ 2 ਤਾਂ ਇੱਥੇ ਆਸਟ੍ਰੇਲੀਆ ਵਿੱਚ ਹੀ ਆ ਤੇ ਇੱਧਰ ਕੈਨੇਡਾ ਤੇ ਅਮਰੀਕਾ ਵਾਲਿਆ, ਤੇ ਮੈਂ ਇਕੱਲਾ ਇੱਥੇ ਆ ਜਿਹੜਾ ਓਰੀਜਨਲ ਮੈਂਬਰਸ਼ਿਪ ਦੇ ਵਿੱਚੋਂ ਸੀਗੇ। ਤੇ ਮੇਰਾ ਖਿਆਲ ਨਿਊਜ਼ੀਲੈਂਡ ਵੀ ਇੱਕ ਸਾਡਾ ਸਿੰਘ ਆ। ਤੇ ਉਹ ਜਦੋਂ ਅਸੀਂ 5 ਬੰਦਿਆਂ ਨੇ ਨੀਅਤ ਕੀਤੀ, ਫਿਰ ਅਸੀਂ ਕਿਹਾ ਵੀ ਲਾਗੇ ਛਾਗੇ ਜਿਹੜੀ ਚੀਜ਼ ਆਪਾਂ ਦੇਖੀ ਉਹ ਤਾਂ ਦੱਸੀਏ ਸਾਰਿਆਂ ਨੂੰ ਵੀ ਆਹ ਚੀਜ਼ ਦੇਖੀ ਆ। ਤੇ ਫਿਰ ਲੋਕਲ ਜਿਹੜੇ ਗੁਰਦੁਆਰੇ ਸੀ, 1-2 ਲੋਕਲ ਗੁਰਦੁਆਰਿਆਂ ਵਿੱਚ ਹਾਲਾਂ ਵਿੱਚ ਮੀਟਿੰਗਾਂ ਕੀਤੀਆਂ। ਹੌਲੀ ਹੌਲੀ ਕਰਦੇ ਕਰਦੇ ਥੋੜੀ ਵੱਡੇ ਪੱਧਰ ਤੇ ਚੱਲ ਗਈ, ਆਪਣੇ ਵੈਸਟ ਮਿਡਲੈਂਡ ਦੇ ਪੱਧਰ ਤੇ ਏਰੀਏ ਤੇ ਹੋ ਗਈ। ਏਰੀਏ ਤੋਂ ਫਿਰ ਹੌਲੀ ਜਿੱਦਾਂ ਜਿੱਦਾਂ ਗਾਂ ਕਰਕੇ ਸਾਡੇ ਕੇਸ ਵੀ ਕਾਫੀ ਸਕਸੈਸਫੁਲ ਸੀ। ਉਹ 2 ਵੀਕਾਂ ਵਿੱਚ ਅਸੀਂ 13 ਬੱਚੀਆਂ ਵਾਪਸ ਲਿਆਂਦੀਆਂ ਸੀ ਉੱਥੋਂ। ਤੇ ਉਹ 13 ਬੱਚੀਆਂ ਦੇ ਬਾਅਦ ਜਦੋਂ ਅਸੀਂ ਘਰ ਲੈ ਕੇ ਗਏ, ਘਰ ਦੇ ਵੀ ਨਹੀਂ ਸੀ ਐਕਸੈਪਟ ਕਰਦੇ, ਘਰ ਦੇ ਵੀ ਨਹੀਂ ਸੀ ਰੱਖਦੇ। ਫਿਰ ਉਹ ਬੱਚੀਆਂ ਨੂੰ ਹੌਲੀ ਹੌਲੀ ਵਿਆਹਿਆ ਤੇ ਸਕੂਲਾਂ ਵਿੱਚ ਮੁੜ ਕੇ ਲਾਈਆਂ। ਤੇ ਹੱਲੇ ਤਾਈਂ ਵੀ ਸਾਡੇ ਨਾਲ ਉਹ ਸਾਡੀ ਉਹਨਾਂ ਦੀ ਕਹਿ ਲਓ ਇੱਕ ਸਾਨੂੰ ਇੱਕ ਪਰਿਵਾਰਕ ਤੌਰ ਤੇ ਅਸੀਂ ਸਮਝਦੇ ਹਾਂ ਸਾਰੇ, ਹਨਾ। ਜੀ। ਤੇ ਉਹ ਹੌਲੀ ਹੌਲੀ ਵੱਡੇ ਹੋ ਗਏ, ਯੂਕੇ ਪੜ੍ਹਦੇ ਚੱਲ ਗਿਆ। ਤੇ ਫਿਰ ਆਪਣੇ 2013 ਦੇ ਵਿੱਚ ਬਹੁਤ ਵੱਡਾ ਕੇਸ ਹੋਇਆ ਸੀ ਲੈਸਟਰ ਸ਼ਹਿਰ ਦੇ ਵਿੱਚ, ਜਿੱਥੇ ਆਪਣੀ ਇੱਕ ਸਿੱਖਾਂ ਦੀ ਬੱਚੀ ਸੀ ਤੇ 10 ਬੰਦੇ ਉਹਨੂੰ ਵੇਚਦੇ ਸੀਗੇ। ਤੇ ਉਹਨੂੰ 4-4 5-5 ਬੰਦਿਆਂ ਦੇ ਨਾਲ ਸੌਣਾ ਪੈਂਦਾ ਸੀ ਦਿਹਾੜੀ ਦਾ, ਸਕੂਲੋਂ ਆਣ ਕੇ। ਸਕੂਲ ਦੇ ਵਿੱਚ ਜਦੋਂ ਬ੍ਰੇਕ ਵੀ ਹੁੰਦੀ ਸੀ ਉਹਦੀ, ਜੇ 12 ਵਜੇ ਬ੍ਰੇਕ ਹੋਈ ਤਾਂ ਉਹ 12 ਵਜੇ ਬਾਹਰ ਖੜੇ ਹੁੰਦੇ ਸੀਗੇ। ਫਿਰ 2 ਘੰਟੇ ਉਹਦੇ ਕੋਲ ਉਹ ਧੰਦਾ ਕਰਾ ਕੇ ਤੇ ਮੁੜ ਕੇ ਸਕੂਲੇ ਛੱਡ ਦੇਣਾ। ਤੇ ਮਾਪੇ ਫਿਰ ਉਹਨੂੰ ਬਾਅਦ ਦੇ ਚੁੱਕ ਤੇ ਮਾਪਿਆਂ ਨੂੰ ਪਤਾ ਹੀ ਨਹੀਂ ਸੀਗਾ। ਤੇ ਏਦਾਂ ਚੱਲਦੀ। ਫਿਰ ਉਹ BBC ਵਾਲੇ ਜਿਹੜੇ ਆਪਣੇ ਇੱਥੇ ਨੈਸ਼ਨਲ ਟੀਵੀ ਆ, ਤੁਹਾਨੂੰ ਪਤਾ ਵਰਲਡ ਵਾਈਡ ਰਿਨਾਊਂਡ ਆ BBC ਵਾਲੇ, ਉਹਨਾਂ ਨੇ ਫਿਰ ਸਾਨੂੰ 1 ਸਾਲ ਫੋਲੋ ਕੀਤਾ। 1 ਸਾਲ ਉਹਨਾਂ ਨੇ ਸਾਨੂੰ, ਜਿੱਥੇ ਵੀ ਅਸੀਂ ਕੇਸ ਸੀਗੇ ਕਈ, ਅਸੀਂ ਉਹਨਾਂ ਨੂੰ 18 ਕੇਸ ਦਿੱਤੇ ਸੀਗੇ। ਤੇ ਉਹ ਫਿਰ ਉਹਨਾਂ ਨੇ 2013 ਸਤੰਬਰ ਦੀ 2 ਤਰੀਕ ਨੂੰ ਉਹਨਾਂ ਨੇ ਉਹ ਦਿਖਾਲਿਆ ਸੀ ਟੈਲੀਵਿਜ਼ਨ ਨੈਸ਼ਨਲ ਟੀਵੀ ਦੇ ਉੱਤੇ ਆਪਣੇ। ਤੇ ਡੋਰ ਟੂ ਡੋਰ ਜਿੱਦਾਂ ਸਾਰਿਆਂ ਦੇ ਕੋਲ ਗਈ ਚੀਜ਼, ਉਹਦੇ ਨਾਲ ਫਿਰ ਸਾਡੀ ਜਿਹੜੀ ਕਹਿ ਲਓ ਕਿ ਵਰਲਡ ਵਾਈਡ ਆਪਣਾ ਕਹਿ ਲਓ ਅਮਰੀਕਾ ਕੈਨੇਡਾ ਸਾਰੇ ਪਾਸੇ ਉਹਦੇ ਨਾਲ ਉਹ ਇੱਕ ਅਵੇਅਰਨੈਸ ਸੁਸਾਇਟੀ ਦਾ ਕੰਮ ਖੁੱਲ ਗਿਆ। ਤੇ ਹੁਣ ਤਾਂ ਸਾਡੀਆਂ ਟੀਮਾਂ ਕੈਨੇਡਾ ਵਿੱਚ ਵੀ ਆ, ਅਮਰੀਕਾ ਵਿੱਚ ਵੀ ਆ। ਤੇ ਜਿੱਥੇ ਕੈਨੇਡਾ ਵਿੱਚ ਵੀ ਹੁਣ ਇਹ ਕੰਮ ਕਾਫੀ ਹੋਣ ਲੱਗ ਪਿਆ। ਅਸੀਂ ਕੋਈ 75 ਕੇਸ ਕੈਨੇਡਾ ਵਿੱਚੋਂ ਵੀ ਕੀਤੇ ਆ। ਤੇ ਹੁਣ ਰੀਸੈਂਟਲੀ ਅਲਬਰਟਾ ਦੇ ਏਰੀਏ ਦੇ ਵਿੱਚ ਪੂਰੀ ਗੈਂਗ ਫੜ ਹੋਈ ਆ, ਸਮਾਲੀਅਨ ਗੈਂਗ। ਸੋ ਏਦਾਂ ਗਾਂ ਦੀ ਗਾਂ ਯੂਰਪ ਦੇ ਵਿੱਚ ਤਾਂ ਕੰਮ ਕਰੀਦਾ ਸੀ। ਤੇ ਕਈਆਂ ਨੂੰ ਇੱਥੇ ਆਪਣੇ ਆਸਟ੍ਰੇਲੀਆ ਵਿੱਚ ਤੇ ਆਪਣੇ ਨਿਊਜ਼ੀਲੈਂਡ ਦੇ 2 ਪਰਿਵਾਰ ਆ ਜਿਨ੍ਹਾਂ ਨੂੰ ਆਪਾਂ ਐਡਵਾਈਸ ਦਿੱਤੀ ਆ ਵੀ ਤੁਸੀਂ ਆਹ ਕਰੋ ਉਹ ਕਰੋ ਕਰਕੇ। ਨਿਊਜ਼ੀਲੈਂਡ ਦੇ ਜਿਹੜੇ ਪਰਿਵਾਰ ਨੇ ਉਹਨਾਂ ਨਾਲ ਵੀ ਸੇਮ ਕਾਈਂਡ ਦਾ ਹੈਪਨਿੰਗ ਹੋਇਆ? ਨਹੀਂ, ਉਹਨਾਂ ਦਾ ਇੰਟਰਨਲ ਗਰੂਮਿੰਗ ਹੋਈ ਸੀ। ਉਹਨਾਂ ਦੀ ਜਿਹੜੀ ਸੀਗੀ, ਸਮਝ ਗਿਆ ਮੈਂ। ਹਾਂਜੀ, ਉਹਨਾਂ ਦੀ ਸੀਗੀ ਕਿ ਜਿੱਦਾਂ ਘਰ ਦੇ ਬੰਦਿਆਂ ਨੇ ਕੀਤਾ ਸੀਗਾ, ਗਰੂਮ ਕੀਤਾ ਸੀ ਤੇ ਬੱਚੇ ਨੂੰ ਕੁਆਇਟ ਰੱਖਦੇ ਸੀ। ਤੇ ਇੱਕ ਸੀਗਾ ਗਿਆਨੀ, ਹਨਾ। ਤੇ ਏਦਾਂ ਫਿਰ ਸਾਰੀ ਵਰਲਡ ਵਾਈਡ ਹੁਣ ਇੱਥੇ ਤੁਸੀਂ ਲਾ ਲਓ ਕੋਈ ਇਲਾਕਾ ਨਹੀਂ ਜਿਹੜਾ ਆਪਾਂ ਨਹੀਂ ਗਏ ਤੇ ਕੇਸਾਂ ਦੇ ਰਾਹੀਂ। ਹੁਣ 22 ਸਟੇਟਾਂ ਅਮਰੀਕਾ ਦੀਆਂ ਕਵਰ ਕੀਤੀਆਂ ਸਾਰੀਆਂ, ਆਪਣੀਆਂ ਜਿੰਨੀਆਂ ਜਿੱਥੇ ਵੀ ਆਪਣੀ ਸਿੱਖ ਨੇਸ਼ਨ ਬੈਠੀ ਉੱਥੇ ਗਏ ਆ। ਤੇ 24 ਘੰਟੇ ਦੀ ਲਾਈਨ ਆਪਣੀ ਚੱਲਦੀ ਆ। ਤੇ ਇੰਟਰਨੈਟ ਤੇ ਸਾਨੂੰ ਕੋਈ ਵੀ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ। ਜੇ ਕਿਸੇ ਨੂੰ ਸੋਲੂਸ਼ਨ ਚਾਹੀਦਾ ਜਾਂ ਕੋਈ ਪ੍ਰੋਬਲਮ ਦੇ ਵਿੱਚ ਹੈ ਜਾਂ ਕਾਉਂਸਲਿੰਗ ਚਾਹੀਦਾ, ਸਾਡੇ ਕੋਲ ਸਪੈਸ਼ਲਿਸਟ ਕਾਉਂਸਲਰ ਆ, ਟਰੋਮਾ ਕਾਉਂਸਲਿਸਟ ਆ, ਸਪੈਸ਼ਲਿਸਟ ਸਾਈਕੇ, ਹੋਲਿਸਟਿਕ ਹੀਲਿੰਗ, ਸਾਰੀਆਂ ਚੀਜ਼ਾਂ ਸਾਡੇ ਕਹਿ ਲਓ ਕਿ ਟੀਮ ਦੇ ਵਿੱਚ ਹੈਗੀਆਂ ਜਿਹੜੀਆਂ ਕਿ ਲੋੜ ਹੁੰਦੀ ਆ। ਕਿਉਂਕਿ ਇੱਕ ਦਵਾਈ ਇੱਕ ਬੱਚੇ ਦੇ ਨਾਲ ਨਹੀਂ ਕਰਦੀ, ਕਦੀ ਤੁਹਾਨੂੰ ਦੂਜੀ ਥੈਰੇਪੀ ਦੇਣੀ ਪੈਂਦੀ ਆ ਬੱਚੇ, ਡਿਪੈਂਡਿੰਗ ਅਪਨ ਦੀ ਲੈਵਲ ਆਫ ਅਬਿਊਜ਼ ਜਿਹੜਾ ਹੁੰਦਾ ਆ। ਸੋ ਇਹ ਆਪਣੀ ਹੰਬਲ ਬਿਗਿਨਿੰਗ ਸੀ 97 ਤੋਂ। ਹੁਣ ਤੇ ਏਦਾਂ ਆ ਵੀ ਵੀਰਾ ਤੁਹਾਨੂੰ ਸੱਚ ਦੱਸੀਏ, ਸਿਰ ਖੁਰਕਣ ਨੂੰ ਟਾਈਮ ਨਹੀਂ ਮਿਲਦਾ। ਜੀ। ਕਰਕੇ ਜਿੰਨਾ ਵੱਡਾ ਤੁਹਾਡਾ ਸਕਸੈਸ ਆ,
ਉਨਾ ਹੀ ਗਾਂ ਦੀ ਗਾਂ ਗੱਲਾਂ ਜਾਣੀਆਂ ਤੇ ਉਨੇ ਕੇਸ ਆਉਣੇ ਆ। ਤੇ ਕਦੀ ਕਦੀ ਤੇ ਏਦਾਂ ਜੀ ਕਰਦਾ ਹੁੰਦਾ ਵੀ ਟੈਲੀਫੋਨ ਬੰਦ ਕਰਕੇ ਤੇ ਚੱਕੇ ਹੀ ਨਾ 2-3 ਦਿਨ ਚੱਕੇ ਹੀ ਨਾ ਜਾਣੀ। ਰਾਤ ਨੂੰ ਨੀਂਦ ਨਹੀਂ ਆਉਂਦੀ। ਹਲੇ ਤੱਕ ਵੀ ਦੇਖ ਲਓ 22-23 ਸਾਲ ਹੋ ਗਏ ਕਰਦਿਆਂ ਨੂੰ, ਪਰ ਜਦੋਂ ਫੇਰ ਸੁਣੀਦਾ ਕਿ ਸਿੱਖਾਂ ਦੀ ਕੁੜੀ ਦੇ ਨਾਲ ਆ ਹੋਏ ਜਾਂ ਗਈ ਆ, ਫੇਰ ਮਨ ਬੜਾ ਖਰਾਬ ਹੁੰਦਾ। ਜੀ ਜੀ। ਅੱਛਾ, ਤੁਸੀਂ ਇਹ ਦੱਸੋਗੇ ਕਿ ਇਹਦੇ ਪਿੱਛੇ ਕੀ ਕਾਰਨ ਆ ਕਿ ਗਰੂਮਿੰਗ ਲੋਕ ਕਰਦੇ ਨੇ ਤੇ ਉਹ ਅੰਡਰ ਏਜ ਲੜਕੀਆਂ ਜਾਂ ਵੂਮਨ ਨੂੰ ਹੀ ਟਾਰਗੇਟ ਕਰਦੇ ਨੇ? ਮੈਂ ਇੱਕ ਸਟੇਟਮੈਂਟ ਪੜ੍ਹੀ ਸੀ ਜੈਕ ਸਟਰੋ ਦੀ ਕਿ ਉਹ ਕਹਿ ਰਹੇ ਸਨ ਕਿ ਗਰਲਸ ਆਰ ਸੀਮਡ ਐਜ਼ ਈਜ਼ੀ ਮੀਟ ਟੂ ਥੀਸ ਪੀਪਲ। ਸੋ ਹਾਂਜੀ, ਇਹਦਾ ਪਰ ਕਾਰਨ ਉਹ ਕੀ ਵੀ ਆ ਏਦਾਂ grooming? ਆ ਵੀ ਇਹ ਜਦੋਂ ਇਹ ਸੀਗਾ ਇਹ ਹੋਮ ਸੈਕਟਰੀ, ਉਦੋਂ ਅਸੀਂ ਬਥੇਰੀਆਂ ਮਿਹਨਤਾਂ ਕੀਤੀਆਂ ਇਹਦੀਆਂ ਵੀ ਆਹ ਹੋ ਰਿਹਾ ਉਦੋਂ ਨਹੀਂ ਸੀ ਮੰਨਦੇ ਇਹ। ਅੱਛਾ ਜੀ। ਇਹ ਹੋਮ ਸੈਕਟਰੀ ਜੈਕ ਸਟੋ ਟੋਨੀ ਬਲੇਅਰ ਦੀ ਗਵਰਨਮੈਂਟ ਦੇ ਵਿੱਚ ਰਿਹਾ ਆ ਤੇ ਉਦੋਂ ਇਹਨੇ ਸਾਨੂੰ ਲਾਗੇ ਨਹੀਂ ਲੱਗਣ ਦਿੱਤਾ ਵੀ ਇਹ ਗੱਲਾਂ ਹੈ ਨਹੀਂ ਗਿਆ। ਤੇ ਜਦੋਂ ਇਹ ਹੋਮ ਸੈਕਟਰੀ ਉਤਰਿਆ, ਇਹ ਜਿਹੜੀ ਸਪੀਚ ਹੈ ਈਜ਼ੀ ਮੀਟ ਨਾ, ਉਹ ਇਹਦੀ ਬਾਅਦ ਦੇ ਵਿੱਚ ਕੀਤੀ ਹੋਈ ਆ, ਜਦੋਂ ਇਹਦੇ ਕੋਲ ਪਾਵਰ ਨਹੀਂ ਸੀਗੀ। ਸੋ ਆਪਣੀਆਂ ਕੁੜੀਆਂ ਦਾ ਮੇਨ ਚੀਜ਼ ਇਹ ਆ ਕਿ ਜਦੋਂ ਹਨਾ ਤੀਜੀ ਪੀੜ੍ਹੀ ਹੋ ਜਾਵੇ ਕਿਸੇ ਵੀ ਮੁਲਕ ਦੇ ਵਿੱਚ, ਤੇ ਜਿੱਦਾਂ ਹੁਣ ਤੁਸੀਂ ਗਏ ਆ, ਮਾਈਗ੍ਰੇਟ ਹੋਏ ਆ, ਤੁਸੀਂ ਨਿਊਜ਼ੀਲੈਂਡ ਤੋਂ ਬੋਲਦੇ ਆ, ਤੁਸੀਂ ਪੰਜਾਬ ਦੀ ਤੁਹਾਡੀ ਸਕੂਲਿੰਗ, ਤੁਹਾਡੀ ਸਾਰਾ ਕੁਝ ਪੰਜਾਬ ਦੇ ਵਿੱਚ ਉੱਠ ਕੇ ਤੁਸੀਂ ਉੱਥੇ ਨਿਊਜ਼ੀਲੈਂਡ ਚਲ ਗਏ ਆ, ਤੁਹਾਡਾ ਕਲਚਰਲ ਬੈਕਗਰਾਉਂਡ, ਤੁਹਾਡਾ ਧਾਰਮਿਕ ਬੈਕਗਰਾਉਂਡ, ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਆ, ਠੀਕ ਹੈ ਨਾ। ਉਹ ਫਿਰ ਜਦੋਂ ਨੈਕਸਟ ਜਨਰੇਸ਼ਨ ਆਉਂਦੀ ਆ ਉਹਨਾਂ ਨੂੰ 50% ਹੀ ਹੁੰਦਾ ਆ, ਤੇ ਜਿਹੜੀ ਤੀਜੀ ਜਨਰੇਸ਼ਨ ਜੇ ਤਾਂ ਬਚ ਜਾਵੇ, ਨਹੀਂ ਤੇ ਕਰੀਬਨ ਮੈਂ ਤੇ ਤੁਹਾਨੂੰ ਦੱਸ ਦਿੰਦਾ ਹਾਲ ਏਦਾਂ ਦਾ ਵੀ ਹੋਇਆ ਆ ਵੀ ਗੁਰਦੁਆਰੇ ਤਾਂ ਹਰੇਕ ਟਾਊਨਾਂ ਵਿੱਚ ਆ, ਪਰ ਕਈਆਂ ਬੰਦਿਆਂ ਨੂੰ ਤੇ ਇਹ ਵੀ ਨਹੀਂ ਪਤਾ ਮੂਲ ਮੰਤਰ ਵੀ ਕੀ ਆ, ਕਦੀ ਪੜ੍ਹ ਕੇ ਨਹੀਂ ਦੇਖਿਆ ਵੀ ਵਿਆਹ ਸ਼ਾਦੀਆਂ ਨੂੰ ਗੁਰਦੁਆਰੇ ਜਾਣਾ ਜਾਂ ਕਿਸੇ ਨੇ ਇਨਵਾਈਟ ਕਰਨਾ। ਹੁਣ ਜਿਸ ਇਨਸਾਨ ਨੂੰ ਆਪਣੇ ਧਰਮ ਬਾਰੇ ਪਤਾ ਨਹੀਂ, ਖਾਲੀ ਆ, ਉਹਨੂੰ ਕੋਈ ਬਾਹਲੀ ਪੱਟਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉੱਥੇ ਜਿਹੜਾ ਨਹੀਂ ਗਈ, ਉੱਥੇ ਕੋਈ ਡਿਸਕਸ਼ਨ ਨਹੀਂ, ਉੱਥੇ ਕੋਈ ਆਰਗੂਮੈਂਟ ਨਹੀਂ ਗਈ, ਹਨਾ। ਜਿਸ ਚੀਜ਼ ਦੀ ਜਾੜੀ ਹੈ ਨਹੀਂ ਤੇ ਉਸ ਚੀਜ਼ ਨੂੰ ਪੱਟਣ ਦੀ ਕੀ ਲੋੜ ਹੈ? ਉਹ ਤੇ ਏਦਾਂ ਜਿੱਦਾਂ ਟਾਹਣੀ ਤੋਂ ਪੱਤਾ ਡਿੱਗਿਆ ਤਾਂ ਹਵਾ ਜਿੱਧਰ ਨੂੰ ਆਉਂਦੀ ਉਧਰ ਨੂੰ ਉੱਡ ਕੇ ਚੱਲ ਜਾਂਦਾ ਜੀ। ਸੋ ਆਹ ਪ੍ਰੋਬਲਮ ਸਾਨੂੰ ਬਹੁਤ ਪੈ ਰਹੀ ਆ, ਕਿਉਂਕਿ ਜੇ ਆਪਾਂ ਤੁਹਾਡੇ ਲਾਗੇ ਆ ਮੁਲਕ ਮਲੇਸ਼ੀਆ ਨੂੰ ਇਮੀਗ੍ਰੇਸ਼ਨ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਜ਼ਿਆਦੀ ਇੰਡੀਆ ਤੋਂ, ਆਪਣੇ ਪੰਜਾਬ ਤੋਂ ਮਲੇਸ਼ੀਆ ਗਈ ਆ ਜੀ। ਮਲੇਸ਼ੀਆ 5-6 ਪੀੜ੍ਹੀਆਂ ਹੋ ਗਈਆਂ ਆ, ਤੇ ਮਲੇਸ਼ੀਆ ਦੀ ਤੀਜੀ ਪੀੜ੍ਹੀ ਨੂੰ ਵੀ ਇਹ ਪ੍ਰੋਬਲਮਾਂ ਆਉਂਦੀਆਂ ਸੀਗੀਆਂ। ਤੇ ਮਲੇਸ਼ੀਆ ਦੀ ਤੀਜੀ ਪੀੜ੍ਹੀ ਨੇ ਫਿਰ ਇਹਨਾਂ ਨੇ ਬਹੁਤ ਵੱਡੀ ਪੱਧਰ ਤੇ ਮੀਟਿੰਗਾਂ ਕੀਤੀਆਂ, ਤੇ ਇਹਨਾਂ ਨੇ ਗਿਆਨੀ ਵੀ ਉਹ ਰੱਖੇ ਜਿਹੜੇ ਗੁਰਮੁਖੀ ਵੀ ਜਾਣਦੇ ਸੀ, ਮਲਈਆ ਵੀ ਜਾਣਦੇ ਸੀ, ਤੇ ਪੰਜਾਬੀ ਵੀ ਜਾਣਦੇ ਸੀਗੇ, ਸੋ ਦੈਟ ਜਿਹੜਾ ਵੀ ਕੋਈ ਆਵੇ ਗੁਰਦੁਆਰੇ 'ਚ ਉਹਦੇ ਨਾਲ ਕਮਿਊਨੀਕੇਟ ਕੀਤਾ ਜਾਵੇ। ਹੁਣ ਸਾਡੇ ਇੱਥੇ ਪ੍ਰੋਬਲਮ ਕਹਿ ਲਓ, ਬਹੁਤ ਪ੍ਰੋਬਲਮ ਹੈ, ਕੈਨੇਡਾ ਵਿੱਚ ਪ੍ਰੋਬਲਮ, ਅਮਰੀਕਾ ਵਿੱਚ ਪ੍ਰੋਬਲਮ ਹੈ। ਜੇ ਬੱਚੇ ਨੂੰ ਕੋਈ ਪ੍ਰੋਬਲਮ ਆ, ਬੱਚਾ ਘਰ ਨਹੀਂ ਦੱਸ ਸਕਦਾ ਤੇ ਉਹ ਗੁਰਦੁਆਰੇ ਵੀ ਨਹੀਂ ਦੱਸ ਸਕਦਾ, ਕਿਉਂਕਿ ਇੱਕ ਲੈਂਗੁਏਜ ਬੈਰੀਅਰ ਹੋ ਗਿਆ ਉੱਥੇ, ਹੈ ਨਾ ਜੀ। ਅੱਛਾ, ਤੇ ਜੇ ਇਸ ਜਿਹੜੀ ਗਰੂਮਿੰਗ ਦੇ ਵਿੱਚ ਕੋਈ ਪੈਸਾ ਵੀ ਜੁੜਿਆ ਹੋਇਆ, ਕੋਈ ਆਰਗੇਨਾਈਜੇਸ਼ਨਾਂ ਵੀ ਜੁੜੀਆਂ ਹੋਈਆਂ ਕਿ ਇੱਕ ਤਰੀਕੇ ਨਾਲ ਜਿਵੇਂ ਇਹ ਲੱਗ ਰਿਹਾ ਕਿ ਆਰਗੇਨਾਈਜ਼ ਕ੍ਰਾਈਮ ਹੈ? ਇਹ ਤਾਂ ਅਸੀਂ ਲੀਫਲੇਟ ਅਸੀਂ ਆਪ ਚੱਕੇ ਸੀ, ਇਹ ਆਪ ਸਾਡੇ ਕੋਲ ਲੀਫਲੇਟ ਵੀ ਆਏ ਸੀ। ਅਸੀਂ ਇੱਕ ਪ੍ਰੋਗਰਾਮ ਲੁੱਟਣ ਕਰ ਰਹੇ ਸੀਗੇ ਤੇ ਉਦੋਂ ਅਸੀਂ ਲੀਫਲੇਟ ਚੱਕੇ ਸੀਗੇ। ਲੀਫਲੇਟ ਸੀ ਮੇਰਾ ਖਿਆਲ ਕੋਈ ਆਰਗੇਨਾਈਜੇਸ਼ਨ ਕੋਲ ਦਾ ਖਲੀਫਾ ਕੁਛ ਜੀ, ਉੱਤੇ ਨੰਬਰ ਵੀ ਲਿਖਿਆ ਸੀ 786 ਖਲੀਫਾ। ਤੇ ਉਸ ਲੀਫਲੇਟ ਦੇ ਵਿੱਚ ਦੱਸਿਆ ਗਿਆ ਆ ਵੀ ਆਹ ਚੀਜ਼ਾਂ ਤੁਸੀਂ ਕਰੋ, ਤੇ ਜੇ ਤਾਂ ਕੋਈ ਗੋਰਿਆਂ ਦੀ ਕੁੜੀ ਆ ਉਹਨੂੰ 1000 ਪਾਉਂਡ ਮਿਲਦਾ ਸੀਗਾ, ਤੇ ਏਦਾਂ ਫਿਗਰ ਸੀ। ਤੇ ਜਿੱਥੇ ਆਪਣੀਆਂ ਹਿੰਦੂਆਂ ਦੀਆਂ ਤੇ ਸਿੱਖਾਂ ਦੀਆਂ ਕੁੜੀਆਂ ਦੇ ਉੱਥੇ 10000 ਪਾਉਂਡ ਦਾ ਫਿਗਰ ਸੀਗਾ। ਓਕੇ, ਸੋ ਜਿਹੜਾ ਬੰਦਾ ਗਰੂਮ ਕਰਦਾ ਸੀ ਜਾਂ ਆਪਣੇ ਲਿਆਉਂਦਾ ਸੀ ਤੇ ਪ੍ਰੂਵ ਕਰ ਦੇਵੇ ਸਿੱਖਾਂ ਦੀ ਤੇ ਹਿੰਦੂਆਂ ਦੀ ਕੁੜੀ ਆ, ਉਹਨੂੰ ਮਾਇਆ ਵੀ ਮਿਲਦੀ ਸੀ, ਉਹਨੂੰ ਸਪੋਰਟ ਵੀ ਮਿਲਦੀ ਸੀ, ਉਹਨੂੰ ਸਾਰਾ ਕੁਝ ਮਿਲਦਾ ਸੀ। ਤੇ ਉਹ ਆਰਗੇਨਾਈਜੇਸ਼ਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਕਿ ਇੱਕ ਤਰੀਕੇ ਦਾ ਯੂਕੇ ਇੱਕ ਓਪਨ ਸੁਸਾਇਟੀ ਹੈ, ਉੱਥੇ ਇੱਕ ਰੂਲ ਆਫ ਲਾਅ ਹੈ, ਤੇ ਉਹਨਾਂ ਤੇ ਕੋਈ ਐਕਸ਼ਨ ਹੋਇਆ ਕਿ ਨਹੀਂ? ਨਹੀਂ, ਜਿਹੜੀ ਇਹ ਆਰਗੇਨਾਈਜੇਸ਼ਨ ਬੈਂਡ ਹੋ ਗਈ ਸੀ। ਜਦੋਂ ਕੋਈ ਗੱਲ ਆਉਂਦੀ ਆ ਤਾਂ
ਹੌਲੀ ਹੌਲੀ ਆਉਂਦੀ ਆ। ਇਹ ਡਿਪੈਂਡ ਕਰਦਾ ਕਿੰਨੇ ਪ੍ਰੈਸ਼ਰ ਗਰੁੱਪ ਪ੍ਰੈਸ਼ਰ ਪਾ ਰਹੇ ਆ ਗੌਰਮੈਂਟ ਤੇ ਜਾਂ ਪੁਲਿਸ ਦੇ ਉੱਤੇ। ਉਹ ਜਦੋਂ ਨੂੰ ਗੱਲ ਆਉਣੀ ਆ 5-6 ਸਾਲ 10 ਸਾਲ ਤਾਂ ਨਿਕਲ ਜਾਂਦੇ, ਡੈਮੇਜ ਤਾਂ ਕੀਤਾ ਹੁੰਦਾ ਉਹਨਾਂ ਦਾ, ਹਨਾ। ਸਹੀ। ਹਾਂ, ਸੋ ਏਦਾਂ ਜਦੋਂ ਨੂੰ ਬੈਨ ਹੁੰਦੀ ਆ ਉਦੋਂ ਨੂੰ ਜਿਹੜਾ ਡੈਮੇਜ ਕਾਫੀ ਹੋਇਆ ਹੁੰਦਾ ਆ। ਹੁਣ ਇੱਕ ਸ਼ਹਿਰ ਦੇ ਵਿੱਚ ਮੈਂ ਤਾਂ 3 ਬੱਚੀਆਂ ਦੇ ਨਾਲ ਕਰਦਾ ਸੀ ਡੀਲ। ਉਹ ਸ਼ੈਫੀਲਡ ਸ਼ਹਿਰ ਆ ਨਾਰਥ ਦੇ ਵਿੱਚ, ਤੇ ਉਹਦੇ ਸਾਹਮਣੇ ਉਹਦੇ ਨਾਲ ਹੀ ਇੱਕ, ਜਿੱਦਾਂ ਮੈਨੂੰ ਇਹ ਨਹੀਂ ਪਤਾ ਤੁਹਾਡੇ ਹੁਣ ਉੱਥੇ ਕੀ ਕਹਿੰਦੇ ਆ ਨਿਊਜ਼ੀਲੈਂਡ ਦੇ ਵਿੱਚ, ਅਸੀਂ ਇੱਥੇ ਮੋਟਰਵੇ ਕਹਿ ਦਿੰਦੇ ਆ, ਜਿੱਦਾਂ ਅਸੀਂ ਵੀ ਮੋਟਰਵੇ ਹੀ ਕਹਿੰਦੇ ਆ, ਅਸੀਂ ਵੀ ਮੋਟਰਵੇ। ਅੱਛਾ, ਤੁਸੀਂ ਮੋਟਰਵੇ ਕਹਿੰਦੇ ਆ। ਇੱਕ ਪਾਸੇ ਨਿੱਕਾ ਆ ਸ਼ਹਿਰ ਸ਼ੈਫੀਲਡ ਆ, ਉੱਥੇ ਆਪਣੀ ਸੰਗਤ ਸੀ, ਤੇ ਦੂਜੇ ਪਾਸੇ ਰੌਦਰਮ ਸ਼ਹਿਰ ਆ। ਜਦੋਂ ਅਸੀਂ 3 ਬੱਚੀਆਂ ਦੇ ਨਾਲ ਗੱਲ ਕਰ ਰਹੇ ਸੀ, ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਦੂਜੇ ਪਾਸੇ ਲੈ ਕੇ ਜਾਂਦੇ, ਦੂਜੇ ਸ਼ਹਿਰ ਦੇ ਚ ਲੈ ਕੇ ਜਾਂਦੇ ਆ, ਦੂਜੇ ਸ਼ਹਿਰ ਦੇ ਬੰਦੇ ਆ। ਤੇ ਅਸੀਂ ਇਹ 2012 ਵਿੱਚ 2011 ਵਿੱਚ ਸਾਡੇ ਕੋਲ ਇਹ ਗੱਲਾਂ ਆਈਆਂ ਸੀ, ਅਸੀਂ ਕੁੜੀਆਂ ਦੇ ਨਾਲ ਗੱਲ ਦੇ 2014 ਦੇ ਵਿੱਚ ਫਿਰ ਇੱਕ ਬਹੁਤ ਵੱਡਾ ਸਕੈਂਡਲ ਉਸ ਸ਼ਹਿਰ ਦੇ ਚ ਹੋਇਆ, ਜਿੱਥੇ ਜਿਹੜੀ ਬੀਬੀ ਇਨਚਾਰਜ ਸੀ ਉਹਨੂੰ ਸੁਪਰੀਮ ਕੋਰਟ ਦੇ ਚ ਜਾ ਕੇ ਇੱਕ ਪ੍ਰੋਟੈਕਸ਼ਨ ਆਪਣੀ ਕਰਾਉਣੀ ਪਈ। ਪ੍ਰੋਟੈਕਸ਼ਨ ਤੋਂ ਬਾਅਦ ਉਹਨੇ ਫਿਰ ਸਾਰਾ ਇਨਫੋਰਮੇਸ਼ਨ ਦੱਸਿਆ। ਉਸ ਨਿੱਕੇ ਜਿਹੇ ਸ਼ਹਿਰ ਦੇ ਵਿੱਚ 1400 ਬੱਚੀ ਦਾ ਬਲਾਤਕਾਰ ਹੋਇਆ। 1400 ਬੱਚੀ ਦਾ, ਤੇ ਜਿਹਦੇ ਵਿੱਚੋਂ 3 ਜਿਨ੍ਹਾਂ ਦੇ ਅਸੀਂ ਵੀ ਡੀਲ ਕਰਦੇ ਸੀ, ਤਾਂ ਅਸੀਂ ਤਾਂ ਉਸ ਵੇਲੇ ਕਹਿ ਲਓ ਕਿ ਆਪਣੀਆਂ ਏਸ਼ੀਅਨ ਬੱਚੀਆਂ ਨਾਲ ਡੀਲ ਕਰਦੇ। ਸਾਡੇ ਕੋਲ ਤਾਂ ਆਪਣੇ ਸਿੱਖਾਂ ਦੇ ਤੇ ਕਦੀ ਕਦੀ ਹਿੰਦੂਆਂ ਦੇ ਕੇਸ ਆ ਜਾਂਦੇ ਸੀ, ਹੋਰ ਤਾਂ ਕੋਈ ਕੇਸ ਨਹੀਂ ਸੀ ਆਉਂਦਾ। ਇਹ ਤਾਂ 2013 ਤੋਂ ਬਾਅਦ ਸਾਡੇ ਕੋਲ ਗੋਰਿਆਂ ਦੇ ਵੀ ਕੇਸ ਆਉਣ ਲੱਗੇ ਤੇ ਕਈ। ਤੇ ਇੱਕ ਸਾਡਾ ਇੱਕ ਦੋਸਤ ਆ, ਉਹ ਆਪਣੇ ਜਿਹੜਾ ਟਾਈਮਸ ਨਿਊਜ਼ਪੇਪਰ ਹੈ, ਜਿਹੜਾ ਸਭ ਤੋਂ ਮਸ਼ਹੂਰ ਨਿਊਜ਼ਪੇਪਰ ਯੂਕੇ ਦਾ ਆ, ਟਾਈਮਸ, ਦ ਟਾਈਮਸ, ਉਹਦਾ ਰਾਈਟਰ ਆ ਐਂਡਰੂ ਨੋਫਕ। ਤੇ ਤੁਸੀਂ ਗੂਗਲ ਕਰਕੇ ਵੀ ਦੇਖ ਸਕਦੇ। ਉਹ ਸਾਡਾ ਕਾਫੀ ਮਿੱਤਰ ਆ, ਤੇ ਉਹਦੇ ਨਾਲ ਮੈਂ ਕਈ ਕੇਸਾਂ ਤੇ ਇੱਥੇ ਉਹਦੇ ਵੀ ਬਿਆਨਬਾਜ਼ੀ ਲਏ ਅਸੀਂ ਵੀ, ਤੈਨੂੰ ਕਿੱਦਾਂ ਲੱਗਦਾ। ਉਹਨੇ ਫਿਰ ਪੇਪਰ ਦੇ ਵਿੱਚ 2007 ਤੋਂ ਲੱਗ ਕੇ, ਨਹੀਂ ਸੌਰੀ 2004 ਤੋਂ ਹੌਲੀ ਹੌਲੀ ਕਰਦੇ ਨੇ ਹਰ ਦੂਜੇ ਤੀਜੇ ਵੀਕੇ ਕੋਈ ਨਾ ਕੋਈ ਕੇਸ ਆਉਣਾ, ਦੂਜੇ ਤੀਜੇ ਵੀਕੇ ਕੋਈ ਨਾ ਕੋਈ ਕੇਸ ਆਉਣਾ, ਤੇ ਉਹ ਪੇਪਰਾਂ ਵਿੱਚ ਲਿਆਉਣ ਲੱਗ ਪਿਆ। ਤੇ ਤਾਂ ਇਹ ਜਿਹੜੀ ਇੱਥੇ ਦੀ ਗੌਰਮੈਂਟ ਆ, ਇਹਦੀਆਂ ਅੱਖਾਂ ਖੁੱਲੀਆਂ। ਓਕੇ, ਅੱਛਾ, ਤੁਸੀਂ ਇੱਕ ਨਾ ਆਪਣਾ ਜਿਹੜਾ ਆਪਣੇ ਤੁਸੀਂ ਬੜਾ ਬੋਲਡ ਤਰੀਕੇ ਨਾਲ ਬੋਲਦੇ ਹੋ ਕਿ ਅਕਸਰ ਪਹਿਲਾਂ ਕਿਹਾ ਜਾਂਦਾ ਸੀ ਯੂਕੇ ਦੇ ਵਿੱਚ ਜਿਹੜਾ ਇਹੋ ਜਿਹੇ ਕੇਸ ਨੇ ਇਹ ਜੀ ਏਸ਼ੀਅਨ ਕਮਿਊਨਿਟੀ ਦਾ ਪ੍ਰੋਬਲਮ ਆ, ਤੇ ਸਪੈਸੀਫਾਈ ਨਹੀਂ ਸੀ ਕਦੇ ਕਰਦੇ ਕਿ ਕੌਣ ਕਰਦਾ ਹੈ। ਪਰ ਤੁਸੀਂ ਇੱਕ ਜਗ੍ਹਾ, ਮੈਂ ਤੁਹਾਡਾ ਕੋਟ ਬੋਲ ਰਿਹਾ ਵਾਂ, ਤੁਸੀਂ ਕਿਹਾ ਸੀਗਾ ਕਿ ਇਫ ਸਿੱਖ ਮੈਨ ਡਜ਼ ਸਮਥਿੰਗ ਰੋਂਗ ਲੇਬਲ ਇਟ ਸਿੱਖ ਮੈਨ, ਇਫ ਮੁਸਲਿਮ ਮੈਨ ਡਜ਼ ਸਮਥਿੰਗ ਰੋਂਗ ਲੇਬਲ ਇਟ, ਐਟ ਲੀਸਟ ਵੀ ਵਿਲ ਨੋ ਐਂਡ ਆਫ ਦ ਡੇ where the problem is by calling his faith. So ਮੈਂ ਇਹ ਜਿਹੜੇ ਬਿਆਨ ਦੇਣ ਦੇ, ਇਹ ਕਈ ਵਾਰੀ ਅਸੀਂ ਬਿਆਨ ਦੇ ਚੁੱਕੇ ਆ ਜੀ। ਇਹਦੇ ਦੇਣ ਦੇ ਨਾਲ, ਜਿੱਦਾਂ ਆਪਾਂ ਹੁਣ ਏਸ਼ੀਅਨ ਕਹਿਤਾ ਜੀ, ਏਸ਼ੀਅਨ ਹੁਣ ਮਿਡਲ ਈਸਟ ਤੋਂ ਲਾ ਕੇ ਚਾਈਨਾ ਤੱਕ ਸਾਰੀ ਏਸ਼ੀਅਨ ਆ। ਤੇ ਫਿਰ ਉਹ ਜਦੋਂ ਕੋਈ ਲੇਬਲ ਲੱਗਣਾ, ਤੇ ਲੇਬਲ ਤਾਂ ਮਾੜਾ ਹੀ ਲੱਗਣਾ ਏਸ਼ੀਅਨ ਦੇ ਉੱਤੇ ਜੀ। ਅਸੀਂ ਇਹ ਮੰਗ ਕਰਦੇ ਆ, ਤੇ ਮੰਗ ਕਈ ਵਾਰੀ ਪੇਪਰਾਂ ਨੂੰ ਵੀ ਲਿਖਿਆ, ਕਈ ਵਾਰੀ ਗੌਰਮੈਂਟ ਨੂੰ ਕਿਹਾ ਵੀ ਤੁਸੀਂ ਏਸ਼ੀਅਨ ਨਾ ਲਿਖੋ, ਤੁਹਾਨੂੰ ਨਾਵਾਂ ਤੋਂ ਪਤਾ ਲੱਗ ਜਾਂਦਾ ਕਿਹੜਾ ਬੰਦਾ ਤੁਸੀਂ ਕਸਟਡੀ ਵਿੱਚ, ਕਿਹੜਾ ਬੰਦਾ ਪੁਲਿਸ ਸਟੇਸ਼ਨ ਦੇ ਵਿੱਚ ਕਿਹੜਾ ਨਾਂ ਆ, ਤੇ ਤੁਸੀਂ ਉਹਨਾਂ ਦੇ ਨਾਂ ਲਿਖੋ। ਤੇ ਇਹ ਜੇ ਪਾਕਿਸਤਾਨੀ ਗੈਂਗ ਹੈ ਤਾਂ ਪਾਕਿਸਤਾਨੀ ਗੈਂਗ ਕਹੋ, ਤੇ ਜੇ ਆਪਣੇ ਇੰਡੀਅਨ ਗੈਂਗ ਹੈ ਇੰਡੀਅਨ ਗੈਂਗ ਕਹੋ, ਪੰਜਾਬੀ ਗੈਂਗ ਕਹੋ, ਜਿਹੜੀ ਮਰਜ਼ੀ ਗੈਂਗ ਕਹੋ, ਹਨਾ। ਹੁਣ ਅਸੀਂ ਇੱਥੇ ਜਦੋਂ ਅਸੀਂ ਛੋਟੇ ਹੁੰਦੇ ਸੀ, ਜਦੋਂ ਅਸੀਂ ਇੰਗਲੈਂਡ ਦੀ ਫੁੱਟਬਾਲ ਟੀਮ ਯੂਰਪ ਦੇ ਵਿੱਚ ਜਾਂਦੀ ਸੀ, ਤੇ ਉੱਥੇ ਲੜਾਈ ਹੁੰਦੀ ਸੀ, ਸਪੋਰਟਰ ਇੱਕ ਦੋ ਨਾਲ ਲੜਦੇ ਸੀ, ਉਹ ਏਦਾਂ ਨਹੀਂ ਸੀ ਕਹਿੰਦੇ ਵੀ ਯੂਰਪੀਅਨ ਸਪੋਰਟਰਾਂ ਨੇ, ਹੈਗੇ ਤੇ ਯੂਰਪ ਦੇ ਵਿੱਚ ਹੀ ਆ, ਪਰ ਉਹ ਇਹ ਥੋੜ੍ਹਾ ਕਹਿੰਦੇ ਵੀ ਯੂਰਪੀਅਨ ਸਪੋਰਟਰ ਲੜੇ, ਉਹ ਕਹਿੰਦੇ ਇੰਗਲੈਂਡ ਦੇ ਸਪੋਰਟਰ ਲੜੇ ਆ। ਤੇ ਮੈਂ ਕਿਹਾ ਜੇ ਤੁਸੀਂ ਇੱਥੇ ਸਪੈਸੀਫਾਈ ਕਰ ਸਕਦੇ ਆ, ਤੇ ਫਿਰ ਇਸ ਚੀਜ਼ ਦੇ ਚ ਕਿਉਂ ਨਹੀਂ ਤੁਸੀਂ ਸਪੈਸੀਫਾਈ ਕਰ ਸਕਦੇ। ਪਰ ਪ੍ਰੋਬਲਮ ਜਿੰਨੇ ਵੀ ਆਪਣੀ ਲੋਕਲ ਗਵਰਨਮੈਂਟ ਸੀਗੀ, ਜਿੰਨੀਆਂ ਵੀ ਰਿਪੋਰਟਾਂ ਆਈਆਂ ਲੋਕਲ ਗਵਰਨਮੈਂਟ ਤੋਂ, ਇਹ ਲੋਕਲ ਕਾਉਂਸਲਾਂ ਤੋਂ, ਪੁਲਿਸ ਵੱਲੋਂ, ਇਹ ਇੱਕ ਕਮਿਊਨਿਟੀ ਨੂੰ ਲੇਬਲ ਕਰਨ ਨੂੰ ਡਰਦੇ ਸੀ ਕਿ ਬੈਕਲੈਸ਼ ਕੀ ਹੋਣਾ ਹੈ।
ਡਰਦੇ ਕਿਉਂ ਨੇ? ਮਤਲਬ ਕਿ ਬੈਕਲੈਸ਼, ਮਤਲਬ ਕਿ ਇਹ ਮੈਂ ਦੇਖਿਆ ਕਿ ਵਰਲਡ ਵਾਈਡ ਇੱਕ ਤਰੀਕੇ ਦਾ ਫਿਨੋਮੀਨਾ, ਇੱਕ ਤਰੀਕੇ ਦਾ ਇੱਕ ਬਣਿਆ ਹੋਇਆ ਭਰਮ ਜਾਲ, ਕਿ ਤੁਸੀਂ ਇੱਕ ਜਗ੍ਹਾ ਹੋਰ ਵੀ ਕਿਹਾ ਸੀਗਾ ਕਿ ਲੇਬਰ ਗਵਰਨਮੈਂਟ ਜਿੱਥੇ ਜਿੱਥੇ ਹੁੰਦੀ ਹੈ, ਤੁਸੀਂ ਇੱਕ ਵਰਡ, ਤੁਹਾਡੇ ਵਰਡ ਨੇ ਕਿ ਲੇਬਰ ਨੀਡ ਟੂ ਹੈਂਗ ਦੇਅਰ ਹੈਡ ਇਨ ਸ਼ੇਮ, ਕਿਉਂਕਿ ਜਦੋਂ ਤੁਸੀਂ ਆਈ ਥਿੰਕ ਸੋ ਕਿ ਤੁਸੀਂ ਕਹਿ ਰਹੇ ਸੀ ਕਿ MP ਨੂੰ, ਇੱਕ ਸ਼ਾਇਦ ਲੇਬਰ MP ਸਨ, ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸਿਰਫ ਉਹਨਾਂ ਨੂੰ ਇੰਨੀ ਗੱਲ ਕਹਿਣ ਤੇ ਕਿ ਇਹ ਜਿਹੜੇ ਗੈਂਗ ਆ ਇਹ ਪਾਕਿਸਤਾਨੀ ਮੁਸਲਿਮ ਗੈਂਗ ਹੈ, ਪਰ ਉਹਨਾਂ ਨੂੰ ਇਹ ਗੱਲ, ਉਹ ਕੇਸ ਆਪਣਾ ਟੈਲਫੋਰਡ ਦਾ ਕੇਸ ਸੀਗਾ ਜੀ। ਟੈਲਫੋਰਡ ਦਾ ਕੇਸ, ਟੈਲਫੋਰਡ ਇੱਥੋਂ ਕਰੀਬਨ ਬਰਮਿੰਘਮ ਤੋਂ 40-50 ਮਿੰਟ ਦਾ ਰਾਹ ਆ, ਨਵਾਂ ਹੀ ਸ਼ਹਿਰ ਬਣਿਆ ਬਿਲਕੁਲ ਜੀ। ਤੇ ਮੈਂ ਕੈਨੇਡਾ ਵਿੱਚ ਸੀਗਾ, ਬਰੈਂਪਟਨ ਬੈਠਾ ਸੀ, ਤਾਂ ਅਸੀਂ ਉੱਥੇ ਕੇਸ ਤੇ ਗਏ ਹੋਏ ਸੀਗੇ। ਉੱਥੇ ਮੈਨੂੰ ਇੱਕ ਬੱਚੀ ਦਾ ਫੋਨ ਆਇਆ, ਇੱਕ ਬੱਚੀ ਦਾ, ਤੇ ਉਹ ਸੀਗੀ, ਕਹਿ ਲਓ ਕਿ ਹੈ ਅੱਧੀ ਗੋਰੀ ਸੀ ਤੇ ਅੱਧੀ ਆਪਣੀ ਸੀਗੀ, ਵੀ ਮਿਕਸਡ ਮੈਰਿਜ ਦਾ ਨਿਆਣਾ ਸੀਗਾ, ਤੇ ਉਹਦੇ ਨਾਲ ਬਹੁਤ ਜ਼ਿਆਦਾ ਅਬਿਊਜ਼ ਹੋਇਆ, ਤੇ ਉਹਨੇ ਕਿਤੇ ਪੇਪਰ ਤੇ ਰਿਪੋਰਟ ਦਿੱਤੀ, ਤੇ ਉਹਨੂੰ ਤੰਗ ਬਹੁਤ ਕਰਦੇ ਸੀ, ਤੇ ਉਹ ਸਾਡੇ ਕੋਲੋਂ ਪ੍ਰੋਟੈਕਸ਼ਨ ਮੰਗਦੀ ਸੀ, ਤੇ ਮੈਂ ਉਹਦੀ, ਜਿੱਦਾਂ ਆਪਾਂ ਅੱਜ ਰਿਕਾਰਡਿੰਗ ਕਰਦੇ, ਮੈਂ ਉਦਾਂ ਰਿਕਾਰਡਿੰਗ ਕਰਕੇ ਲਾਤਾ, ਤੇ ਉਹਦੀ ਰਿਪੋਰਟਿੰਗ ਵੀ, ਉਹਨੂੰ ਪ੍ਰੋਟੈਕਸ਼ਨ ਵੀ ਮਿਲ ਗਈ ਪੁਲਿਸ ਵੱਲੋਂ, ਤੇ ਸਾਰਾ ਕੁਝ ਮਿਲ ਗਿਆ। ਤੇ ਉਸ ਸ਼ਹਿਰ ਦੇ ਵਿੱਚ, ਨਿੱਕਾ ਜਿਹਾ ਸ਼ਹਿਰ ਆ, ਤਾਂ ਹਜ਼ਾਰਾਂ ਬੱਚੀਆਂ ਦਾ ਬਲਾਤਕਾਰ ਹੋਇਆ, 1000 ਬੱਚੀ ਦਾ। ਤੇ ਉਹਦੇ ਵਿੱਚ ਸੇਰਾ ਚੈਂਪੀਅਨ ਸੀਗੀ, ਉਹ ਕਾਫੀ ਆਪਣੀ ਲੇਬਰ ਪਾਰਟੀ ਦੀ ਕਾਫੀ ਹੈਡ ਸੀਗੀ, ਤੇ ਜਦੋਂ ਉਹਨੇ ਸਪੀਚ ਕੀਤਾ, ਤੇ ਉਸ ਟਾਈਮ ਦਾ ਜਿਹੜਾ ਲੀਡਰ ਸੀ ਜੈਰਮੀ ਕੋਵਨ, ਤੇ ਸਾਰਿਆਂ ਨੇ ਉਹਨੂੰ ਕਿਹਾ ਵੀ ਤੂੰ ਆਪਣੇ ਰਿਟਰੈਕਟ ਕਰ, ਤੇ ਇਹ ਤੂੰ ਕਹਿ ਨਹੀਂ ਸਕਦੀ। ਸਨ ਨਿਊਜ਼ਪੇਪਰ ਵਿੱਚ ਉਹਨੇ ਰਿਪੋਰਟ ਦਿੱਤੀ, ਦੂਜੇ ਦਿਨ ਉਹਨੂੰ ਰਿਟਰੈਕਟ ਕਰਨਾ ਪਿਆ, ਤੇ ਤੀਜੇ ਚੌਥੇ ਦਿਨ ਉਹਨੂੰ ਪਾਰਟੀ ਵਿੱਚੋਂ ਚੁੱਕ ਕੇ ਉਹਨਾਂ ਨੇ ਬਾਹਰ ਮਾਰਿਆ। ਕਰਕੇ ਜੇ ਪੋਲੀਟੀਸ਼ੀਅਨ ਦਾ ਇਹ ਆ ਭਾਈ ਸਾਹਿਬ, ਪੋਲੀਟੀਸ਼ੀਅਨ ਦਾ, ਪੋਲੀਟੀਕਲ ਬੰਦੇ ਦਾ ਇਹ ਦੇਖਣਾ ਵੀ ਮੇਰੀਆਂ ਵੋਟਾਂ ਕਿੱਥੋਂ ਆ ਰਹੀਆਂ, ਮੈਂ ਆਪਣੀਆਂ ਵੋਟ ਬੈਂਕ ਨਾ ਖਰਾਬ ਕਰਾਂ, ਤੇ ਉਹਨੂੰ ਸਿਰਫ ਤੇ ਸਿਰਫ ਉਹਨੂੰ ਆਪਣਾ ਨਿੱਜੀ ਫੈਸਲਾ ਦੇਖਦਾ, ਇਹਨੂੰ ਵਾਈਡਰ ਫੈਸਲਾ ਨਹੀਂ ਦੇਖਦਾ। ਜਿਹੜਾ ਧਾਰਮਿਕ ਬੰਦਾ ਹੋਊ ਉਹ ਵਾਈਡਰ ਫੈਸਲਾ ਦੇਖੂ, ਉਹਨੂੰ ਨਿੱਜੀ ਫੈਸਲੇ ਦੇ ਨਾਲ ਨਹੀਂ ਕੀ ਗੱਲ। ਜੀ ਜੀ। ਤੋ ਇੱਕ ਮੈਂ ਵੀ, ਮੈਨੂੰ ਕਦੇ ਲੱਗਿਆ ਕਿ ਲੇਬਰ ਪਾਰਟੀ ਤੇ ਜਿਹੜੇ ਉੱਥੋਂ ਦੇ ਤੁਹਾਡੇ ਇੰਗਲੈਂਡ ਦੇ ਵਿੱਚ ਇੱਕ ਹੁਣ ਅੱਜ ਕੱਲ੍ਹ ਵੀ ਜਿਹੜੇ ਲੀਡਰ ਨੇ, ਉਹ ਹਮੇਸ਼ਾ ਡਿਫੈਂਡ ਕਰਦੇ ਨੇ ਇੱਕ ਤਰੀਕੇ ਦਾ ਜਿਹੜੇ ਉੱਥੇ ਪਾਕਿਸਤਾਨੀ ਮੁਸਲਿਮ ਕਮਿਊਨਿਟੀ ਆ। ਤੇ ਆਪਾਂ ਜੇ ਅੱਗੇ ਚੱਲੀਏ ਕਿ ਤੁਸੀਂ ਇੱਕ ਜਗ੍ਹਾ ਕਿਹਾ ਸੀਗਾ ਕਿ ਇੱਥੋਂ ਬਹੁਤ ਸਾਰੀਆਂ ਸਿੱਖ ਕੁੜੀਆਂ, ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਂਦਾ, ਤੇ ਕੁਛ ਨੂੰ ਤਾਂ ਉੱਥੇ ਹੀਰਾ ਮੰਡੀ ਦੇ ਵਿੱਚ ਵੇਚ ਵੀ ਦਿੱਤਾ ਜਾਂਦਾ ਹੈ, ਕਿ ਉਹ ਪ੍ਰੋਸਟੀਟਿਊਸ਼ਨ ਦੇ ਵਿੱਚ ਪਾ ਦਿੱਤਾ ਜਾਂਦਾ। ਇਹਦੇ ਵਿੱਚ ਦੇਖੋ ਇਹ ਮੈਂ ਤੁਹਾਨੂੰ 100%, ਇਹ ਤਾਂ ਪੁਰਾਣੇ ਕੇਸ ਚੱਲਦੇ ਆਉਂਦੇ ਆ, ਲੋਕਡਾਊਨ ਤੋਂ ਪਹਿਲੋਂ 3-4 ਸਾਲ ਦੀ ਗੱਲ ਆ। ਲੰਡਨ, ਸਾਊਥ ਲੰਡਨ ਤੋਂ ਫੋਨ ਆਇਆ ਸੀ ਮੈਨੂੰ ਇੱਕ ਪਰਿਵਾਰ ਦਾ, ਵੀ ਸਾਡੀ ਬੱਚੀ ਇੱਕ ਪਾਕਿਸਤਾਨੀ ਮੁਸਲਮਾਨ ਦੇ ਨਾਲ ਇਹ ਲਵ ਅਫੇਅਰ ਚੱਲਦਾ। ਮੈਂ ਬੱਚੀ ਦੇ ਨਾਲ ਗੱਲ ਵੀ ਕੀਤੀ ਆ, ਉਹਨਾਂ ਨੇ ਉਹ ਘੱਟ ਤੋਂ ਘੱਟ 3-3.5 ਘੰਟੇ ਲੱਗਦੇ ਆ ਰਸਤੇ ਵਿੱਚ, ਉਹਨਾਂ ਨੇ ਮੇਰੇ ਇੱਥੇ ਘਰ ਲਿਆਂਦੀ, ਸਾਡੇ ਆਫਿਸ ਵਿੱਚ ਲਿਆਂਦੀ, ਅਸੀਂ ਗੱਲ ਵੀ ਕੀਤੀ। ਉਹਦੇ ਦਿਮਾਗ ਦੇ ਚ ਚੇਨ ਦੇ ਚ, ਹੁਣ ਜਿਹੜਾ ਬੰਦਾ ਪਿਆਰ ਦੇ ਚ ਖੁੱਬਾ, ਉਹ ਕਿਸੇ ਦੀ ਗੱਲ ਮੰਨਦਾ ਵਾ ਤਾਂ ਔਖੀ ਮੰਨਦਾ, ਕਿਉਂਕਿ ਉਹ ਟੋਟਲੀ ਗਰੂਮ ਸੀ। ਫਿਰ ਵੀਕਾਂ ਬਾਅਦ ਹੀ ਉਹ ਪਾਕਿਸਤਾਨ ਲੈ ਗਿਆ ਉਹਨੂੰ। ਤੇ ਕੁੜੀ ਦੇ ਕੋਲ ਮੇਰਾ ਫੋਨ ਸੀਗਾ, ਤੇ ਕੁੜੀ ਨੇ ਮੈਨੂੰ 5-6 ਵੀਕਾਂ ਬਾਅਦ ਫੋਨ ਕੀਤਾ, ਕਹਿੰਦਾ ਮੈਨੂੰ ਹੁਣ ਇੱਥੇ ਕੁੱਟਮਾਰ ਵੀ ਕਰਦਾ, ਤੇ ਮੈਨੂੰ ਕਹਿੰਦਾ ਏਦਾਂ ਦੇ ਕੰਮ ਕਰ, ਤਾਂ ਆਹ ਕਰਨਾ ਪੈਣਾ, ਤੇ ਤੈਨੂੰ ਉਹ ਕਰਨਾ ਪੈਣਾ। ਤੇ ਉਹਨੇ ਜਿਹੜੀ ਸਟੋਰੀ ਸੁਣਾਈ, ਫਿਰ ਮੈਨੂੰ ਬੜਾ ਔਖਾ ਲੱਗਾ। ਮੈਂ ਕਿਹਾ ਤੂੰ ਆਪਣੇ ਮਾਪਿਆਂ ਨੂੰ ਦੱਸਿਆ? ਕਹਿੰਦੀ ਨਹੀਂ, ਮੇਰੇ ਕੋਲ ਆਹ ਨੰਬਰ ਸੀ, ਤੇ ਮੈਂ ਕਿਸੇ ਕੋਈ ਲੇਡੀ ਜਾਂਦੀ ਸੀ, ਉਹਦਾ ਮੋਬਾਈਲ ਫੋਨ ਯੂਜ਼ ਕੀਤਾ ਆ, ਤੇ ਮੈਂ ਉਹਨੇ ਆਪਣੀ ਪ੍ਰੋਬਲਮ, ਦਿੱਕਤ ਦੱਸੀ। ਮੈਂ ਕਿਹਾ ਤੁਸੀਂ ਕਿਹੜੇ ਟਾਊਨ ਦੇ ਵਿੱਚ ਆ? ਤੇ ਕਹਿੰਦੀ ਲਾਹੌਰ ਦੇ ਵਿੱਚ। ਤੇ ਮੈਨੂੰ ਪਤਾ ਸੀ ਉੱਥੇ ਬ੍ਰਿਟਿਸ਼ ਐਮਬੈਸੀ ਹੈਗੀ ਆ, ਹੈਨਾ। ਫਿਰ ਮੈਂ ਮਾਪਿਆਂ ਨੂੰ ਗੱਲ ਕੀਤੀ, ਮੈਂ ਕਿਹਾ ਤੂੰ ਏਦਾਂ ਕਰ ਵੀ ਕਿਸੇ ਤਰ੍ਹਾਂ ਭਾਵੇਂ ਪੈਸੇ ਦੇ ਕੇ ਉੱਥੇ ਪਹੁੰਚ ਜਾ। ਉੱਥੇ ਫਿਰ ਤੇ ਕੋਈ ਪਾਸਪੋਰਟ ਵੀ ਨਾ ਹੋਊਗਾ, ਤੇ ਤੂੰ ਫਿਕਰ ਨਾ ਕਰ, ਤੈਨੂੰ ਯੂ ਆਰ ਅ ਬ੍ਰਿਟਿਸ਼ ਸਿਟੀਜ਼ਨ, ਤੈਨੂੰ 2-3 ਵੀਕਾਂ ਵਿੱਚ ਉਹਨਾਂ ਨੇ ਇੱਥੇ ਲੈ ਆਉਣਾ ਜੀ। ਉਹ ਫਿਰ ਬੱਚੀ ਏਦਾਂ ਲਿਆਂਦੀ ਸੀ ਮੁੜ ਕੇ। ਓਕੇ। ਤੇ ਏਦਾਂ ਹੋਰ ਬੱਚੀਆਂ ਵੀ ਪੁਰਾਣੇ ਟਾਈਮਾਂ ਦੀ, ਤਾਂ ਪੁਰਾਣੇ ਟਾਈਮ ਤੁਸੀਂ ਹੁਣ ਦੇਖ ਸਕਦੇ ਆ, ਜਿਹੜਾ ਹੀਰਾ ਮੰਡੀ ਆ, ਜਿੰਨੀਆਂ ਵੀ ਉੱਥੇ ਪ੍ਰੋਸਟੀਟਿਊਟਸ ਆ,
ਉਹ ਪਾਕਿਸਤਾਨ ਤੋਂ ਨਹੀਂ ਗਈਆਂ, ਬਾਹਰਲੀਆਂ ਹੀ ਆ ਕੁੜੀ। ਓਕੇ ਯਾ ਜੀ ਜੀ। ਅੱਛਾ, ਤੁਸੀਂ ਹੁਣ ਹਾਲਾਤ ਯੂਕੇ ਦੇ ਵਿੱਚ ਇਹੋ ਜਿਹੇ ਬਣੇ ਹੋਏ ਨੇ ਕਿ ਤੁਸੀਂ ਇੱਕ ਵਾਰ ਜ਼ਿਕਰ ਕੀਤਾ ਕਿ ਇੱਥੇ ਜਿਹੜੇ ਬਹੁਤ ਸਾਰੇ ਸਿੱਖ ਨੇ ਉਹ ਆਪਣੇ ਜਿਹੜੇ ਟੀਨੇਜਰ ਬੱਚੇ ਆ ਜਾਂ ਯੰਗ ਬੱਚੇ ਆ ਉਹਨਾਂ ਨੂੰ ਹੋਰ ਕੰਟਰੀਜ਼ ਭੇਜ ਰਹੇ ਨੇ, ਕੈਨੇਡਾ ਅਮਰੀਕਾ ਦੇ ਵਿੱਚ, ਕਿ ਇਸ ਗਰੂਮਿੰਗ ਗੈਂਗ ਤੋਂ ਬਚਣ ਲਈ, ਕਿ ਹਾਲਾਤ ਇੰਨੇ ਨਾਜ਼ੁਕ ਬਣ ਚੁੱਕੇ ਨੇ। ਇਹ ਜਿਹੜੇ ਤੇ ਬੱਚੀਆਂ ਗਰੂਮਡ ਹੋ ਗਈਆਂ ਆ ਤੇ ਜਿਨ੍ਹਾਂ ਨੂੰ ਵਾਪਸ ਲਿਆਂਦਾ ਗਿਆ ਆ ਜੀ, ਤੇ ਸਿੱਖ ਅਵੇਅਰਨੈਸ ਸੁਸਾਇਟੀ ਦਾ ਜਿਹੜਾ ਸਕਸੈਸ ਰੇਟ ਹੋਊਗਾ ਵੀ 100 ਦੇ ਵਿੱਚੋਂ 80 ਤੋਂ 80% ਸਾਡਾ ਹੈਗਾ ਹੀ ਆ ਸਕਸੈਸ ਰੇਟ ਜੀ। ਤੇ ਅਸੀਂ ਜਦੋਂ ਫਿਰ ਦੇਖਦੇ ਨੇ ਕੇਸ ਬਾਈ ਕੇਸ ਕਿ ਇਹ ਬੱਚੀ ਇੱਥੇ ਇਹਦਾ ਸਰ ਜਾਊ। ਹੁਣ ਜਿੱਦਾਂ ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਉਹ ਜੇ ਬਾਅਦ ਦੇ ਵਿੱਚ ਕਿਸੇ ਵੀ ਵਿਊਅਰ ਨੇ ਬਾਅਦ ਵਿੱਚ ਦੇਖਣਾ ਵੀ ਹੋਵੇ ਸਾਡੀ ਵੈਬਸਾਈਟ ਤੇ ਜਾ ਕੇ ਤੇ YouTube ਤੇ ਜਾ ਕੇ ਤੇ ਸਿੱਖ ਅਵੇਅਰਨੈਸ ਦਾ BBC ਵਾਲੀ ਪ੍ਰੋਗਰਾਮ ਦੇਖ ਸਕਦੇ। ਇੱਕ ਬੱਚੀ 15 ਸਾਲ ਦੀ ਬੱਚੀ ਸੀ, ਉਹਨੂੰ ਗਰੂਮ ਕੀਤਾ ਗਿਆ, ਉਹਦੇ ਡਰਿੰਕ ਦੇ ਚ ਪਾਇਆ ਗਿਆ ਨਸ਼ਾ ਜੀ, ਨਸ਼ੇ ਦੇ ਪਾ ਕੇ, ਤੇ ਉਹ ਹੈਗੇ ਵੀ ਨਗਰ ਕੀਰਤਨ ਦੇ ਵਿੱਚ ਸੀਗੀ ਗੱਲ ਜੀ। ਤੇ ਉਹਨਾਂ ਨੇ ਖੰਡੇ ਵਾਲੀਆਂ ਟੀ-ਸ਼ਰਟਾਂ ਪਾਈਆਂ ਤੇ ਖੰਡੇ ਵਾਲੇ ਪੱਟ ਕੇ ਪਾਏ ਹੋਏ ਤੇ ਕੜੇ ਪਾਏ ਹੋਏ। ਤੇ ਹੁਣ ਇੱਥੇ ਦੇ ਤੀਜੀ ਪੀੜ੍ਹੀਆਂ ਨੇ, ਇੱਥੇ ਦੀਆਂ ਪੰਜਾਬੀ ਵੀ ਟੁੱਟੀ ਪੁੱਟੀ ਸਾਰਿਆਂ ਦੀ ਹੁੰਦੀ ਆ, ਤੇ ਉਹ ਕੁੜੀ ਨੇ ਸਮਝਿਆ ਆਪਣੀ ਆ ਜੀ। ਇਹ ਬਾਰਕਿੰਗ ਸ਼ਹਿਰ ਜਿਹੜਾ ਇਲਫਰਡ ਸ਼ਹਿਰ, ਉਸ ਸ਼ਹਿਰ ਦੀ ਮੈਂ ਗੱਲ ਕਰਦਾ, ਲੰਡਨ ਈਸਟ ਲੰਡਨ ਦੀ। ਤੇ ਇਹ ਵੀ 2012 2011 ਦਾ ਕੇਸ ਆ। ਤੇ ਇਹ ਉਦੋਂ ਫਿਰ ਸਾਨੂੰ ਇਹ ਉਸ ਬੱਚੀ ਫਿਰ ਦੂਜੇ ਦਿਨ ਮੈਕਡੋਨਲਡਸ ਗਏ, ਉਹਨੇ ਡਰਿੰਕ ਦੇ ਚ ਪਾਤਾ ਤੇ ਮੁੜ ਕੋਕ ਦੇ ਵਿੱਚ, ਤੇ ਮੁੜ ਕੇ ਉਹਦੇ ਨਾਲ ਬਹੁਤ ਕੁਛ ਕੀਤਾ ਜਿਹੜਾ ਸਾਡੀ ਜ਼ਬਾਨ ਵੀ ਰੁਕ ਜਾਂਦੀ ਆ ਜਦੋਂ ਅਸੀਂ ਇਹ ਗੱਲ ਕਰਦੇ ਆ। ਤੇ ਉਹਦੀਆਂ ਫਿਰ ਫੋਟੋਆਂ ਵੀਡੀਓ, ਫਿਰ ਉਹਨੂੰ ਬਲੈਕਮੇਲ ਕੀਤਾ ਗਿਆ। ਫਿਰ 3 ਮਹੀਨੇ 4 ਮਹੀਨੇ ਲੰਡਨ ਦੀ ਇੱਕ ਵੈਰੀ ਏਰੀਆ ਕਿੰਗਸ ਕ੍ਰਾਸ ਜਿੱਥੇ ਔਰਤਾਂ ਆਪਣਾ ਸਰੀਰ ਵੇਚਦੀਆਂ ਆ, ਤੇ ਕੁੜੀ ਕਿਉਂਕਿ ਯੰਗ ਸੀਗੀ ਤੇ ਸੋਹਣੀ ਸੁਨੱਖੀ ਸੀਗੀ, ਉਹ ਮੈਨੂੰ ਆਪ ਦੱਸਦੀ ਆ ਜਦੋਂ ਅਸੀਂ ਉਹਨੂੰ ਗੰਦ ਦੇ ਚੋਂ ਕੱਢਿਆ ਕਿ ਘੱਟ ਤੋਂ ਘੱਟ 3 ਜਾਂ 4,000 ਪਾਉਂਡ ਹਫ਼ਤੇ ਦਾ ਕਮਾ ਕੇ ਦਿੰਦੀ ਸੀਗੀ। ਸੋ ਤੁਸੀਂ ਇਹ ਹਿਸਾਬ ਲਾ ਲਓ, ਹਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਕਿੰਨੇ ਬੰਦਿਆਂ ਦੇ ਨਾਲ ਉਹਨੂੰ ਸੌਣਾ ਪੈਂਦਾ ਸੀ, ਠੀਕ ਹੈ ਨਾ। ਉਹ ਜਦੋਂ 3 ਕੁ ਮਹੀਨਿਆਂ ਬਾਅਦ ਅਸੀਂ ਉਹਨੂੰ ਮੁੜ ਕੇ ਘਰ ਲੈ ਕੇ ਗਏ, ਸਾਨੂੰ ਕਿਸੇ ਉਹਦੀ ਗਾਂਹ ਸਹੇਲੀ ਸਾਨੂੰ ਜਾਣਦੀ ਸੀ, ਉਹਨੇ ਫੋਨ ਕੀਤਾ, ਅਸੀਂ ਗਏ, ਸਾਰਾ ਕੁਛ ਕੀਤਾ। ਜੇ ਕੁਛ ਹੁਣ ਕਈ ਗੱਲਾਂ ਆਪਾਂ ਡਾਇਰੈਕਟਲੀ ਇੱਥੇ ਕਰ ਵੀ ਨਹੀਂ ਸਕਦੇ, ਤੇ ਅਸੀਂ ਫਿਰ ਉਹਨੂੰ ਬੱਚੀ ਨੂੰ ਉਸ ਗੰਦ ਦੇ ਚੋਂ ਕੱਢ ਕੇ ਤੇ ਘਰ ਲੈ ਕੇ ਗਏ। ਘਰ ਦੇ ਕਹਿੰਦੇ ਅਸੀਂ ਰੱਖਣੀ ਨਹੀਂ ਹੁਣ। ਫਿਰ ਅਸੀਂ ਇੱਥੇ ਵੈਸਟ ਮਿਡਲੈਂਡਸ ਲਿਆਂਦੀ, ਇੱਕ ਸ਼ਹਿਰ ਦੇ ਵਿੱਚ ਰੱਖੀ। ਉਹਨਾਂ ਨੂੰ ਪਰਿਵਾਰ ਸੀ ਜਾਣਦਾ, ਉਹਨਾਂ ਨੇ ਰੱਖੀ। ਤੇ ਜਦੋਂ ਰੱਖੀ ਤਾਂ ਫਿਰ 6-7 ਹਫ਼ਤੇ ਮੁੜ ਕੇ ਸਕੂਲ ਵੀ ਇਹਦਾ ਇੱਥੇ ਸਟਾਰਟ ਕਰ ਦਿੱਤਾ। ਤੇ ਉਹਨੇ ਫੇਸਬੁੱਕ ਤੇ ਪਾਤਾ ਵੀ ਮੈਂ ਹੁਣ ਠੀਕ ਆ। ਉਹਨੇ ਸਮਝਿਆ ਉਹਦੀਆਂ ਫਰੈਂਡਾਂ ਹੀ ਦੇਖਣਗੀਆਂ ਸਾਰਾ ਕੁਛ, ਤੇ ਉਹਨਾਂ ਨੇ ਜਿਹੜੇ ਗਰੂਮਰ ਸੀ ਉਹਨਾਂ ਨੇ ਵੀ ਦੇਖ ਲਈ। ਤੇ ਉਹ 8-10 ਬੰਦੇ ਇਕੱਠੇ ਹੋ ਕੇ ਸਕੂਲ ਦੇ ਸਾਹਮਣੇ ਆ ਗਏ। ਉੱਥੇ ਵੀ ਕਾਫੀ ਝਗੜਾ ਹੋਇਆ। ਫਿਰ ਅਸੀਂ ਇਹ ਸੋਚਿਆ ਸੀ ਵੀ ਇਹ ਬੱਚੀ ਦੀ ਲਾਈਫ ਜਿਹੜੀ ਆ ਔਖੀ ਆ, ਇੱਥੇ ਨਿਕਲਣਾ ਨਹੀਂ। ਫਿਰ ਹੁਣ ਸਾਡਾ ਮਹਾਰਾਜ ਵੱਲੋਂ ਅਸੀਂ ਕਈ ਮੁਲਕਾਂ ਦੇ ਵਿੱਚ ਪਹਿਲੋਂ ਵੀ ਕੈਂਪ ਲਾਏ ਹੋਏ ਆ, ਜਿੱਦਾਂ ਆਪਣੇ ਬੱਚਿਆਂ ਦੇ ਕੈਂਪ ਲਾਉਂਦੇ ਰਹੇ ਆ, ਕੈਨੇਡਾ, ਅਮਰੀਕਾ ਵਿੱਚ, ਇੰਡੀਆ ਦੇ ਵਿੱਚ, ਸਾਰੇ ਪਾਸੇ ਕੈਂਪ ਲਾਉਂਦੇ ਰਹੇ ਆ। ਫਿਰ ਅਸੀਂ ਇੱਕ ਪਰਿਵਾਰ ਨੂੰ ਉੱਥੇ ਅਮਰੀਕਾ ਵਿੱਚ ਫੋਨ ਕੀਤਾ ਵੀ ਤੁਸੀਂ ਜੇ ਬੱਚੀ ਨੂੰ ਸੰਭਾਲ ਲਓ 1 ਸਾਲ 2 ਸਾਲ, ਤੇ ਅਸੀਂ ਪੈਸੇ ਇਹਦੇ ਪਾਈ ਜਾਵਾਂਗੇ, ਜਿੰਨਾ ਇਹਦਾ ਖਰਚਾ ਹੋਊਗਾ, ਤੇ ਪ੍ਰਾਈਵੇਟ ਸਕੂਲਿੰਗ ਕਰਾ ਦਿਓ, ਸਾਰਾ ਕੁਛ ਕਰਾ ਦਿਓ। ਫਿਰ ਅਸੀਂ ਲੈ ਕੇ ਗਏ ਉਹਨੂੰ, ਤੇ ਫਿਰ ਉਹਨੂੰ ਬੱਚੀ ਨੂੰ ਵੀ ਠੀਕ ਆ ਤੂੰ ਇੱਥੇ। ਹੁਣ 2-3 ਮਹੀਨੇ ਤੋਂ ਉਹਨੂੰ ਲੱਗੇ ਸੈਟਲ ਹੋਏ ਨੂੰ, ਤੇ ਹੁਣ ਦੇਖ ਲਓ ਉਹ ਬੱਚੀ ਲਾਇਰ ਵੀ ਬਣ ਗਈ ਆ, ਤੇ ਬੱਚੀ ਪੱਕੀ ਵੀ ਹੋ ਗਈ ਆ, ਤੇ ਬੱਚੀ ਉਹ ਪ੍ਰਚਾਰ ਵੀ ਕਰ ਰਹੀ ਆ ਇਸ ਚੀਜ਼ ਦੇ ਬਾਰੇ। ਤੇ ਉਸ ਟਾਈਮ ਦੇ ਉੱਤੇ ਉਸ ਟਾਈਮ ਦੇ 16 ਜਾਂ 18 ਬੱਚੀਆਂ ਜਿਹੜੀਆਂ, ਜਦੋਂ ਅਸੀਂ 2013 ਵਿੱਚ ਗੱਲ ਕੀਤੀ ਆ, ਤਾਂ ਅਸੀਂ ਇਹ BBC ਨੂੰ ਜਦੋਂ ਦਿੱਤਾ ਵੀ ਤੁਸੀਂ ਜਾ ਕੇ
ਕੋਈ ਬੱਚੀਆਂ ਟੈਕਸਸ ਦੇ ਵਿੱਚ ਸੀ, ਕੋਈ ਕੈਲੀਫੋਰਨੀਆ 'ਚ, ਕੋਈ ਕੈਨੇਡਾ ਵਿੱਚ ਭੇਜੀਆਂ ਹੋਈਆਂ ਸੀ ਆਪਣੀ ਸੇਫ ਕੀਪਿੰਗ ਲਈ। ਤੇ ਜਦੋਂ ਅਸੀਂ ਉਹ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਇੰਨੀ ਨਿੱਕੀ ਜਿਹੀ ਚੈਰਿਟੀ ਆ, ਉਹਨਾਂ ਨੂੰ ਪਤਾ ਵੀ ਨਹੀਂ ਜਿੱਦਾਂ ਸਿੱਖਾਂ ਦਾ ਹੌਸਲਾ ਕੀ ਆ, ਵੀ ਇਹ ਦਇਆਵਾਨ ਕਮਿਊਨਿਟੀ ਆ। ਉਹ ਜਿੱਦਾਂ ਹੁਣ ਗੋਰੇ ਕੰਮ ਕਰਦੇ, ਗੋਰੇ ਪੈਸੇ ਤੋਂ ਬਗੈਰ ਤਾਂ ਹਿਲਦੇ ਨਹੀਂ, ਹਨਾ। ਤੇ ਉਹਨਾਂ ਨੇ 1-2 ਕੇਸ ਗਏ ਫਿਰ ਸਾਡੇ ਨਾਲ, ਉਹ ਕਹਿੰਦੇ ਅਸੀਂ ਜਾਣ ਦੀ ਲੋੜ ਨਹੀਂ, ਸਾਨੂੰ ਸਾਰਾ ਹੀ ਪਤਾ ਲੱਗ ਗਿਆ। ਟੈਕਸਸ ਗਏ ਤੇ ਕੈਲੀਫੋਰਨੀਆ ਗਏ, ਉਹ ਕੈਨੇਡਾ ਗਏ ਨਹੀਂ ਸਾਡੇ ਨਾਲ ਕੈਮਰੇ ਲੈ ਕੇ। ਉਹ ਕਹਿੰਦੇ ਸਾਨੂੰ ਪਤਾ। ਉਸ ਟਾਈਮ ਤੇ ਸਾਡੇ 18 ਬੱਚੀਆਂ ਸੀ। 18 ਬੱਚਿਆਂ ਦੀ ਪ੍ਰੋਟੈਕਸ਼ਨ ਦੇਣ ਨੂੰ, ਕਿਉਂਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਗੰਦ ਦੇ ਵਿੱਚੋਂ ਕੱਢਦੇ ਆ ਤੇ ਉਹਨੂੰ ਫੁੱਲ ਸਿਕਿਉਰਿਟੀ ਚਾਹੀਦੀ ਹੁੰਦੀ। ਉਹਨੂੰ ਇਹ ਨਾ ਹੋਵੇ ਕਿ ਮੇਰੇ ਪਿੱਛੇ ਕੋਈ ਆ ਗਿਆ ਜਾਂ ਡਰਿਆ। ਹੁਣ ਜਦੋਂ ਤੁਸੀਂ ਦੂਸਰੇ ਮੁਲਕ ਦੇ ਵਿੱਚ ਬੈਠੇ ਆ ਤੇ ਕਿਸੇ ਨੇ ਦੂਸਰੇ ਮੁਲਕ ਦੇ ਜਾ ਕੇ ਤੁਹਾਡੇ ਤੇ ਅਟੈਕ ਕਰਨਾ। ਸੋ ਇੱਕ ਸਿਕਿਉਰਿਟੀ, ਇੱਕ ਇਨਵਾਇਰਮੈਂਟ ਜਦੋਂ ਚੇਂਜ ਕਰ ਦਿੰਦੇ ਤੁਸੀਂ ਕਿਸੇ ਬੱਚੇ ਦਾ, 50% ਆਫ ਦ ਹੀਲਿੰਗ ਉਹ ਇਨਵਾਇਰਮੈਂਟ ਹੋ ਜਾਂਦੀ ਆ, ਹਨਾ। ਓਦਾਂ ਤੇ ਸਾਡੀਆਂ, ਹੁਣ ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਅਸੀਂ ਇੱਕ ਬਹੁਤ ਸੋਹਣੀ ਕਹਾਣੀ ਆ। ਮੈਂ ਇੱਕ ਬੱਚੀ ਬੜੂ ਸਾਹਿਬ ਭੇਜੀ ਸੀ, ਬੜੂ ਸਾਹਿਬ ਆਪਣੇ ਉੱਥੇ ਹਿਮਾਚਲ ਦੇ ਵਿੱਚ। ਹਾਂਜੀ। ਤੇ ਉਹ ਬਾਬਾ ਇਕਬਾਲ ਸਿੰਘ, ਉਹ ਬੜੇ ਸਾਡੇ ਨਾਲ ਪਿਆਰ ਕਰਦੇ ਸੀਗੇ। ਤੇ ਉਹ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ, ਮੋਹਨ ਸਿੰਘ ਤੁਹਾਨੂੰ ਕੋਈ ਵੀ ਪ੍ਰੋਬਲਮ ਤੁਸੀਂ ਇੱਥੇ ਬੱਚੀ ਭੇਜ ਦਿਆ ਕਰੋ, ਤੇ ਜੇ ਤੁਹਾਡੇ ਕੋਲ ਪੈਸੇ ਵੀ ਨਹੀਂ ਹੁੰਦੇ ਤਾਂ ਅਸੀਂ ਟਿਕਟ ਲਾ ਦੇਵਾਂਗੇ। ਤੇ ਮੈਂ ਭਾਈ ਸਾਹਿਬ ਬੱਚੀ ਛੱਡ ਕੇ ਆਇਆ ਤੇ ਮੈਂ 3 ਸਾਲ ਬਾਅਦ ਉੱਥੇ ਕੈਂਪ ਲਾਉਣ ਗਿਆ। ਤੇ ਫਿਰ ਮੈਨੂੰ ਮਹਾਂਪੁਰਸ਼ ਕਹਿੰਦੇ ਮੋਹਨ ਸਿੰਘ ਤੈਨੂੰ ਕਿਸੇ ਨੂੰ ਅਸੀਂ ਮਿਲਾਉਣਾ। ਤੇ ਉਹਦੇ ਕਮਰੇ ਵਿੱਚ ਹੀ ਸੀ, ਬਾਬੇ ਦੇ ਕਮਰੇ ਵਿੱਚ। ਤੇ ਜਦੋਂ ਫਿਰ ਮੈਂ ਬੱਚੀ ਦੇਖੀ, ਮੈਨੂੰ ਪਛਾਣ ਨਾ ਹੋਵੇ ਕਿਉਂਕਿ ਅੰਮ੍ਰਿਤ ਵੀ ਛਕਿਆ ਤੇ ਸਾਰਾ ਕੁਛ ਚੇਂਜ ਹੋਵੇ, ਤਾਂ ਬੱਚੀ ਨੇ ਸਾਨੂੰ ਆਪਣੀ ਕੋਲਡ ਡਰਿੰਕ ਫੜਾਈ। ਤੇ ਬੱਚੀ ਨੇ ਦੇਖ ਕੇ ਅੱਖਾਂ ਚੋਂ ਪਾਣੀ ਉਹਦੇ ਨਿਕਲਿਆ ਆ ਤੇ ਮੇਰੇ ਪੱਟਾਂ ਵਿੱਚ ਡਿੱਗ ਕੇ ਤੇ ਚੰਗੀ ਧਾਹਾਂ ਮਾਰ ਕੇ ਰੋਈ। ਤੇ ਏਦਾਂ ਅਸੀਂ ਹੁਣ ਕਈ ਏਰੀਏ, ਜੇ ਅਸੀਂ ਕਹਿੰਦੇ ਹੁੰਦੇ ਆ, ਜੇ ਕੋਈ ਇੰਡੀਆ ਦੇ ਵਿੱਚ ਪਰਿਵਾਰ ਤੁਹਾਡਾ ਤਾਂ ਆਪਾਂ ਬੱਚੀ ਨੂੰ ਇੰਡੀਆ ਭੇਜ ਦਿੰਦੇ ਆ। ਜੇ ਕੋਈ ਕੈਨੇਡਾ ਪਰਿਵਾਰ ਹੈ ਦੇਖ ਸਕਦਾ। 2016 ਵਿੱਚ ਅਸੀਂ ਇੱਕ ਬੱਚੀ ਮੈਲਬਨ ਭੇਜੀ ਸੀਗੀ। ਇੱਥੇ WhatsApp Facebook ਤੇ ਕਾਫੀ ਉਹ ਕੇਸ ਹੋ ਗਿਆ ਸੀਗਾ। 2016 ਨਹੀਂ 17 ਦਾ ਕੇਸ ਹੈ, 17 ਜਾਂ 18 ਦਾ ਕੇਸ ਆ। ਤੇ ਉਹਨੂੰ ਗੰਦ ਦੇ ਵਿੱਚੋਂ ਕੱਢ ਕੇ ਤੇ ਫੇਰ ਅਸੀਂ ਭੇਜੀ ਸੀਗੀ, ਤੇ ਮੈਲਬਨ ਭੇਜੀ ਸੀਗੀ। ਤੇ ਉਹਨੂੰ ਇਹੀ ਕਿਹਾ ਸੀ, ਤੂੰ ਮਹੀਨਾ 2 ਮਹੀਨੇ ਰਹਿ, ਜਿੰਨਾ ਚਿਰ ਆਪਣਾ ਵੀਜ਼ਾ ਆਪਾਂ ਨੂੰ ਅਲਾਉ ਕਰਦਾ। ਫੇਰ ਉਹ ਵਿਚਾਰੀ ਉੱਥੇ ਪੜ੍ਹਨ ਲੱਗ ਪਈ, ਵੀ ਉਹਨੇ ਲਾਈਕ ਕੀਤਾ, ਹਨਾ। ਸੋ ਇਹ ਸੇਫਟੀ ਵਾਈਜ਼ ਅਸੀਂ ਜਿੰਨਾ ਵੀ ਦੂਰ ਗੰਦ ਤੋਂ ਹੋ ਜਾਵੇ ਤਾਂ ਉਨੀ ਫੇਰ ਬੱਚੀ ਦੀ ਜਿਹੜੀ ਹੈਲਥ ਆ ਤੇ ਉਹਦੀ ਆਪਣੀ ਸਿਕਿਉਰਿਟੀ ਆ, ਤਾਂ ਉਹ ਫੇਰ ਉਹਦੀ ਹੀਲਿੰਗ ਛੇਤੀ ਹੋਣ ਲੱਗ ਪੈਂਦੀ। ਜੀ, ਅੱਛਾ, ਤੁਸੀਂ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਕਿ ਇਹ ਜਿਹੜੇ ਗੈਂਗਸ ਨੇਗੇ ਉਹਦੇ ਵਿੱਚ ਜ਼ਿਆਦਾਤਰ ਪਾਕਿਸਤਾਨੀ ਮੁਸਲਿਮ ਹੀ ਹੁੰਦੇ ਆ? ਉਹਦੇ ਪਿੱਛੇ ਕੀ ਕਾਰਨ ਆ ਕਿ ਉਹ ਟਾਰਗੇਟ ਸਿੱਖ ਬੱਚਿਆਂ ਨੂੰ ਕਰਦੇ ਆ? ਇਹਦਾ ਤੁਸੀਂ ਕੋਈ ਟਾਰਗੇਟ ਕੱਲੀਆਂ ਸਿੱਖ ਬੱਚੀਆਂ ਨਹੀਂ, ਟਾਰਗੇਟ ਹਰੇਕ ਬੱਚੀ ਆ ਜੀ। ਹੁਣ ਗੋਰੀਆਂ ਦੀਆਂ ਬੱਚੀਆਂ ਮੇਰਾ ਖਿਆਲ ਹਰੇਕ ਟਾਊਨ ਦੇ ਵਿੱਚ ਹੀ ਟਾਰਗੇਟਡ ਹੋਈਆਂ, ਜਿਹੜੀਆਂ ਗਰੀਬ ਗੁਰਬੇ ਦੀਆਂ, ਜਿਹੜੀਆਂ ਹੁਣ ਗੋਰਿਆਂ ਦਾ ਕਲਚਰ ਵੀ ਹੁਣ ਰਾਤ ਨੂੰ 8-9 ਵਜੇ ਤਾਈਂ ਬਾਹਰ ਖੜੇ ਰਹਿਣਾ, ਕੱਪੜਾ ਲੀੜਾ ਵੀ ਉਦਾਂ ਦਾ ਹੀ ਹੁੰਦਾ ਆ। ਤੇ ਹੁਣ ਆਪਣਾ ਵੀ 3-4 ਪੀੜ੍ਹੀ ਤੁਸੀਂ ਲਾ ਲਓ ਵੀ ਜੇ ਕੁਛ ਉਦਾਂ ਦਾ ਹੀ ਹਾਲ ਹੋਈ ਜਾਂਦਾ ਸਾਰੇ ਪਾਸੇ, ਹਨਾ। ਵੈਸਟਰਨ ਕੰਟਰੀਆਂ ਵਿੱਚ ਇਦਾਂ ਦਾ ਹੀ ਹਾਲ ਆ, ਹਨਾ। ਸੋ ਉਹ ਈਜ਼ੀ ਟਾਰਗੇਟ, ਜਿਹੜਾ ਬੰਦਾ ਐਕਸਾਈਟਮੈਂਟ ਚਾਹੁੰਦਾ ਜਾਂ ਕੋਈ ਪੱਬ ਕਲੱਬ ਨੂੰ ਜਾਣਾ ਚਾਹੁੰਦਾ ਜਾਂ ਕੋਈ ਡਾਂਸਿੰਗ ਦਾ ਚਾਹੁੰਦਾ, ਉਹ ਐਕਸਾਈਟਮੈਂਟ ਚਾਹੁੰਦਾ ਹੁੰਦਾ ਬੱਚਾ। ਤੇ ਉਹਦੇ ਵਿੱਚ ਜਦੋਂ ਤੁਹਾਨੂੰ ਕੋਈ, ਮੈਂ ਤਾਂ ਕਹਿੰਦਾ ਨਾ, 3 ਚੀਜ਼ਾਂ ਜੇ ਆਪਾਂ ਆਪਣੇ ਬੱਚੇ ਨੂੰ ਦੇ ਦਈਏ, ਹਨਾ, 3 ਐੜੇ ਆ: ਅਟੈਂਸ਼ਨ, ਅਫੈਕਸ਼ਨ ਤੇ ਅਪਰੀਸ਼ੀਏਸ਼ਨ। ਇਹ ਹੁਣ ਤੁਸੀਂ ਪੰਜਾਬੀ ਵਿੱਚ ਦੱਸ ਦਿਓ ਵੀ ਸਾਰੀ ਸੰਗਤਾਂ ਨੂੰ ਵੀ ਕੀ ਇਹਦੀ ਮੀਨਿੰਗ ਹੈ। ਅਟੈਂਸ਼ਨ, ਅਫੈਕਸ਼ਨ, ਅਪਰੀਸ਼ੀਏਸ਼ਨ। ਆਈ ਥਿੰਕ ਸੋ ਕਿ ਮੈਨੂੰ ਲੱਗਦਾ ਪੰਜਾਬੀ ਇਹ ਸ਼ਬਦ ਤਾਂ ਸਮਝ ਲਿਆ। ਅਟੈਂਸ਼ਨ ਕਿ ਤੁਸੀਂ ਉਹਨਾਂ ਦੇ ਆਪਣਾ ਸਮਾਂ ਜ਼ਿਆਦਾ ਦਿਓ, ਧਿਆਨ ਦੇਣਾ। ਹਾਂਜੀ, ਧਿਆਨ ਦੇਣਾ। ਅਫੈਕਸ਼ਨ ਹੈਗਾ ਪਿਆਰ ਕਰਨਾ ਬੱਚੇ ਨਾਲ, ਹਰੇਕ ਚੀਜ਼ ਦੇ ਵਿੱਚ ਉਹਦੇ ਪਿਆਰ। ਤੇ ਅਟੈਂਸ਼ਨ, ਅਫੈਕਸ਼ਨ, ਅਪਰੀਸ਼ੀਏਸ਼ਨ, ਕਿ ਬੱਚਾ ਕੋਈ ਵੀ ਕੰਮ ਕਰਦਾ ਉਹਨੂੰ ਅਪਰੀਸ਼ੀਏਟ ਕਰਨਾ, ਸ਼ਾਬਾਸ਼ ਕਰਨੀ। ਇਹ ਨਹੀਂ ਕਹਿਣਾ ਵੀ ਤੂੰ ਕਮਲਾ ਆ ਜਾਂ ਕਮਲੀ ਆ ਜਾਂ ਤੂੰ ਆ। ਆਪਣੀ ਹੁਣ ਸ਼ਬਦੀਲੀ ਕਈ ਪਰਿਵਾਰਾਂ ਵਿੱਚ ਮੈਂ ਦੇਖੀ ਆ, ਬਹੁਤ ਜ਼ਿਆਦਾ ਗੰਦੀ ਆ, ਨੈਗੇਟਿਵ ਵੀ। ਹਾਂਜੀ, ਨੈਗੇਟਿਵ ਹੈ। ਇਹ ਤਿੰਨਾਂ ਵਿੱਚੋਂ ਕੋਈ ਵੀ ਚੀਜ਼ ਮਿਸਿੰਗ ਹੋਈ ਹੈ ਨਾ, ਇਹ ਆਪਣਾ, ਮੈਂ ਤਾਂ ਕਹਿ ਰਿਹਾ ਗਰੂਮਿੰਗ ਦਾ ਪ੍ਰੋਸੈਸ,
ਇਹ ਤਿੰਨੇ ਚੀਜ਼ਾਂ ਹਿਊਮਨ ਨੀਡ ਆ, ਨਾਟ ਅ ਸਿੱਖ ਨੀਡ, ਨਾਟ ਅ ਮੁਸਲਿਮ ਨੀਡ, ਨਾਟ ਅ ਕ੍ਰਿਸਚੀਅਨ ਨੀਡ, ਨਾਟ ਅ ਇਟਸ ਅ ਹਿਊਮਨ ਨੀਡ, ਅਟੈਂਸ਼ਨ, ਅਫੈਕਸ਼ਨ ਤੇ ਅਪਰੀਸ਼ੀਏਸ਼ਨ। ਜਦੋਂ ਆਪਾਂ ਨੂੰ ਇਹ ਨਾ ਮਿਲੀ ਹੈ ਨਾ, ਆਪਾਂ ਬਾਹਰ ਦੇਖਣਾ ਅੱਜ ਕੱਲ ਸੋਸ਼ਲ ਮੀਡੀਆ ਵਿੱਚ ਬੱਚੇ ਬਹਿ ਕੇ ਹੁਣ ਆਪਣੇ ਰੂਮ ਦੇ ਚ ਆਪਾਂ ਨੂੰ ਕੀ ਪਤਾ ਕਿਹਦੇ ਨਾਲ ਗੱਲ ਕਰਦੇ ਕਿਹਦੇ ਨਾਲ ਨਹੀਂ ਕਰਦੇ ਹਨ। ਸੋ ਇਹ ਤਿੰਨ ਚੀਜ਼ਾਂ ਅਸੀਂ ਹੁਣ ਇੱਕ ਕੋਰਸ ਸ਼ੁਰੂ ਕੀਤਾ ਹੋਇਆ ਜਿਹੜਾ ਕੋ 3-4 ਸਾਲ ਤੋਂ ਚੱਲਦਾ ਆ ਜੀ। ਉਸ ਕੋਰਸ ਦਾ ਨਾਮ ਵੀ ਹੈਗਾ ਸੁਖੀ ਬਸੇ ਮੋਰੋ ਪਰਿਵਾਰਾ ਜੀ। ਤੇ ਉਹ ਹਾਂਜੀ ਚੌਪੇ ਸਾਹਿਬ ਦੀ ਇੱਕ ਲਾਈਨ ਲੈ ਕੇ ਅਸੀਂ ਸੁਖੀ ਬਸੇ ਮੋਰੋ ਪਰਿਵਾਰਾ ਜੀ। ਤੇ ਉਸ ਕੋਰਸ ਦੇ ਵਿੱਚ A to Z ਜਿਹੜੇ ਅਸੀਂ 23 ਸਾਲਾਂ ਦੇ ਵਿੱਚ ਕੇਸ ਆ ਤੇ ਕਿਹੜੇ ਤਰੀਕੇ ਆ ਤੇ ਕਿਹੜੇ ਕਿਹੜੇ ਕੇਸ ਦੇ ਵਿੱਚ ਕਿਹੜੀ ਕਿਹੜੀ ਚੀਜ਼ ਵਰਤੀ ਗਈ ਆ ਤੇ ਮਾਪਿਆਂ ਨੂੰ ਜਿੰਨੇ ਵੀ ਰੈੱਡ ਫਲੈਗਸ ਉਹ ਸਿਖਾਈ ਦੇ ਆ ਕਿ ਇਹਨਾਂ ਚੀਜ਼ਾਂ ਤੋਂ ਤੁਸੀਂ ਬਚਣਾ। ਜੇ ਆਹ ਚੀਜ਼ਾਂ ਤੁਸੀਂ ਸਪੋਟ ਕਰਦੇ ਆ ਆਪਣੇ ਬੱਚੇ ਦੇ ਵਿੱਚ, ਬੱਚੇ ਤੋਂ ਘਰ ਤੋਂ ਭੱਜਣ ਤੋਂ ਪਹਿਲਾਂ ਆਪਾਂ ਨੂੰ ਸਾਈਨ ਮਿਲ ਜਾਂਦੇ ਹੁੰਦੇ ਆ, ਕਿਹੜੇ ਕਿਹੜੇ ਸਾਈਨ ਆਪਾਂ ਸਪੋਟ ਕਰਨੇ ਆ। ਤੇ ਇੱਥੇ ਤੇ ਬਹੁਤ ਸੋਹਣੇ ਕਹਿ ਲਓ ਗਏ ਆ। ਹੁਣ ਕੋਵਿਡ ਦਾ ਕਰਕੇ ਸਾਨੂੰ ਸਟਾਪ ਕਰਨਾ ਪਿਆ ਸੀ ਤੇ ਜਦੋਂ ਅਸੀਂ ਅਮਰੀਕਾ ਤੇ ਕੈਨੇਡਾ ਕਰਦੇ ਆ ਉਦੋਂ ਫਿਰ ਅਸੀਂ ਇੱਕ ਹਫ਼ਤੇ ਦਾ ਕੈਂਪ ਹੀ ਕਰ ਲੈਂਦੇ ਹੁੰਦੇ ਆ। ਜਿੱਦਾਂ ਇੱਕ ਦਿਨ 2 ਲੈਕਚਰ ਕਰਨੇ, ਫਿਰ ਉਹਨਾਂ ਦੇ ਨਾਲ ਬਚਨ ਬਲਾਸ ਕਰਨੇ, ਫਿਰ ਦੂਜੇ ਦਿਨ 2 ਤੇ ਫਿਰ 5ਵੇਂ ਦਿਨ ਤੱਕ 10, ਜਿਹਦੇ ਵਿੱਚ ਜਿੱਦਾਂ ਹੁਣ ਆਪਣੇ ਪਹਿਲੇ ਮਾਪੇ ਆਪਣੇ ਗਏ ਹੋਏ ਆ ਜਿਹੜੇ ਕੋਈ ਕਿਸੇ ਨੂੰ 10 ਸਾਲ ਹੋ ਗਏ ਆ ਨਿਊਜ਼ੀਲੈਂਡ ਗਏ ਨੂੰ ਜਾਂ ਆਸਟ੍ਰੇਲੀਆ, ਆਪਣੇ ਬਜ਼ੁਰਗਾਂ ਨੂੰ ਕੰਪਿਊਟਰਾਂ ਬਾਰੇ ਨਹੀਂ ਪਤਾ, ਆਪਣੇ ਮਾਡਰਨ ਟੈਕਨੋਲੋਜੀ ਬਾਰੇ ਨਹੀਂ ਪਤਾ, ਕਿਹੜੀਆਂ ਕਿਹੜੀਆਂ ਡੇਂਜਰਸ ਆ। ਇਸ ਵੇਲੇ ਵੀ ਆਰ ਅਲਾਉਇੰਗ ਡੇਂਜਰ ਇਨਟੂ ਆवर ਓਨ ਹੋਮਸ ਥਰੂ ਮਾਡਰਨ ਟੈਕਨੋਲੋਜੀ, ਬਟ ਵੀ ਥਿੰਕ ਇਸ ਦੁਨੀਆ ਦੀ ਤਰੱਕੀ ਹੋ ਰਹੀ ਆ। ਅੱਗੇ ਬੱਚਾ ਘਰੋਂ ਬਾਹਰ ਜਾ ਕੇ ਕਿਸੇ ਨਾਲ ਗੱਲ ਕਰੂ, ਕਿਸੇ ਬੱਸ ਸਟਾਪ ਤੇ ਗੱਲ ਕਰੂ, ਕਿਤੇ ਸਕੂਲੇ ਕਰੂ, ਕਿਤੇ ਕਾਲਜ ਕਰੂ, ਹੁਣ ਤਾਂ ਘਰ ਬੈਠੇ ਕਰ ਸਕਦੇ ਆ ਆਪਾਂ ਜੀ। ਸੋ ਇਹਨਾਂ ਚੀਜ਼ਾਂ ਦੀ ਸਾਰੀ ਟ੍ਰੇਨਿੰਗ ਦੇਈਦੀ ਆ। ਜਿੱਦਾਂ ਹੁਣ ਪਿੱਛੇ ਜਿਹਾ ਕੈਂਪ ਲਾਇਆ ਸੀ ਕੈਨੇਡਾ ਦੇ ਵਿੱਚ ਤੇ ਉੱਥੇ ਬਹੁਤ ਕਹਿ ਲਓ ਕਿ ਉਹਦੀ ਡਿਮਾਂਡ ਹੋ ਗਈ। ਆਪਣਾ ਕਾਫੀ ਪ੍ਰਚਾਰਕਾਂ ਨੂੰ ਵੀ ਕੈਂਪ ਲਾਈਦਾ ਆ ਵੀ ਜਦੋਂ ਜਿਹੜੇ ਪ੍ਰਚਾਰਕ ਆ ਵੀ ਤੁਸੀਂ ਜਿਹੜੇ ਸਮੇਂ ਦੀ ਗੱਲ ਕਰਿਆ ਕਰੋ। ਜੇ ਹੁਣ ਆਪਾਂ ਪੁਰਾਣੀਆਂ ਕਹਾਣੀਆਂ ਸਾਖੀਆਂ ਸੁਣਾਈ ਜਾਣੀਆਂ ਉਹ ਠੀਕ ਆ, ਉਹ ਸੁਣੀਆਂ ਵੀ ਹੋਈਆਂ ਸੀ ਤੇ ਉਹ ਸਾਡੇ ਵਿੱਚ ਜੋਸ਼ ਵੀ ਪੈਦਾ ਕਰਦੀ, ਪਰ ਉਹਨੂੰ ਹੀ ਸੁਣਾ ਕੇ ਸਾਡਾ ਨਹੀਂ ਸਰਨਾ ਵੀ ਜਿਹੜਾ ਸਮੇਂ ਦੀ ਗੱਲ ਆ, ਸਮੇਂ ਵਿੱਚ ਕੀ ਹੋ ਰਿਹਾ। ਜੇ ਤੁਸੀਂ ਕੈਨੇਡਾ ਜਾਂਦੇ, ਅਮਰੀਕਾ ਜਾਂਦੇ, ਤੁਸੀਂ ਦੇਖੋ ਕਿ ਇਹਨਾਂ ਇਲਾਕਿਆਂ ਵਿੱਚ ਸਾਡੀ ਕੀ ਘਾਟ ਆ। ਉੱਥੇ ਸਟੇਜ ਤੇ ਗੱਲ ਕਰੋ ਤੇ ਤੁਹਾਨੂੰ ਕੋਈ ਨਾ ਕੋਈ ਤੁਹਾਨੂੰ ਸੁਣੂਗਾ ਤੇ ਤੁਹਾਡੇ ਕੋਈ ਨਾ ਕੋਈ ਦਿਮਾਗ ਦੇ ਚ ਗੱਲ ਪਊਗੀ। ਤਾਂ ਮੈਂ ਇਹ ਜ਼ਰੂਰ ਕਹਿਣਾ ਕਿ ਜਿੰਨੇ ਸਾਡੇ ਪ੍ਰਚਾਰਕ ਆ, ਜੇ ਆਪਾਂ ਨਿਊਜ਼ੀਲੈਂਡ ਬੈਠੇ ਆ, ਨਿਊਜ਼ੀਲੈਂਡ ਦੀ ਜਿਹੜੀ ਮੇਨ ਬੋਲੀ ਇੰਗਲਿਸ਼ ਆ, ਹੈਨਾ। ਸਾਡੇ ਪ੍ਰਚਾਰਕਾਂ ਨੂੰ ਇੰਗਲਿਸ਼ ਵੀ ਆਉਣੀ ਚਾਹੀਦੀ ਤੇ ਗੁਰਮੁਖੀ ਤੇ ਪੰਜਾਬੀ ਤਾਂ ਆਉਣੀ ਚਾਹੀਦੀ ਜੀ। ਅੱਛਾ, ਤਾਂ ਹੀ ਹੁਣ ਹਾਂਜੀ ਤੁਸੀਂ ਵੀ ਨੋਟ ਕੀਤਾ ਹੋਣਾ, ਮੈਨੂੰ ਪਤਾ ਨਹੀਂ ਤੁਹਾਨੂੰ ਕਿੰਨਾ ਚੱਕਰ ਹੋ ਗਿਆ ਨਿਊਜ਼ੀਲੈਂਡ ਆਏ ਨੂੰ, ਪਰ ਤੁਸੀਂ ਵੀ ਨੋਟ ਕੀਤਾ ਹੋਣਾ ਵੀ ਨੌਜਵਾਨ ਤੋਂ ਕੋਈ ਘੱਟ ਹੀ ਹੁੰਦਾ ਗੁਰਦੁਆਰੇ। ਹਾਂਜੀ, ਇਹ ਜਾਣੀ ਕਿ ਜਿਹੜੀ ਨਵੀਂ ਪੀੜ੍ਹੀ ਜਿਹੜਾ ਇੱਥੋਂ ਦੀ ਬੋਰਨ ਆ ਉਹ ਬਹੁਤ ਘੱਟ ਆ ਕਿਉਂਕਿ ਜੇ ਹੁਣ ਕਮਿਊਨੀਕੇਸ਼ਨ ਬ੍ਰੇਕਡਾਊਨ ਆ ਤਾਂ ਉੱਥੇ ਬੱਚੇ ਨੇ ਕੀ ਕਰਨ ਨੂੰ ਜਾਣਾ ਜਦੋਂ ਸਮਝ ਨਹੀਂ ਆਉਂਦੀ, ਹੈ ਨਾ ਜੀ। ਬਿਲਕੁਲ। ਸੋ ਇਹ ਜਿੱਦਾਂ ਹੁਣ ਤੁਹਾਡੀ ਰਿਲੇਟਿਵਲੀ ਨਿਊ ਕਮਿਊਨਿਟੀ ਆ, ਆਸਟ੍ਰੇਲੀਆ ਵਿੱਚ ਨਿਊ ਕਮਿਊਨਿਟੀ ਆ, ਇਹ ਤੁਹਾਨੂੰ ਮੈਂ ਕੈਨੇਡਾ ਵਿੱਚ ਵੀ ਕਹਿੰਦਾ ਹੁੰਦਾ ਸੀ, ਕੈਨੇਡਾ ਵਾਲੇ ਵੀ ਸਾਡੇ ਤੋਂ 20-25 ਸਾਲ ਪਿੱਛੇ ਆ, ਪਰ ਉਹ ਕੈਨੇਡਾ ਵਿੱਚ ਹੁੰਦੀਆਂ ਚੀਜ਼ਾਂ ਅਮਰੀਕਾ ਵਿੱਚ ਹੁੰਦੀਆਂ ਜੀ। ਤਾਂ ਵਧੀਆ ਗੱਲ ਤੁਸੀਂ ਜਿਹੜਾ ਅਵੇਅਰਨੈਸ ਵਾਲਾ ਕੰਮ ਕਰਦੇ ਹੋ ਤੁਹਾਡਾ। ਅੱਛਾ, ਇਹ ਜਿਹੜਾ ਤੁਹਾਡਾ ਪੈਰੈਂਟਿੰਗ ਦਾ ਜਿਹੜਾ ਤੁਸੀਂ ਕੋਰਸ ਦੀ ਗੱਲ ਕਰਦੇ ਹੋ ਕਿ ਆਨਲਾਈਨ ਵੀ ਉਪਲਬਧ ਹੈ ਕਿ ਤੁਸੀਂ ਕੋਈ ਬੰਦਾ ਅਸੀਂ ਆਨਲਾਈਨ ਅਸੀਂ ਕੀਤਾ ਤਾਂ ਹੈਗਾ ਆ। ਉਹਦੇ ਨਾਲ ਜਿੱਦਾਂ ਉਹਦੀ ਪ੍ਰੋਬਲਮ ਸਾਨੂੰ ਇੱਕ ਜਿਹੜੀ ਇੰਟਰੈਕਸ਼ਨ ਹੁੰਦੀ ਆ ਨਾ, ਜਦੋਂ ਆਪਾਂ 1-to-1 ਕਰ ਰਹੇ ਆ, ਉਹਦੀ ਇੰਟਰੈਕਸ਼ਨ ਦਾ ਸਕਸੈਸ ਰੇਟ ਜਿਹੜਾ ਉਹ ਬਹੁਤ ਜ਼ਿਆਦਾ ਆ, ਤੇ ਜਿਹੜਾ ਆਨਲਾਈਨ ਦਾ ਆ ਉਹਦਾ ਕਹਿ ਲਓ ਵੀ 10% ਘੱਟ ਹੁੰਦਾ। ਪਰ ਅਸੀਂ ਆਨਲਾਈਨ ਉਦੋਂ ਹੀ ਕਰੀਦਾ ਜਦੋਂ ਮਜਬੂਰੀ ਤੇ ਹੁੰਦਾ ਆ, ਨਹੀਂ ਤਕਰੀਬਨ ਹੁਣ 10 ਘਰ ਚੱਕੇ ਆ ਆਨਲਾਈਨ ਕਰਕੇ, ਕੋਵਿਡ ਦਾ ਕਰਕੇ ਅਸੀਂ ਨਹੀਂ ਸੀ ਜਾ ਸਕਦੇ ਬਾਹਰ, ਨਹੀਂ ਤਕਰੀਬਨ ਅਸੀਂ ਜਾ ਕੇ ਤੇ ਉੱਥੇ ਫੇ ਜਿੱਦਾਂ ਦਿਹਾੜੀ ਦੇ 2 ਲੈਕਚਰ
ਕਰਕੇ ਤੇ ਫਿਰ ਆਫਟਰਨੂਨ ਸੈਸ਼ਨ ਦੇ ਵਿੱਚ ਆਪਾਂ ਦੱਸਦੇ ਹਾਂ ਵੀ ਜਿੱਦਾਂ ਇੱਕ ਰੋਲ ਪਲੇ ਕਰਦੇ ਆ ਵੀ ਜੇ ਬੱਚਾ ਤੁਹਾਨੂੰ ਆਣ ਕੇ ਇਦਾਂ ਬੋਲੇ ਜਾਂ ਇਦਾਂ ਕਰੇ ਉਹਦੇ ਨਾਲ ਐਕਟ ਐਂਡ ਰਿਐਕਟ ਕਿੱਦਾਂ ਕਰਨਾ ਆਪਾਂ। ਸੋ ਯੂ ਪੁੱਟ ਵਾਟ ਵੀ ਲਰਨ ਵੀ ਪੁੱਟ ਇਨਟੂ ਪ੍ਰੈਕਟਿਸ। ਇਹ ਅਸੀਂ ਆਨਲਾਈਨ ਨਹੀਂ ਕਰ ਸਕਦੇ ਪ੍ਰੈਕਟੀਕਲ ਸਾਈਡ। ਓਕੇ, ਚਲੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਸਿੱਖ ਅਵੇਅਰਨੈਸ ਸੁਸਾਇਟੀ ਦੀਆਂ ਵਿੱਚ ਸੇਵਾਵਾਂ ਦੇ ਰਹੇ ਹੋ ਤੇ ਉਹਦੇ ਬਾਰੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਕਿ ਇੱਕ ਸਾਡੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਕਿ ਬਹੁਤ ਵੈਨਰੇਬਲ ਹੁੰਦੀਆਂ ਨੇਗੀਆਂ ਉਹਨਾਂ ਉਹ ਈਜ਼ੀ ਟਾਰਗੇਟ ਬਣ ਜਾਂਦੀਆਂ ਨੇ ਤੇ ਸਾਡੀ ਜਿਹੜੀ ਅਵੇਅਰਨੈਸ ਆਈ ਥਿੰਕ ਸੋ ਇੱਕ ਬੈਸਟ ਟੂਲ ਆ ਇਸ ਸਾਰੀ ਚੀਜ਼ ਤੋਂ ਬਚਣ ਦੇ ਲਈ ਤੇ ਆਪਣੇ ਜੜ੍ਹਾਂ ਦੇ ਨਾਲ ਇਸੇ ਉੱਤੇ ਮੈਂ ਕਹਿ ਦਵਾਂ ਹੁਣ ਜਿੰਨਾ ਵੀ ਅਸੀਂ ਕੰਮ ਕਰਦੇ ਆ ਅਸੀਂ ਗੁਰਬਾਣੀ ਮੁੱਖ ਰੱਖ ਕੇ ਕੰਮ ਕਰੀਦਾ ਕਿਉਂਕਿ ਗੁਰੂ ਦਾ ਆਸਰਾ ਲੈ ਕੇ ਕਰੀਦਾ ਆ ਜੀ। ਤੇ ਗੁਰੂ ਮਹਾਰਾਜ ਵੀ 9ਵੀਂ ਪਾਤਸ਼ਾਹ ਦੀ ਬਾਣੀ ਆਉਂਦੀ ਜਾਗ ਲਹੋ ਰੇ ਮਨਾ ਜਾਗ ਲਹੋ ਕਹਾਂ ਗਾਫਲ ਸੋਇਆ ਕਿਉਂ ਸੁੱਤੇ ਪਏ ਜਾਗੋ ਆਸੇ ਪਾਸੇ ਤੇ ਦੇਖੋ ਕੀ ਹੋ ਰਿਹਾ ਹੈ ਨਾ। ਹੁਣ ਆਪਾਂ ਗੁਰਬਾਣੀ ਸਾਨੂੰ ਕਹਿੰਦੀ ਕਿਆ ਤੂੰ ਸੋਇਆ ਜਾਗ ਇਆਨਾ ਦਾ ਮਤਲਬ ਕਮਲੇ ਲੋਕੋ ਕਿਉਂ ਸੁੱਤੇ ਪਏ ਜਾਗੋ। ਸੋ ਅਵੇਅਰਨੈਸ ਜਿਹੜੀ ਹੁੰਦੀ ਆ ਇਹ ਕੁੰਜੀ ਆ ਹਰ ਪ੍ਰੋਬਲਮ ਦੀ ਕਿਉਂਕਿ ਜੇ ਆਪਾਂ ਪ੍ਰੋਬਲਮ ਨੂੰ ਅੰਡਰਸਟੈਂਡ ਕਰਾਂਗੇ ਤੇ ਤਾਂ ਹੀ ਉੱਥੇ ਕੋਈ ਮੈਕੈਨਿਜ਼ਮ ਪਾਵਾਂਗੇ ਉਹਨੂੰ ਆਪਾਂ ਹੀਲ ਕਰਨ ਨੂੰ ਜਾਂ ਉਹਨੂੰ ਸੋਲਵ ਕਰਨ ਨੂੰ। ਤੇ ਜੇ ਆਪਾਂ ਨੂੰ ਪਤਾ ਹੀ ਨਹੀਂਗਾ ਤੇ ਫਿਰ ਆਪਾਂ ਨੂੰ ਉਹਨੂੰ ਹੀਲ ਸੋਲਵ ਕਿੱਦਾਂ ਕਰਨਾ ਆਪਾਂ। ਸੋ ਅਵੇਅਰਨੈਸ ਇਜ਼ ਦ ਕੀ। ਤਾਂ ਹੀ ਅਸੀਂ ਇਹਦਾ ਜਿਹੜਾ ਮਿਡਲ ਵਾਲਾ ਅਵੇਅਰਨੈਸ ਸਿੱਖ ਅਸੀਂ ਹੈਗੇ ਆ ਅਵੇਅਰਨੈਸ ਤੇ ਸੁਸਾਇਟੀ ਸੀ ਅਸੀਂ 5 ਸੀ। ਹੁਣ ਤਾਂ ਸਾਰੇ ਕਹਿ ਲਓ ਦੁਨੀਆ ਵਿੱਚ ਹੀ ਸੇਵਾਦਾਰ ਹੈਗੇ ਆ ਜਿਹੜੇ ਆਪਣਾ ਟਾਈਮ ਕੱਢ ਕੇ ਤੇ ਮੈਂ ਤਾਂ ਕਹਿੰਦਾ ਉਹਨਾਂ ਦਾ ਰੱਬ ਦੇ ਰੂਪ ਆ ਜਿਹੜਾ ਕਿਸੇ ਦਾ ਦੁੱਖ ਜਾਂ ਦਰਦ ਆਪਣਾ ਟਾਈਮ ਕੱਢ ਕੇ ਤੇ ਕਿਸੇ ਦੀ ਮਦਦ ਕਰਨੀ ਹੈ ਨਾ। ਬੜੇ ਅੱਛੇ ਉਹਨਾਂ ਦੇ ਸ਼ਬਦ ਹੈ ਨਹੀਂ ਮੇਰੇ ਕੋਲ ਜਿਹੜੇ ਉਹਨਾਂ ਦੀ ਮੈਂ ਆਪਣੇ ਸੇਵਾਦਾਰਾਂ ਵਾਲੀ ਕਹਿ ਲਵਾਂ ਕਿ ਉਹਨਾਂ ਤੋਂ ਬਗੈਰ ਆਪਾਂ ਵੀ ਕੱਖ ਨਹੀਂ ਗਿਆ। ਜੀ ਜੀ। ਅੱਛਾ, ਇਹ ਇਸ ਅਵੇਅਰਨੈਸ ਦੇ ਨਾਲ ਤੁਸੀਂ ਜੋ ਇੰਨੇ ਲਗਾਤਾਰ ਇੰਨੇ ਸਾਲਾਂ ਤੋਂ ਚੱਲ ਰਹੀ ਆ ਉਹਦੇ ਨਾਲ ਤੁਸੀਂ ਕੋਈ ਅੱਜ ਤੱਕ ਦੇਖਿਆ ਕਿ ਕੋਈ ਫਰਕ ਆਇਆ ਹੋਵੇ ਸੁਸਾਇਟੀ ਦੇ ਵਿੱਚ? ਹਾਂਜੀ, ਬਹੁਤ ਜ਼ਿਆਦਾ ਭਾਈ ਸਾਹਿਬ। ਜਦੋਂ ਤੋਂ ਅਸੀਂ ਗੁਰਦੁਆਰਿਆਂ ਵਿੱਚ ਜਾਣ ਲੱਗੇ ਆ, ਜਦੋਂ ਤੋਂ ਅਸੀਂ ਦੱਸਣ ਲੱਗੇ ਆ ਕਿ ਨਿੱਕੀ ਨਿੱਕੀ ਚੀਜ਼ ਜਿੱਦਾਂ ਵੀ ਜੇ ਤੁਹਾਡਾ ਬੱਚਾ ਇੱਕ ਬੱਚਾ ਖੁਸ਼ਹਾਲ ਬੱਚਾ ਆ ਹੱਸਦਾ ਖੇਡਦਾ ਤੁਹਾਡੇ ਨਾਲ ਸਡਨਲੀ ਉਹਦੇ ਵਿੱਚ ਘਬਰਾਹਟ ਆਵੇ ਜਾਂ ਗੁੱਸਾ ਆਵੇ ਉਹਦੀ ਜ਼ਿੰਦਗੀ ਵਿੱਚ ਥੋੜੀ ਤਬਦੀਲੀ ਆਈ ਆ। ਇਹ ਸਾਈਨ ਆ, ਇਹ ਇੱਕ ਸਾਈਨ ਆ ਵੀ ਇਸ ਚੀਜ਼ ਇਹ ਬੱਚਾ ਤੰਗ ਕਿਉਂ ਆ। ਠੀਕ ਹੈ ਨਾ, ਇਹਦੀ ਲਾਈਫ ਸਟਾਈਲ ਦੇ ਵਿੱਚ ਕਿਉਂ ਚੇਂਜ ਆ। ਜੇ ਬੱਚਾ ਸਕੂਲੇ ਜਾਂਦਾ, ਹੁਣ ਸਕੂਲੇ ਜਾਣ ਨੂੰ ਜੀ ਨਹੀਂ ਕਰਦਾ, ਉਹਦਾ ਕੀ ਪ੍ਰੋਬਲਮ ਆ? ਸਕੂਲੇ ਕੋਈ ਬੁਲਿੰਗ ਹੋ ਰਹੀ ਆ ਜਾਂ ਕੋਈ ਸੀਰੀਅਸ ਕੰਮ ਹੋ ਰਿਹਾ, ਜਾਂ ਤੁਹਾਨੂੰ ਕੋਈ ਬੱਚਾ ਬੜੀ ਸੋਹਣੀ ਖੁਰਾਕ ਖਾਂਦਾ ਹੁਣ ਖੁਰਾਕ ਖਾਣੋਂ ਛੱਡ ਦਿੱਤੀ ਆ, ਕੀ ਪ੍ਰੋਬਲਮ ਆ। ਠੀਕ ਹੈ ਨਾ। ਸੋ ਇਹ ਜਦੋਂ ਅਸੀਂ ਨਿੱਕੀਆਂ ਏਦਾਂ ਚੀਜ਼ਾਂ ਦੱਸਣ ਲੱਗੇ ਸਟੇਜਾਂ ਤੋਂ ਵੀ ਤੁਸੀਂ ਆਹ ਚੀਜ਼ਾਂ ਤੁਸੀਂ ਵਾਚ ਆਊਟ ਕਰੋ, ਇਹ 10-12 ਚੀਜ਼ਾਂ ਰੈੱਡ ਫਲੈਗਸ ਅਸੀਂ ਕਹਿੰਦੇ ਹੁੰਦੇ ਆ, ਤੇ ਉਹਦੇ ਨਾਲ ਮਾਪੇ ਸਾਨੂੰ ਵੱਡੀ ਪ੍ਰੋਬਲਮ ਹੋਣ ਤੋਂ ਪਹਿਲਾਂ ਸਾਨੂੰ ਪਹਿਲੋਂ ਫੋਨਾਂ ਤੇ ਸਲਾਹ ਕਰ ਲੈਂਦੇ ਸੀ। ਤੇ ਬੱਚੀਆਂ ਘਰੋਂ ਨਿਕਲਣ ਤੋਂ ਜਾਂ ਪੈਰ ਪੱਟਣ ਤੋਂ ਪਹਿਲਾਂ ਹੀ ਅਸੀਂ ਉਹਨਾਂ ਦੇ ਨਾਲ ਗੱਲਬਾਤ, ਸਾਡੀ ਕਾਉਂਸਲਿੰਗ ਸ਼ੁਰੂ ਹੋ ਜਾਂਦੀ ਸੀ ਤੇ ਉਹਨਾਂ ਨੂੰ ਪਹਿਲਾਂ ਹੀ ਅਸੀਂ ਹੈਲਪ ਕਰਨ ਲੱਗ ਪਏ। ਇਹ ਜਿਹੜੀ ਤਬਦੀਲੀ ਆਈ ਹੈ ਇਹ ਪਿਛਲੇ 7-8 ਸਾਲ ਤੋਂ ਆਈ। ਓਕੇ, ਰਿਜ਼ਲਟ ਮਿਲਣੇ ਸ਼ੁਰੂ ਹੋ ਗਏ ਤੁਹਾਨੂੰ? ਰਿਜ਼ਲਟ ਜਿਹੜੇ ਮਿਲਣੇ ਸ਼ੁਰੂ ਹਟੇ। ਹੁਣ ਪਿੱਛੇ ਆਪਣੇ ਕੇਸ ਆਇਆ ਸੀਗਾ ਆਪਣੇ ਕਹਿ ਲਓ ਆਪਣੇ ਕਸ਼ਮੀਰ ਦੇ ਵਿੱਚ ਜਿੱਥੇ ਆਪਣੀਆਂ 2 ਬੱਚੀਆਂ। ਜੀ। ਹੁਣ ਕਸ਼ਮੀਰ ਤੋਂ ਕਰੀਬਨ ਸਾਨੂੰ 15-20 ਫੋਨ ਕਾਲ ਆਏ ਆ। ਇਹਦਾ ਮਤਲਬ ਸਾਡੇ ਪ੍ਰੋਗਰਾਮ ਜਾਂ ਉਹਨਾਂ ਨੇ ਸਾਡਾ ਦੇਖਿਆ ਹੋ, ਉਹਨਾਂ ਨੇ ਸਾਨੂੰ ਆਣ ਕੇ ਕਿਹਾ ਕਨਵਰਜਨ ਦੇ ਉੱਤੇ। ਕਿਉਂਕਿ ਜਿਹੜਾ ਪ੍ਰੋਸੈਸ ਹੈ ਨਾ, ਜਿਹੜਾ ਗਰੂਮਿੰਗ ਦਾ ਪ੍ਰੋਸੈਸ ਆ, ਇਹ ਪ੍ਰੋਸੈਸ ਕਨਵਰਜਨ ਲਈ ਵੀ ਉਹੀ ਆ। ਤੁਸੀਂ ਉਹਦਾ ਧਰਮ ਬਦਲ ਦੋ, ਤੁਸੀਂ ਉਹਨੂੰ ਤੁਸੀਂ ਸੈਕਸ਼ੂਅਲ ਅਬਿਊਜ਼ ਕਰ ਲਓ, ਤੁਸੀਂ ਉਹਨੂੰ ਟੈਰਰਿਸਟ ਬਣਾ ਲਓ। ਪ੍ਰੋਗਰਾਮ ਜਿਹੜਾ ਉਹ 6 ਸਟੈਪ ਹੀ ਆ। ਉਹ 6 ਸਟੈਪ ਜਿਹੜੀ ਹੈਗੀ ਆ, ਜਿੱਦਾਂ ਪਹਿਲੋਂ ਬੱਚੇ ਨੂੰ ਟਾਰਗੇਟ ਕਰਨਾ। ਹੁਣ ਟਾਰਗੇਟ ਬੱਚਾ ਇੰਟਰਨੈਟ ਤੇ ਵੀ ਹੋ ਸਕਦਾ, ਯੂਨੀਵਰਸਿਟੀ ਵਿੱਚ ਹੋ ਸਕਦਾ, ਕਾਲਜ ਦੇ ਵਿੱਚ ਵੀ ਹੋ ਸਕਦਾ, ਕਿਤੇ ਵੀ ਹੋ ਸਕਦਾ। ਠੀਕ ਹੈ ਨਾ।
ਜੀ ਫਿਰ ਉਹਨੂੰ ਉਹਦਾ ਭਰੋਸਾ ਲੈਣਾ, ਗੇਨਿੰਗ ਟਰਸਟ। ਫਿਰ ਉਹਦੇ ਨਾਲ ਕੰਟੈਕਟ ਬਣਾਉਣਾ, ਕਿੱਦਾਂ ਕੰਟੈਕਟ ਬਣਾਉਣਾ ਤੇ ਉਹਦਾ ਟਰਸਟ ਕਿੱਦਾਂ ਲੈਣਾ। ਜੀ ਟਰਸਟ ਲੈ ਕੇ ਫਿਰ ਤੁਸੀਂ ਉਹਦੀ ਕਹਿ ਲਓ ਉਹਦੀਆਂ ਨੀਡਸ ਪੂਰੀਆਂ ਕਰਨੀਆਂ। ਜਦੋਂ ਤੁਹਾਨੂੰ ਬੰਦੇ ਦਾ ਪਤਾ ਲੱਗ ਗਿਆ ਫਿਰ ਤੁਸੀਂ ਉਹਦੀਆਂ ਨੀਡਸ ਪੂਰੀਆਂ ਕਰਨੀਆਂ। ਜੀ ਜੇ ਤਾਂ ਕੋਈ ਗਰੀਡੀ ਹੋਊਗਾ ਬੱਚਾ, ਉਹਨੂੰ ਤੁਸੀਂ ਗੇਮਾਂ ਗੂਮਾਂ ਲੈ ਕੇ ਦੇ ਸਕਦੇ, ਕੱਪੜਾ ਲੀਲਾ ਦੇ ਸਕਦੇ ਆ, ਜਾਂ ਉਹਨਾਂ ਨੂੰ ਤੁਸੀਂ ਗੁੱਡ ਟਾਈਮ ਦੇ ਸਕਦੇ ਆ। ਤੇ ਉਦੋਂ ਬਾਅਦ ਫਿਰ ਆਈਸੋਲੇਸ਼ਨ ਦਾ ਪੀਰੀਅਡ ਇਹ ਹੁੰਦਾ ਵੀ ਜਦੋਂ ਹੁਣ 3 ਚੀਜ਼ਾਂ ਹੋ ਗਈਆਂ ਫਿਰ ਤੁਸੀਂ ਵਿੱਚ ਆਪਣਾ ਲੱਤ ਰੱਖਣ ਲੱਗ ਪਿਆ। ਜਿਹੜੇ ਉਹ ਬੱਚੇ ਦੇ ਫਰੈਂਡ ਆ, ਬੱਚੇ ਦੇ ਫਰੈਂਡ ਤੋਂ ਵੀ ਉਹਨਾਂ ਨੂੰ ਤਲਾਉਣਾ ਵੀ ਤੁਸੀਂ ਉਹਨਾਂ ਦੇ ਨਾਲ ਨਾ ਜਾਇਆ ਕਰੋ, ਸਾਡੇ ਨਾਲ ਟਾਈਮ ਸਪੈਂਡ ਕਰਿਆ ਕਰੋ। ਮਾਪਿਆਂ ਦੇ ਨਾਲ ਵੀ ਘਰ ਦੇ ਚ ਲੜਾਈ ਕਰਾਉਣੀ, ਕਈ ਕੁਛ ਐਨ ਆਈਸੋਲੇਟ ਹੋ ਜਾਵੇ। ਚੌਥੇ ਪੀਰੀਅਡ ਤੋਂ ਬਾਅਦ ਜਿਹੜਾ ਆਈਸੋਲੇਸ਼ਨ ਤੋਂ ਬਾਅਦ ਫਿਰ ਸੈਕਸ਼ੂਅਲਾਈਜੇਸ਼ਨ ਹੁੰਦਾ। ਫਿਰ ਜਦੋਂ ਪਤਾ ਬੱਚਾ ਘਰ ਨਹੀਂ ਜਾ ਸਕਦਾ, ਦਰਵਾਜ਼ੇ ਬੰਦ ਆ, ਇਹਨਾਂ ਦੇ ਫਰੈਂਡਾਂ ਦੇ ਦਰਵਾਜ਼ੇ ਬੰਦ ਆ, ਫਿਰ ਉਹਦੀ ਜਿਹੜੀ ਬਲਾਤਕਾਰ ਹੋਣੀ ਜਾਂ ਉਹਨੂੰ ਟੈਰਰਿਸਟ ਬਣਾਉਣਾ ਜਾਂ ਜੇ ਕੁਝ ਮਰਜ਼ੀ ਬਣਾਉਣਾ ਉੱਥੇ ਬਣਦਾ। ਤੇ ਦੂਜੀ ਬਾਕੀ ਜਿਹੜਾ ਕੰਟਰੋਲ ਆ ਸਾਰਾ ਬਲੈਕਮੇਲ ਦੇ ਨਾਲ ਕੰਟਰੋਲ ਹੁੰਦਾ ਆ। ਇਹ ਜਿਹੜਾ 6 ਸਟੈਪ ਪੀਰੀਅਡ ਆ, ਇਹ 6 ਸਟੈਪ ਪੀਰੀਅਡ ਅਸੀਂ ਹਰੇਕ ਕੈਂਪ ਦੇ ਵਿੱਚ ਗੱਲ ਕਰਦੇ ਹੁੰਦੇ ਵੀ ਐਨ ਚੰਗੀ ਤਰ੍ਹਾਂ ਕੋਈ ਬੰਦਾ ਸਮਝ ਜਾਵੇ। ਜੀ ਜੀ ਅੱਛਾ, ਜਿਹੜਾ ਤੁਸੀਂ ਹੁਣ ਇਹੀ ਗੱਲ ਹੀ ਕੀਤੀ ਹੈ ਨਾ ਕਿ ਮੈਂ ਇੱਕ ਵਾਰੀ ਕੇਰਲਾ ਦੀ ਵੀ ਨਿਊਜ਼ ਦੇਖੀ ਸੀਗੀ, ਉੱਥੇ ਵੀ ਜਿਹੜੀਆਂ ਹਿੰਦੂ ਤੇ ਕ੍ਰਿਸਚਨ ਕੁੜੀਆਂ ਨੂੰ ਇੱਕ ਤਰੀਕੇ ਦੇ ਨਾਲ ਕਨਵਰਟ ਕੀਤਾ ਜਾ ਰਿਹਾ ਸੀ। ਹੁਣ ਕਸ਼ਮੀਰ ਦੇ ਵਿੱਚ ਹੋ ਗਿਆ, ਹੁਣ ਆਪਾਂ ਇੰਡੀਆ ਦੀ ਗੱਲ ਕਰ ਰਹੇ ਨੇ, ਕਸ਼ਮੀਰ ਦੇ ਵਿੱਚ ਸਿੱਖ ਕੁੜੀਆਂ ਨਾਲ ਇਹ ਚੀਜ਼ ਹੋਈ। ਹਾਂਜੀ, ਉੱਥੇ ਲਵ ਕੀ ਤੁਹਾਨੂੰ ਲੱਗਦਾ ਆਹੀ ਸ਼ਬਦ ਮੈਂ ਕਹਿੰਦਾ ਕਿ ਲਵ ਜਿਹਾਦ ਐਕਚੁਅਲ ਵਿੱਚ ਹੈ? ਤੁਹਾਡਾ ਇਹ ਮੰਨਣਾ ਹੈਗਾ? ਇਹ ਦੇਖੋ ਇੱਕ ਇੱਥੇ ਆਇਆ ਸੀਗਾ, ਇੱਕ ਮੈਂ ਮੀਟਿੰਗ ਦੇ ਵਿੱਚ ਗਿਆ ਸੀ, ਦੀਵਾਲੀ ਫੰਕਸ਼ਨ ਸੀਗਾ ਆਪਣੇ ਪਾਰਲੀਮੈਂਟ ਹਾਊਸ ਦੇ ਵਿੱਚ ਸੀਗਾ, ਤੇ ਉੱਥੇ ਮੈਨੂੰ ਵੀ ਸੱਦਿਆ ਸੀ ਬੋਲਣ ਨੂੰ, 15-20 ਮਿੰਟ ਅਸੀਂ ਉੱਥੇ ਬੋਲੇ ਸੀ। ਤੇ ਇੱਕ ਬੰਦਾ ਆਇਆ ਸੀ ਬੰਗਾਲ ਦੇ ਵਿੱਚੋਂ, ਤੇ ਉਹ ਹੁਣ ਤਾਂ ਮੇਰਾ ਖਿਆਲ ਉਹ ਸੁਰਗਵਾਸ ਹੋ ਗਿਆ। ਤੇ ਉਹ ਕਾਫੀ ਉਹਨੇ ਇਸ ਚੀਜ਼ ਦੇ ਉੱਤੇ ਬੋਲਿਆ ਸੀਗਾ, ਤੇ ਉਹਦੇ ਨਾਲ ਮੈਂ ਥੋੜੀ ਡੇਟਾ ਕਲੈਕਟ ਕਰ ਰਿਹਾ ਸੀਗਾ ਕਿ ਹੁਣ ਆਪਾਂ ਐਵੇਂ ਸੱਚ ਦੱਸਦੀ, ਆਪਾਂ ਤਾਂ 2 ਸਾਲ ਦੇ ਆ ਇੰਡੀਆ ਤੋਂ ਆਏ ਹੋਏ ਹਨਾ। ਤੇ ਉਹਦੇ ਕੋਲੋਂ ਜਿਹੜਾ ਡੇਟਾ ਕਲੈਕਟ ਕੀਤਾ ਸੀ, ਤੇ ਉਹਨੇ ਫਿਰ ਸਾਡੇ ਕਈ ਪ੍ਰੋਗਰਾਮਾਂ ਤੇ ਗਿਆ, ਉਹ 2-3 ਮਹੀਨੇ ਇੱਥੇ ਰਿਹਾ। ਤੇ ਉਹਨਾਂ ਨੇ ਫਿਰ ਸਾਨੂੰ ਇਨਵੀਟੇਸ਼ਨ ਦਿੱਤੀ ਸੀ ਕਲਕੱਤੇ ਆਉਣ ਨੂੰ, ਬੰਗਾਲ ਆਉਣ ਨੂੰ, ਤੇ ਦਿੱਲੀ ਯੂਨੀਵਰਸਿਟੀ ਵਿੱਚ ਤੇ ਕਈ ਪਾਸੇ ਪ੍ਰੋਗਰਾਮ ਕਰਨ ਨੂੰ। ਤੇ ਉਦੋਂ ਅਨਫੋਰਚੂਨੇਟਲੀ ਇੱਥੇ ਇੱਕ ਬਹੁਤ ਵੱਡਾ ਕੇਸ ਚੱਲਦਾ ਸੀਗਾ, ਜਿਸ ਕੇਸ ਦੇ ਵਿੱਚ ਸਾਡੀਆਂ ਬੱਚੀਆਂ ਜਿਨ੍ਹਾਂ ਨੂੰ ਆਪਾਂ ਸਪੋਰਟ ਕੀਤਾ ਸੀ ਉਹਨਾਂ ਨੂੰ ਅਸੀਂ ਛੱਡ ਕੇ ਨਹੀਂ ਸੀ ਜਾ ਸਕਦੇ। ਤੇ ਉਦੋਂ ਝੱਟੇ ਬਾਅਦ ਉਹ ਫੇ ਹੋ ਗਿਆ ਪੂਰਾ। ਸੋ ਕਸ਼ਮੀਰ ਦੀ ਗੱਲ, ਮੈਂ ਕਸ਼ਮੀਰ ਦੀ ਗੱਲ, ਜਿੰਨੇ ਵੀ ਸਿੰਘਾਂ ਨੇ ਮੇਰੇ ਨਾਲ ਗੱਲ ਕੀਤੀ ਆ, ਮੈਂ ਕਿਹਾ ਤੁਹਾਨੂੰ ਇੱਕ ਰਿਸਕ ਅਸੈਸਮੈਂਟ ਕਰਨੀ ਪੈਣੀ ਆ ਵੀ ਤੁਸੀਂ, ਮੈਂ ਏਦਾਂ ਜਨਰਲੀ ਕੁਐਸਚਨ ਪੁੱਛਦਾ ਵੀ ਜਿਹੜੇ ਕਸ਼ਮੀਰ ਦੇ ਸਿੰਘ ਆ, ਅਮੀਰੀ ਦੀ ਤੇ ਗਰੀਬੀ ਦੀ ਕਿੰਨਾ ਫਰਕ ਆ ਉਹਨਾਂ ਦੇ ਵਿੱਚ, ਹਨਾ ਵੀ ਕਿੰਨੇ ਗਰੀਬ ਆ ਤੇ ਕਿੰਨੇ ਅਮੀਰ ਆ। ਮੈਜੋਰਿਟੀ ਆਪਾਂ ਗਰੀਬ ਆ ਉੱਥੇ। ਤੇ ਜੇ ਹੁਣ ਪਿੰਡ ਦੇ ਵਿੱਚ 3 ਜਾਂ 4 ਘਰ ਹੋਏ ਤਾਂ ਆਲੇ ਦੁਆਲੇ ਤੁਹਾਡੇ 100-150 ਇੱਕ ਘਰ ਹੋਇਆ, ਤੇ ਤੁਹਾਨੂੰ ਪਤਾ ਉਹਦਾ ਯੂ ਆਰ ਏ ਪ੍ਰੋਡਕਟ ਆਫ ਦੀ ਇਨਵਾਇਰਨਮੈਂਟ ਯੂ ਗਰੋ ਅਪ ਇਨ, ਅਸਰ ਤਾਂ ਪੈਣਾ ਹੀ ਆ ਉਹਨਾਂ ਦੇ ਉੱਤੇ, ਹਨਾ। ਸੋ ਅਸੀਂ ਇਹ ਸੋਚਿਆ ਸੀ ਉਹਨਾਂ ਦੇ ਨਾਲ ਕਿ ਜਦੋਂ ਇਹ ਲੋਕਡਾਊਨ ਖੁੱਲੂਗਾ ਕਿ 2 ਹਫ਼ਤੇ ਅਸੀਂ ਤੁਹਾਨੂੰ ਐਜੂਕੇਸ਼ਨ ਦੇਵਾਂਗੇ ਆਣ ਕੇ, ਭਾਵੇਂ ਆਪਾਂ ਪੰਜਾਬ ਦੇ ਸੈਟਅਪ ਕਰਾਂਗੇ, ਤੁਸੀਂ ਆਪਣੇ 40-50 ਪ੍ਰਚਾਰਕ ਜਿਹੜੇ ਸੈੱਟ ਕਰ ਲਓ, ਤੇ ਜਿਹੜੇ ਤੁਸੀਂ ਫਿਰ 40-50 ਜਾਣੇ ਪਿੰਡਾਂ ਵਿੱਚ ਜਾ ਕੇ ਸਪੋਰਟ ਕਰੋ। ਜੇ ਮਾਇਆ ਦੀ ਸਪੋਰਟ ਆ ਤੇ ਆਪਾਂ ਕੋਈ ਏਦਾਂ ਦਾ ਯੂਨਿਟ ਸੈਟਅਪ ਕਰ ਸਕਦੇ ਆ, ਕੋਈ ਗਿਆਨ ਦਾ ਪ੍ਰੋਜੈਕਟ ਆ, ਕੋਈ ਕਿਸੇ ਤਰ੍ਹਾਂ ਪ੍ਰੋਜੈਕਟ। ਪਹਿਲੋਂ ਆਪਾਂ ਰਿਸਕ ਅਸੈਸਮੈਂਟ ਕਰੀਏ ਕਿ ਕੀ ਸਭ ਤੋਂ ਵੱਡੀ ਲੋੜ ਕੀ ਆ ਉੱਥੇ। ਸੋ ਕਾਫੀ ਉਦਾਂ ਹਿੱਲੇ ਹੋਏ ਸੀ ਵਿਚਾਰੇ। ਜਿਹੜਾ ਸ਼ਬਦ ਜਿਹਾਦ ਆ, ਉਹ ਇੱਕ ਹੈਗਾ ਜੰਗ। ਇਸਲਾਮ ਨੂੰ ਜਿਹੜਾ ਵੀ ਅਟੈਕ ਕਰਦਾ ਉਹਦੇ ਨਾਲ ਜੰਗ ਆ, ਠੀਕ ਹੈ ਨਾ, ਜਿਹਾਦ ਦਾ ਸ਼ਬਦ। ਹੁਣ ਬਾਹਰਲੇ ਮੁਲਕਾਂ ਵਿੱਚ ਆਪਾਂ ਜੰਗ ਨਹੀਂ ਲੜਦੇ, ਪਰ ਕਿਸੇ ਦੇ ਤੁਸੀਂ ਮਨ ਦੇ ਚ ਤੇ ਦਿਲ ਦੇ ਚ ਬਹਿ ਗਏ, ਉਹ ਤੁਹਾਡੀ ਗੱਲ ਉਹਨੇ ਮੰਨਣ ਲੱਗ ਪੈਣੀ। ਸੋ ਜੇ ਆਪਾਂ ਪਿਆਰ ਪਾ ਕੇ ਕਿਸੇ ਦੇ ਨਾਲ ਆਪਣੀ ਗੱਲ ਕਰਾਉਂਦੇ ਆ ਤੇ ਫਿਰ ਉੱਥੇ ਲਵ ਆ ਗਿਆ ਤੇ ਜਿਹਾਦ ਆ ਗਿਆ। ਸ਼ਬਦ ਸਹੀ ਆ, ਸਹੀ ਆ। ਹਾਂਜੀ, ਕਿਉਂਕਿ ਮੇਨ ਉਹਨਾਂ ਦਾ ਮੋਟਿਵ ਧਰਮ ਇਹਨੂੰ ਕੋਡ ਦੇ ਵਿੱਚ
ਇਹਨੂੰ ਕੋਰਟ ਦੇ ਵਿੱਚ ਐਜ਼ ਅ ਕ੍ਰਾਈਮ ਕਰਨਾ ਬੜਾ ਔਖਾ ਆ, ਹਨਾ। ਐਕਚੁਅਲੀ ਇਹ ਸ਼ਬਦ ਜਿਹੜਾ ਲਵ ਜਿਹਾਦ ਤੋਂ ਪਹਿਲੋਂ ਇਹ ਸ਼ਬਦ ਵਰਤਿਆ ਗਿਆ ਹਾਲੈਂਡ ਦੀ ਧਰਤੀ ਦੇ ਉੱਤੇ, ਡੱਚ ਜੀ। ਉਹ ਸੀਗਾ ਰੋਮੀਓ ਲਵ। ਓਕੇ। ਉਹ ਸੀਗੇ ਮਰੋਕਨ ਕਰਦੇ, ਗੋਰੀਆਂ ਦੇ ਨਾਲ ਉਹਨਾਂ ਨੂੰ ਪ੍ਰੋਸਟੀਟਿਊਸ਼ਨ ਦੇ ਚ ਪਾਉਂਦੇ ਸੀ, ਘਰੋਂ ਲੈ ਆਉਂਦੇ ਸੀ, ਕਈ ਕੁਛ ਉਹਨਾਂ ਨੂੰ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਪਿਆਰ ਕਰਦੇ, ਜੇ ਉਹ ਘਰੋਂ ਕੱਢ ਲੈਣੀ, ਜਦੋਂ ਮੈਂ ਵੱਡੇ ਸ਼ਹਿਰਾਂ ਵਿੱਚ ਜਾ ਕੇ ਉਹਨਾਂ ਦਾ ਸਰੀਰ ਵੇਚਣਾ। ਰੋਮੀਓ ਲਵ। ਤੇ ਉੱਥੋਂ ਇਹ ਸ਼ਬਦ ਫਿਰ ਲਵ ਜਿਹਾਦ ਗਾਂ ਇੰਡੀਆ ਵਿੱਚ ਪੈਦਾ ਹੋਇਆ। ਰੋਮੀਓ ਦਾ ਮਤਲਬ ਵੀ ਤੁਸੀਂ ਸਮਝ ਹੀ ਜਾਂਦੇ ਆ, ਜੀ 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 ਜੀ, ਹਨਾ। ਫਿਰ ਉੱਥੋਂ ਇਹ ਗਾਂ ਸ਼ਬਦ ਉੱਥੇ ਇਹਨਾਂ ਨੇ ਇੰਡੀਆ ਵਿੱਚ ਲਵ ਜਿਹਾਦ ਵਰਤਣ ਲੱਗ ਪਏ। ਜੀ ਜੀ। ਪਰ ਇਹ ਜੇ ਤੁਸੀਂ ਦੇਖੋ ਮੋਰੋਕੋ ਵਿੱਚ ਵੀ, ਸੌਰੀ ਆਪਣੇ ਹਾਲੈਂਡ ਦੇ ਵਿੱਚ ਵੀ ਹਜ਼ਾਰਾਂ ਲੜਕੀਆਂ ਦੇ ਨਾਲ, ਗੋਰੀਆਂ ਦੇ ਨਾਲ ਇਹ ਹੋਇਆ। ਜੀ ਜੀ। ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਜਰਮਨ ਚ ਗਏ ਸੀ ਨਾ ਜਦੋਂ ਨਵੇਂ ਰਿਫਿਊਜੀ 2013 ਔਰ 14 ਦੇ ਵਿੱਚ, ਉੱਥੇ ਜਾ ਕੇ ਉਹਨਾਂ ਨੇ ਕੀ ਕੀਤਾ, ਜਿਵੇਂ ਹੁਣ ਇੱਕਦਮ ਉਹ ਇੱਕ ਹੋਰ ਸੁਸਾਇਟੀ ਤੋਂ ਆਏ ਸੀਗੇ, ਮਿਡਲ ਈਸਟ ਤੋਂ, ਸੀਰੀਆ ਤੋਂ ਜਾਂ ਹੋਰ ਇਹਨਾਂ ਨੇੜੇ ਨੇੜੇ ਦੇਸ਼ਾਂ ਤੋਂ, ਉਹਨਾਂ ਨੇ ਉੱਥੇ ਜਾ ਕੇ ਗਰੁੱਪਿੰਗ 'ਚ ਜਾ ਕੇ ਇੱਕ ਉਹਦੇ ਵਿੱਚ ਚਲੇ ਜਾਣਾ, ਜਿਹੜੇ ਬਾਰ ਹੁੰਦੇ ਨੇ ਜਾਂ ਕਲੱਬ ਹੁੰਦੇ ਨੇਗੇ, ਉੱਥੇ ਜਾ ਕੇ ਹੁਣ ਜਦੋਂ ਉਹਨਾਂ ਨੇ 40-50 ਬੰਦਿਆਂ ਨੇ ਚਲੇ ਜਾਣਾ ਤੇ ਉੱਥੇ ਜਾ ਕੇ ਉਹਨਾਂ ਨੇ ਰੇਪ ਕਰਨਾ, ਜਿਹੜੀ 1-2 ਕੁੜੀਆਂ ਵਿੱਚ ਉਸ ਉਹਨਾਂ ਦੇ ਘੇਰੇ ਦੇ ਵਿੱਚ ਫਸ ਜਾਣੀਆਂ। ਤੇ ਫਿਰ ਤੁਸੀਂ ਸੋਚੋ ਕਿ ਇਹੋ ਜਿਹੀ ਗੱਲ ਹੋਈ ਕਿ ਜਰਮਨ ਦੇ ਵਿੱਚ ਓਫੀਸ਼ੀਅਲੀ ਗਵਰਨਮੈਂਟ ਨੇ ਇੱਕ ਨੋਟਿਸ ਕੱਢਿਆ ਤੇ ਨੋਟਿਸ ਕੱਢ ਕੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਕਿ ਇੱਥੇ ਆ ਕੇ ਵੀ ਕਿ ਜੇ ਆਪਣੀ ਤੁਸੀਂ ਫਰਸਟ੍ਰੇਸ਼ਨ ਆ, ਜੇ ਤੁਸੀਂ ਕਿੱਦਾਂ ਕਰਨੀ ਆ, ਉਹਦੇ ਲਈ ਅਸੀਂ ਇੱਕ ਪ੍ਰੋਪਰ ਪ੍ਰੋਸੀਜਰ ਬਣਾਇਆ ਹੋਇਆ ਆ। ਤੁਸੀਂ ਆਹ ਫਲਾਨੇ ਆਨਲਾਈਨ ਜਾ ਕੇ ਜਾਂ ਆਹ ਏਰੀਆਜ਼ ਨੇ ਜਿੱਥੇ ਜਾ ਕੇ ਇਹ ਜਿਸਮ ਫਰੋਸ਼ੀ ਹੁੰਦੀ ਹੈ, ਤੁਸੀਂ ਉੱਥੇ ਜਾ ਕੇ ਇਹ ਵਾਲੀਆਂ ਚੀਜ਼ਾਂ ਕਰ ਸਕਦੇ ਹੋ, ਪਰ ਤੁਸੀਂ ਜਿਹੜੀ ਇਨੋਸੈਂਟ ਕੁੜੀ ਆ ਉਹਦੇ ਨਾਲ ਇਹ ਨਾ ਕਰੋ। ਕਿ ਜਾਨੀ ਕਿ ਮੈਨੂੰ ਲੱਗਦਾ ਕਿ ਇੱਕ ਸ਼ਰਮ ਦੀ ਗੱਲ ਹੈ ਕਿ ਉਹਨਾਂ ਨੂੰ ਗਵਰਨਮੈਂਟ ਨੂੰ ਕੱਢਣਾ ਪਿਆ, ਨੋਟਿਸ ਕੱਢਣਾ ਪਿਆ ਕਿ ਦੇਖੋ ਜਿਹੜੀਆਂ ਤੁਸੀਂ ਗੱਲਾਂ ਕਹਿੰਦੇ, ਹੁਣ ਸਵੀਡਨ ਦੇ ਵਿੱਚ, ਸਵੀਡਨ ਬਹੁਤ ਸੋਹਣਾ ਮੁਲਕ ਆ ਜੀ। ਮੈਂ ਕਦੀ ਕਹਿੰਦਾ ਹੁੰਦਾ ਸਵੀਡਨ ਵਰਗਾ ਮੁਲਕ ਇੱਥੇ ਸਾਡਾ ਯੂਕੇ ਵੀ ਹੈ ਨਹੀਂਗਾ, ਜਿੰਨੀ ਉੱਥੇ ਜਿਹੜੀ ਉਹਦੀ ਸਟੈਂਡਰਡ ਲਿਵਿੰਗ ਹੈ ਬਹੁਤ ਜ਼ਿਆਦਾ ਹਾਈ ਆ ਜੀ। ਤੇ ਅਸੀਂ ਉੱਥੇ ਵੀ ਇੱਕ ਦੋ ਵਾਰੀ ਕੇਸ ਕਰਨ ਗਏ ਸੀ। ਹੁਣ ਸਵੀਡਨ ਦੀ ਗਵਰਨਮੈਂਟ ਚੀਕਾਂ ਮਾਰਦੀ ਹੈ ਕਿ ਰੈਫਿਊਜੀ ਲੈ ਲੈ। ਹੁਣ ਉੱਥੇ ਜਿਹੜੀ ਕੁੜੀ, ਉਹਨਾਂ ਕੁੜੀਆਂ ਦਾ ਰੰਗ, ਬਾਲਾਂ ਦਾ ਰੰਗ ਬਲੌਂਡ ਸੀਗੀਆਂ ਜ਼ਿਆਦੀਆਂ ਉੱਥੇ ਦੀਆਂ, ਤੇ ਹੁਣ ਬਲੌਂਡ ਕੁੜੀਆਂ ਦਾ ਜ਼ਿਆਦਾ ਰੇਪ ਹੁੰਦਾ। ਹੁਣ ਕੁੜੀਆਂ ਵੀ ਕਾਲੇ ਵਾਲ ਰੰਗਣ ਲੱਗ ਪਈਆਂ, ਇੰਨਾ ਡਰ ਪਿਆ ਸੀ। ਸੋ ਇਹ ਜਦੋਂ ਅਸੀਂ ਸਟੱਡੀ, ਕੋਈ ਵੀ ਫਿਨੋਮੀਨਾ ਸਟੱਡੀ ਕਰਦੇ, ਤੁਸੀਂ ਹਰੇਕ ਮੁਲਕ ਦਾ ਫਿਨੋਮੀਨਾ ਸਟੱਡੀ ਕਰਦੇ, ਤਾਂ ਤੁਸੀਂ ਕੋਈ ਲੈਕਚਰ ਦਿੰਦੇ ਆ ਜਾਂ ਤੁਸੀਂ ਦੱਸਦੇ ਆ ਵੀ ਕਿਹੜੀ ਚੀਜ਼ ਤੋਂ ਆਪਾਂ ਬਚਣਾ। ਜਿੱਦਾਂ ਹੁਣ ਅਸੀਂ ਤੇ ਜੇਲ੍ਹਾਂ ਵਿੱਚ ਵੀ ਜਾ ਕੇ ਇਹ ਜਿਹੜੇ ਬੰਦੇ ਕਰਦੇ ਸੀ, ਰੇਪਿਸਟ ਕਰਦੇ ਸੀਗੇ, ਜਿੱਦਾਂ ਤੁਸੀਂ ਰੇਪ ਕਰਦੇ ਜਾਂ ਸੈਕਸ ਕਰਦੇ ਆ ਕਿਸੇ ਬੱਚੇ ਦੇ ਨਾਲ, what makes the most vulnerable, ਸਭ ਤੋਂ vulnerable ਬੰਦਾ ਕੌਣ ਹੁੰਦਾ ਤੁਹਾਡੇ ਅੱਖਾਂ ਵਿੱਚ? ਤੇ ਉਹ ਸਾਨੂੰ 99% ਸਾਨੂੰ ਇਹ ਕਹਿੰਦੇ ਸਾਨੂੰ ਬੱਚਾ ਉਹ ਦੇ ਦਿਓ ਜਿਹਨੂੰ ਸੈਕਸ ਬਾਰੇ ਖਾਸ ਨਹੀਂ ਪਤਾ, ਉਹ ਸਾਡਾ ਨੈਕਸਟ ਵਿਕਟਮ ਆ। ਹੁਣ ਆਪਾਂ ਐਜ਼ ਅ ਕਮਿਊਨਿਟੀ ਆਪਾਂ ਕਦੀ ਏਦਾਂ ਦੀ ਗੱਲ ਨਹੀਂ ਕਰੀਦੀ ਘਰ ਬੈਠ ਕੇ। ਆਪਾਂ ਇਸ ਚੀਜ਼ ਤੋਂ ਝਿਜਕਦੇ ਆ। ਸਿੱਖ ਅਵੇਅਰਨੈਸ ਸੁਸਾਇਟੀ 4 ਸਾਲ ਦੇ ਬੱਚੇ ਤੋਂ ਲੱਗ ਕੇ ਪ੍ਰੋਗਰਾਮਿੰਗ ਆ ਸਾਡੇ ਆਲ ਦ ਵੇ ਯੂਨੀਵਰਸਿਟੀ ਤੇ ਮਾਪਿਆਂ ਦੀ ਐਜੂਕੇਟ ਕਰਨ ਨੂੰ ਇਸ ਚੀਜ਼ ਤੇ ਜੀ। ਸੋ ਅਸੀਂ ਕਹਿੰਦੇ ਐਜੂਕੇਸ਼ਨ ਕੀ ਆ, ਤੇ ਕੱਕੇ ਨਾਲ ਤੇ ਕਿਸੇ ਦੇ ਨਾਲ, ਆਪਣੇ ਨਾਲ ਇੱਕ ਦੂਜੇ ਦੇ ਨਾਲ ਰਹਿਣਾ ਹੀ। ਮਾਪੇ ਬੱਚੇ ਦੇ ਨਾਲ 24 ਘੰਟੇ ਤਾਂ ਰਹਿ ਨਹੀਂ ਸਕਦੇ, ਪਰ ਜਿਹੜਾ ਦਿਮਾਗ ਹੈ ਇਹ ਤਾਂ ਤੁਹਾਡੇ ਨਾਲ ਰਹੂਗਾ। ਤੇ ਜੇ ਇਹਦੇ ਵਿੱਚ ਆਪਾਂ ਭਰਿਆ ਜਾਵੇ ਗਿਆਨ ਜਿਹੜਾ ਆ, ਤੇ ਇਹ ਗਿਆਨ ਦਾ ਖੰਡਾ ਜਿਹੜਾ ਇਹਦੇ ਚ ਭਰਿਆ ਜਾਵੇ, ਯੂ ਬਿਕਮ ਅ ਸੁਪਰਮੈਨ ਔਰ ਅ ਸੁਪਰਵੂਮਨ। ਤੁਸੀਂ ਇਹਨੂੰ ਵਰਤ ਸਕਦੇ ਆ, ਕਿਉਂਕਿ ਇਹ ਤੁਹਾਡੇ ਚੀਜ਼ ਨਾਲ ਜਾਣੀ ਹੈ, ਜਿੱਥੇ ਜਾਣਾ ਤੁਸੀਂ ਇਹ ਚੀਜ਼ ਨਾਲ ਹੋਣੀ ਆ। ਸੋ ਐਜੂਕੇਸ਼ਨ ਇਜ਼ ਦ ਕੀ ਮਾਈ ਫਰੈਂਡ। ਮੈਂ ਤੇ ਕਹੂੰਗਾ ਕਿ ਜੇ ਤੁਹਾਡੇ ਮੁਲਕਾਂ ਵਿੱਚ ਹਲੇ ਟਾਵਾਂ ਕੇਸ ਆਉਂਦਾ, ਤੇ ਇਹਨੂੰ ਤੁਸੀਂ ਇੱਕ ਆਪਣੇ ਏਜੰਡੇ ਤੇ ਰੱਖੋ, ਤੇ ਇਹਨੂੰ ਗਾਂ ਆਪਣੇ ਗੁਰਮਤ ਕਲਾਸਾਂ, ਜਿੰਨੀਆਂ ਵੀ ਆਪਣੀਆਂ ਗੁਰਮਤ ਕਲਾਸਾਂ ਲੱਗਦੀਆਂ ਗੁਰਦੁਆਰਿਆਂ ਦੇ ਵਿੱਚ, ਪੰਜਾਬੀ ਕਲਾਸਾਂ ਲੱਗਦੀਆਂ ਆ, 15-20 ਮਿੰਟ ਇਸ ਚੀਜ਼ ਤੇ ਵੀ ਬੋਲਣਾ ਚਾਹੀਦਾ ਹਰ ਹਫ਼ਤੇ। ਜੀ।
ਸੋ ਠੀਕ ਹੈ ਭਾਈ ਮੋਹਨ ਸਿੰਘ ਜੀ, ਤੁਸੀਂ ਆਪਣੇ ਵਿਚਾਰਾਂ ਤੋਂ ਸੰਗਤ ਨੂੰ, ਵਿਊਅਰਸ ਨੂੰ ਅਵਗਤ ਕਰਾਇਆ, ਤੇ ਇਹ ਇੱਕ ਵਧੀਆ ਜਾਣਕਾਰੀ ਦਿੱਤੀ ਕਿ ਤੁਹਾਡੀ ਸੰਸਥਾ ਦੀ ਸਟਾਰਟਿੰਗ ਤੁਸੀਂ ਇੱਕ ਬਹੁਤ ਵਧੀਆ ਇੱਕ ਹੀਲਾ ਕਰ ਰਹੇ ਹੋ, ਜਿਹਦੇ ਨਾਲ ਲੋਕਾਂ ਨੂੰ ਅਵੇਅਰਨੈਸ ਆ ਰਹੀ ਆ, ਤੇ ਜਿਹੜੀਆਂ ਸਿੱਖ ਬੱਚੀਆਂ ਆ ਉਹਨਾਂ ਦਾ ਭਵਿੱਖ ਵੀ ਵਧੀਆ ਬਣ ਰਿਹਾ ਹੈ। ਤੇ ਜੀ ਜੀ, ਭਾਈ ਮੋਹਨ ਸਿੰਘ ਜੀ, ਤੁਹਾਡਾ ਦੀ ਟਾਈਮ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ। ਨੋ ਪ੍ਰੋਬਲਮ ਜੀ। ਤੇ ਤੁਸੀਂ ਜਿੰਨੇ ਵੀ ਸਾਡੇ ਆਪਣੇ ਆਨਲਾਈਨ ਸੋਸ਼ਲ ਮੀਡੀਆ ਦੇ ਲਿੰਕਸ ਆ, ਉਹ ਜਦੋਂ ਤੁਸੀਂ ਆਪਣੀ YouTube ਤੇ ਪਾਉਣੇ, ਉੱਥੇ ਪਾ ਦਿਓ। ਜੇ ਕਿਸੇ ਨੂੰ ਕੋਈ ਵੀ ਜੀ, ਪ੍ਰੋਬਲਮ ਮੈਂ ਹੋਊਗੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਉਹ ਸਾਰੇ ਮੈਂ ਲਿੰਕ ਪਾ ਦਿਆਂਗਾ। ਓਕੇ ਜੀ, ਐਂਡ ਕੀਪ ਇਨ ਟੱਚ। ਜੀ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।